ਵੇਲੇ ਤੁਸੀਂ ਦੇਖ ਰਹੇ ਹੋ ਸਿੱਖ ਚੈਨਲ ਤੇ ਅਸੀਂ ਮੌਜੂਦ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ, ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਇਲੈਕਸ਼ਨ ਜਿਹੜੀ ਆ ਉਹ ਹੋਣ ਜਾ ਰਹੀ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਆ, ਤੇ ਦੂਸਰੇ ਪਾਸਿਓਂ ਬੀਬੀ ਜਗੀਰ ਕੌਰ ਹੋਰਾਂ ਨੇ ਬਗਾਵਤ ਜਿਹੜੀ ਆ ਉਹ ਕੀਤੀ ਆ। ਉਹ ਕਹਿੰਦੇ ਕਿ ਉਹ ਵੀ ਚੋਣ ਲੜਨਗੇ। ਇਹ ਵੀ ਕਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਕਾफ़ी ਮੈਂਬਰ ਜਿਹੜੇ ਆ ਉਹਨਾਂ ਦੇ ਨਾਲ ਵੀ ਹੈਗੇ ਆ, ਪਰ ਬੀਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੇ ਸਾਰੇ ਹੀ ਮੈਂਬਰਾਂ ਨੂੰ ਬੁਲਾਇਆ ਸੀਗਾ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। 107 ਮੈਂਬਰ ਹਾਜ਼ਰ ਹੋ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮਿਲੇ ਆ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ ਹੈ, ਕਿਉਂਕਿ ਬੀਬੀ ਜਗੀਰ ਕੌਰ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਉਹਨਾਂ ਨੂੰ ਇਹ ਸ਼ੰਕੇ ਪੈਦਾ ਹੋ ਗਏ ਸਨ ਕਿ ਕਿਤੇ ਇਸ ਵਾਰ ਜਿਹੜੇ ਮੈਂਬਰ ਆ ਉਹ ਬਗਾਵਤ ਨਾ ਕਰ ਜਾਣ। ਪਰ ਕੱਲ੍ਹ 107 ਮੈਂਬਰਾਂ ਨੇ ਜਿਹੜਾ ਆ ਉਹ ਹਾਜ਼ਰ ਹੋ ਕੇ ਕਿਹਾ ਹੈ ਕਿ ਅਸੀਂ ਵੋਟ ਜਿਹੜੀ ਆ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਦੇਵਾਂਗੇ। ਸੋ ਹੁਣ ਦੇਖਣਾ ਹੋਏਗਾ ਕਿ ਅੱਜ ਜਿਹੜਾ ਆ ਉਹ ਇਹ ਇਲੈਕਸ਼ਨ ਜਿਹੜੀ ਆ ਉਹ ਕਿਵੇਂ ਹੁੰਦੀ ਆ। 157 ਮੈਂਬਰਾਂ ਨੇ ਵੋਟ ਜਿਹੜੀ ਆ ਉਹ ਪਾਉਣੀ ਆ, ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਉਹਨਾਂ ਦੇ ਮੈਂਬਰ ਜਿਹੜੇ ਆ ਉਹ ਕਿਸੇ ਦੀ ਹਮਾਇਤ ਜਿਹੜੀ ਆ ਉਹ ਨਹੀਂ ਕਰਨਗੇ। ਸੋ ਅੱਜ ਦੀ ਗਹਿਮਾ ਗਹਿਮੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ, ਇੱਥੇ ਵੱਡੀ ਤਾਦਾਦ ਦੇ ਵਿੱਚ ਮੀਡੀਆ, ਕਿਉਂਕਿ ਇਸ ਵਾਰ ਜਿਹੜਾ ਆ ਉਹ ਬੀਬੀ ਜਗੀਰ ਕੌਰ ਹੋਰਾਂ ਨੇ ਕਿਹਾ ਸੀ ਕਿ ਲਿਫਾਫੇ ਦੇ ਵਿੱਚੋਂ ਨਿਕਲਿਆ ਜਥੇ ਦਾ ਜਿਹੜਾ ਪ੍ਰਧਾਨ ਹੈ ਉਹ ਨਹੀਂ ਬਣਾਇਆ ਜਾਏਗਾ। ਸੋ ਉਸੇ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਪਹਿਲਾਂ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਨਾਮ ਦਾ ਐਲਾਨ ਜਿਹੜਾ ਆ ਉਹ ਕਰ ਦਿੱਤਾ ਸੀਗਾ। ਤੇ ਇਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਆ, ਉਸ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਤੁਸੀਂ ਦੇਖ ਰਹੇ ਹੋ। ਇੱਥੇ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ, ਤੇ ਅਗਾਂਹ ਹੋਰ ਮੈਂਬਰ ਸਾਹਿਬਾਨ ਜਿਹੜੇ ਆ ਉਹ ਵੀ ਆ ਰਹੇ ਆ। ਨਾਲ ਨਾਲ ਅਸੀਂ ਇੱਥੇ ਜਿਹੜੇ ਮੈਂਬਰ ਪਹੁੰਚ ਰਹੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਵੀ ਕਰਾਂਗੇ, ਤੇ ਨਾਲ ਇੱਥੇ ਅੱਜ ਸਰਦਾਰ ਗੁਰਿੰਦਰਪਾਲ ਸਿੰਘ ਗੋਰਾ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕਿਵੇਂ ਲੱਗ ਰਿਹਾ ਜੀ ਅੱਜ ਦਾ ਮਾਹੌਲ ਜਿਹੜਾ ਹੈਗਾ ਆ? ਕੱਲ੍ਹ ਬਾਦਲ ਸਾਹਿਬ ਵੀ ਆਏ ਆ, ਤੁਹਾਡੀਆਂ ਵੀ ਤਸਵੀਰਾਂ ਉਹਨਾਂ ਦੇ ਨਾਲ ਦੇਖੀਆਂ ਨੇ। ਕੀ ਕੁਛ ਗੱਲਬਾਤ ਹੋਈ ਆ? ਕਿਉਂਕਿ ਜਿਹੜੇ ਪ੍ਰਧਾਨ ਸੀਗੇ ਪਹਿਲਾਂ ਧਾਮੀ ਸਾਹਿਬ ਤੋਂ, ਉਹਨਾਂ ਦੇ ਵੱਲੋਂ ਇੱਕ ਚੈਲੰਜ ਦੇ ਦਿੱਤਾ ਗਿਆ ਹੈ। ਮੈਂ ਸਮਝਣਾ ਇਹ ਕੋਈ ਪਹਿਲੀ ਵਾਰੀ ਨਹੀਂ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਏ ਆ। ਇਹ ਹਰ ਸਾਲ ਜਦੋਂ ਸਾਡੀ ਪ੍ਰਧਾਨ ਦੀ ਸਾਲਾਨਾ ਚੋਣ ਹੁੰਦੀ ਹੈ, ਉਹਦੇ ਸਾਡੇ ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ, ਭਾਵੇਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਨੇ, ਭਾਵੇਂ ਇਹ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਹੋਰ ਪ੍ਰਧਾਨ ਰਹੇ ਹੋਣ, ਇਹ ਹਰ ਵਾਰ ਹੀ ਇਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਆ ਕੇ ਉਹ ਆਪਣੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗ ਕਰਦੇ ਆ, ਔਰ ਮੈਂਬਰ ਬੜੇ ਮਾਣ ਨਾਲ ਉਹਨਾਂ ਨੂੰ ਅਧਿਕਾਰ ਦਿੰਦੇ ਆ ਕਿ ਤੁਸੀਂ ਜਿਹਦੇ 'ਤੇ ਹੱਥ ਰੱਖੋਗੇ ਅਸੀਂ ਪਾਰਟੀ ਦੇ ਨਾਲ ਰਹਿ ਕੇ ਉਹਦੀ ਮਦਦ ਕਰਾਂਗੇ। ਜੇ ਵੋਟਾਂ ਦੀ ਗੱਲ ਆਈ ਤਾਂ ਵੋਟਾਂ, ਜੇ ਸਰਬਸੰਮਤੀ ਹੋਈ ਤਾਂ ਜਕਾਰਿਆਂ ਦੀ ਗੂੰਜ 'ਚ ਉਹਨੂੰ ਹੀ ਪ੍ਰਧਾਨ ਬਣਾਵਾਂਗੇ ਜਿਹਨੂੰ ਤੁਸੀਂ ਉਮੀਦਵਾਰ ਬਣਾਓਗੇ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਬੀਬੀ ਜੀ ਨੂੰ ਕਿਉਂ ਜ਼ਰੂਰਤ ਪਈ ਕਿ ਐਵੇਂ ਇੱਕ ਮਨਾਉਣ 'ਤੇ ਵੀ ਨਹੀਂ ਮੰਨੇ ਕਿ ਮੈਂ ਇਲੈਕਸ਼ਨ ਲੜਨੀ ਆ? ਮੈਂ ਸਮਝਣਾ ਅੰਦਰੂਨੀ ਮਜਬੂਰੀ ਦਾ ਤਾਂ ਬੀਬੀ ਜੀ ਨੂੰ ਪਤਾ ਹੋ ਸਕਦਾ, ਪਰ ਪੰਥ ਨੇ ਬੜਾ ਮਾਣ ਉਹਨਾਂ ਨੂੰ ਦਿੱਤਾ। ਬਹੁਤ ਵਾਰ ਉਹਨਾਂ ਨੂੰ 4 ਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਇਆ, ਵਜ਼ੀਰ ਰਹੇ ਨੇ, ਔਰ ਜਿੰਨਾ ਮਾਣ ਸਤਿਕਾਰ ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਦਾ ਹੀ ਸ਼ਾਇਦ ਹੀ ਮੈਂ ਸਮਝਣਾ ਕੋਈ, ਜੇ ਐਤਕੀ ਵੀ ਕਿਤੇ ਸਰਕਾਰ ਆ ਜਾਂਦੀ, ਜੇ ਝੂਠ ਮਾਰ ਕੇ ਆਪ ਵਾਲੇ ਨਾਂ ਲੈ ਜਾਂਦੇ, ਤਾਂ ਮੈਨੂੰ ਲੱਗਦਾ ਕਿ ਬੀਬੀ ਜੀ ਨੂੰ ਉਸ ਸਾਡੀ ਸਰਕਾਰ ਦੇ ਗ੍ਰਹਿ ਮੰਤਰੀ ਹੋਣਾ ਸੀ। ਪਰ ਹੁਣ ਸਮਝ ਲਓ ਬਦਕਿਸਮਤੀ ਇਹ ਕੌਮ ਦੀ, ਜਦੋਂ ਅੱਜ ਝੂਠੇ ਲਾਰਿਆਂ 'ਚ ਆ ਕੇ ਆਪਾਂ ਆਪ ਦੀ ਸਰਕਾਰ ਬਣਾ ਲਈ, ਉਹਦਾ ਹਾਲ ਜੋ ਕੁਝ ਆਪਾਂ ਵੇਖ ਹੀ ਰਹੇ ਹਾਂ। ਅਤੇ ਮੈਂ ਸਮਝਣਾ ਇਹ ਉਹਨਾਂ ਨੂੰ ਪ੍ਰਧਾਨ ਸਾਹਿਬ ਨੇ ਬੇਨਤੀ ਵੀ ਕੀਤੀ ਬੀਬੀ ਨੂੰ ਕਿ ਤੁਸੀਂ ਇਹ ਕੰਮ ਨਾ ਕਰੋ, ਫਿਰ ਅਗਲੇ ਸਾਲ ਸੋਚ ਲਵਾਂਗੇ, ਪਰ ਉਹ ਨਹੀਂ ਮੰਨੇ। ਉਹਨਾਂ ਦੀ ਆਪਣੀ ਖੁਸ਼ੀ ਹੈ, ਆਪਣਾ ਉਹਨਾਂ ਦਾ ਜੋ ਵੀ ਮਜਬੂਰੀ ਉਹ ਹੀ ਦੱਸ ਸਕਦੇ ਨੇ ਮੈਨੂੰ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬੀਬੀ ਜੀ ਨੂੰ ਬੜਾ ਮਾਣ ਦਿੱਤਾ ਹੈ, ਬੜੇ ਸਤਿਕਾਰਤ ਮੈਂਬਰ ਵੀ ਨੇ, ਪ੍ਰਧਾਨ ਵੀ ਰਹੇ ਨੇ। ਅੱਜ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਇਹਦੇ ਵਿੱਚ ਧਾਮੀ ਸਾਹਿਬ ਤੇ ਬੀਬੀ ਜਗੀਰ ਕੌਰ ਦੇ ਵਿੱਚੋਂ ਤੁਸੀਂ ਕਿਹਨੂੰ ਸਮਝਦੇ ਹੋ ਕਿ ਯੋਗ ਵਿਅਕਤੀ ਹੈਗਾ ਆ ਕਿ ਉਹਨਾਂ ਨੂੰ ਸੇਵਾ ਮਿਲਣੀ ਚਾਹੀਦੀ ਹੈ?
ਨਹੀਂ ਵੇਖੋ ਜਿੰਨਾ ਚਿਰ ਬੀਬੀ ਨੇ ਕੰਮ ਕੀਤਾ ਉਹ ਵੀ ਬਹੁਤ ਯੋਗ ਰਹੇ ਨੇ, ਪਰ ਅੱਜ 1 ਸਾਲ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੈਨੂੰ ਐਗਜ਼ੈਕਟਿਵ 'ਚ ਰਹਿ ਕੇ ਕੰਮ ਕਰਨ ਦਾ ਮੌਕਾ ਮਿਲਿਆ ਔਰ ਧਰਮ ਦੇ ਖੇਤਰ 'ਚ ਬੜੇ ਵੱਡੇ ਕਾਰਜ ਕੀਤੇ ਨੇ। ਬੰਦੀ ਸਿੰਘਾਂ ਦੀ ਰਿਹਾਈ ਲਈ ਹੋਰ ਜਿਹੜੇ ਆਪਣੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਆਇਆ ਉਹ 'ਤੇ ਡਟ ਕੇ ਪਹਿਰਾ ਦਿੱਤਾ ਤੇ ਅਸੀਂ ਉਹਨਾਂ ਦੇ ਸਹਿਯੋਗੀ ਬਣ ਕੇ ਨਾਲ ਤੁਰੇ ਹਾਂ। ਔਰ ਮੈਂ ਸਮਝਦਾ ਮੁਲਾਜ਼ਮ ਵੀ ਖੁਸ਼ ਨੇ ਔਰ ਸਾਥੀ ਵੀ ਖੁਸ਼ ਨੇ ਤੇ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਜੇ ਪਾਰਟੀ ਨੇ ਉਮੀਦਵਾਰ ਬਣਾਇਆ ਤਾਂ ਸਾਡਾ ਫਰਜ਼ ਬਣਦਾ ਕਿ ਪਾਰਟੀ ਨੇ ਸਾਨੂੰ ਟਿਕਟਾਂ ਦਿੱਤੀਆਂ ਤੇ ਅਸੀਂ ਉਸ ਉਮੀਦਵਾਰ ਨੂੰ ਵੋਟ ਪਾਈਏ ਜਿਹਨੂੰ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਧਾਨਗੀ ਦਾ ਉਮੀਦਵਾਰ ਲਾਉਂਦੇ ਆ। ਤੁਸੀਂ ਕਿਹਨਾਂ ਨੂੰ ਅੱਜ ਆਪਣੀ ਫਿਰ ਵੋਟ ਜਿਹੜੀ ਆ ਉਹ ਦੇਣ ਜਾ ਰਹੇ ਹੋ ਜੇ VOTING ਹੁੰਦੀ ਹੈ? ਮੇਰੀ ਵੋਟ ਜੇ VOTING ਹੋਏਗੀ ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਸ਼ਰੇਆਮ ਪਏਗੀ। ਜੇ ਉਹਨਾਂ ਦੇ ਥਾਂ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਸਤਿਕਾਰਯੋਗ ਮੈਂਬਰ ਪ੍ਰਧਾਨਗੀ ਦਾ ਉਮੀਦਵਾਰ ਹੁੰਦਾ ਤਾਂ ਮੈਂ ਉਹਨੂੰ ਪਾਉਂਦਾ। ਜਾਂ ਧਾਮੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾ ਹੁੰਦੇ ਤਾਂ ਮੈਂ ਉਹਨਾਂ ਨੂੰ ਵੀ ਨਹੀਂ ਪਾਉਣੀ। ਮੈਂ ਤੇ ਸ਼੍ਰੋਮਣੀ ਅਕਾਲੀ ਦਲ ਮੇਰੇ ਪਿਓ ਦਾਦੇ ਤੋਂ ਅਸੀਂ ਅਕਾਲੀ ਹਾਂ ਤੇ ਮੇਰੀ ਵੋਟ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ। ਮੈਂ ਆਪਣੀ ਵੋਟ ਜਿਹੜੀ ਉਹਨਾਂ ਨੂੰ ਪਾਵਾਂਗਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਬਟਾਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਿੰਦਰਪਾਲ ਸਿੰਘ ਗੋਰਾ, ਜਿਨ੍ਹਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੇਰੀ ਵੋਟ ਹਰਜਿੰਦਰ ਸਿੰਘ ਧਾਮੀ ਨੂੰ ਜਾਏਗੀ। ਐਵੇਂ ਹੀ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਕਹਿ ਰਹੇ ਨੇ ਕਿ ਵੋਟ ਜਿਹੜੀ ਪਾਈ ਜਾਏਗੀ, ਪਰ ਕੁਝ ਖਬਰਾਂ ਇਸ ਤਰੀਕੇ ਦੀਆਂ ਵੀ ਆ ਰਹੀਆਂ ਨੇ ਕਿ ਬੀਬੀ ਜਗੀਰ ਕੌਰ ਦੇ ਹੱਥ ਦੇ ਵਿੱਚ ਵੀ ਕਾਫੀ ਮੈਂਬਰ ਜਿਹੜੇ ਆ ਉਹ ਹੈਗੇ ਆ, ਜਿਨ੍ਹਾਂ ਨੇ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਕੱਲ੍ਹ ਸ਼ਾਮ ਇੱਥੇ ਹੀ ਮੀਟਿੰਗ ਕੀਤੀ ਆ। ਤਾਂ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਆ ਉਹ ਵਿਰੋਧ ਦੇ ਵਿੱਚ ਵੀ ਜਾ ਸਕਦੇ ਆ। ਸੋ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਆ ਉਹ ਵੀ ਮਿਲ ਰਹੀਆਂ ਨੇ। ਸੋ ਆਓ ਅੱਗੇ ਹੋਰ ਜਿਹੜੇ ਮੈਂਬਰ ਪਹੁੰਚਦੇ ਆ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਵੀ ਕਰਦੇ ਆ। ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕਿਵੇਂ ਲੱਗ ਰਿਹਾ ਅੱਜ ਪਹਿਲੀ ਵਾਰ ਐਵੇਂ ਹੋ ਰਿਹਾ ਕਿ ਪਹਿਲਾਂ ਪਤਾ ਆ ਸਾਰਿਆਂ ਨੂੰ ਕਿ ਕਿਹਨਾਂ ਨੂੰ ਜਿਹੜੀ ਸੇਵਾ ਆ ਉਹ ਦਿੱਤੀ ਜਾ ਰਹੀ ਆ? ਦੋ ਚਿਹਰੇ ਆ, ਬੀਬੀ ਜਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ। ਕਿਵੇਂ ਦੇਖ ਰਹੇ ਹੋ ਅੱਜ ਦੀ ਇਲੈਕਸ਼ਨ? ਜਿਹੜੀ ਮਤਲਬ ਅੱਜ ਦੀ ਇਲੈਕਸ਼ਨ ਹੋ ਰਹੀ ਆ, ਪਹਿਲਾਂ ਵੀ ਇਲੈਕਸ਼ਨ ਇਸੇ ਤਰ੍ਹਾਂ ਹੀ ਹੁੰਦੀ ਆ, ਕਿਉਂਕਿ ਬਹੁਤ ਵਾਰੀ ਸ਼੍ਰੋਮਣੀ ਕਮੇਟੀ ਜਿੱਦਾਂ ਅਕਾਲੀ ਦਲ ਮਤਲਬ ਬੀਬੀ ਜਗੀਰ ਕੌਰ ਆ, ਜਾਂ ਉਹ ਤੋਂ ਪਹਿਲਾਂ ਮੱਕੜ ਸਾਹਿਬ ਬਣੇ ਆ ਤੇ ਉਹ ਤੋਂ ਬਾਅਦ ਬਡੂੰਗਰ ਸਾਹਿਬ ਵੀ ਪਹਿਲਾਂ ਰਹਿ ਚੁੱਕੇ ਮੈਂਬਰ। ਪਹਿਲਾਂ ਵੀ ਪ੍ਰੋਸੀਜਰ ਇਹੀ ਆ, ਸਿਰਫ ਇਹ ਹੁੰਦਾ ਐਤੀ 7-8 ਦਿਨ ਪਹਿਲਾਂ ਐਲਾਨ ਕਰਤਾ, ਉਸ ਦਿਨ ਇਲੈਕਸ਼ਨ ਹੋਣ ਤੋਂ ਅੱਧਾ ਘੰਟਾ ਪਹਿਲਾਂ ਐਲਾਨ ਕੀਤਾ ਜਾਂਦਾ ਕਿ ਫਲਾਣਾ ਪ੍ਰਧਾਨ ਆ, ਪਰ ਉਹਦੇ ਵਿਰੋਧ ਵਿੱਚ ਜਿਹੜੇ ਮੈਂਬਰ ਉਹਨੂੰ ਪ੍ਰਧਾਨ ਨਹੀਂ ਚਾਹੁੰਦੇ ਹੁੰਦੇ ਤੇ ਉਹਦੀ VOTING ਹੁੰਦੀ ਆ ਤੇ ਅੱਜ ਵੀ VOTING ਹੋਣੀ ਆ। ਬੀਬੀ ਜਗੀਰ ਕੌਰ ਕਹਿ ਰਿਹਾ ਕਿ ਲਿਫਾਫਾ ਕਲਚਰ ਜਿਹੜਾ ਆ ਉਹ ਬੰਦ ਕਰਨਾ ਆ, ਇਹਨਾਂ ਨੇ ਪ੍ਰਧਾਨ ਜਿਹੜਾ ਲਿਫਾਫੇ ਚੋਂ ਕੱਢਦੇ ਆ। ਦੇਖੋ ਇਹਦੇ ਬਾਰੇ ਨਾ ਜੀ, ਹੁਣ ਬੀਬੀ ਜਗੀਰ 40 ਸਾਲ ਸ਼੍ਰੋਮਣੀ ਅਕਾਲੀ ਦਲ 'ਚ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਸ਼ੇਰਨੀ ਕਹਿ ਕੇ ਸਾਰਾ ਕੁਝ ਮਤਲਬ ਉਹਨੂੰ ਮੋਹਰੇ ਲੀਡਰ ਮੰਨ ਕੇ ਸਹਿਯੋਗ ਦੇ ਕੇ 3 ਵਾਰੀ ਪ੍ਰਧਾਨ ਬਣਾ ਚੁੱਕੇ ਆ। ਇਹ ਤਾਂ ਹੁਣ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੱਸ ਸਕਦਾ ਆ, ਪਰ ਮੈਂ ਸਮੁੱਚੇ ਮੈਂਬਰਾਂ ਨੂੰ ਤੁਹਾਡੇ ਚੈਨਲ 'ਤੇ ਬੇਨਤੀ ਕਰੂੰਗਾ ਵੀ ਇਹ ਨਹੀਂ ਕਿ ਮਤਲਬ ਅੱਜ ਵੋਟ ਪੈ ਕੇ ਕੰਮ ਖਤਮ ਹੋ ਜਾਣਾ। ਕਿਹਦਾ ਪਲੜਾ ਭਾਰੀ ਹੁੰਦਾ ਇਹ ਤਾਂ ਰਿਜ਼ਲਟ ਤੋਂ ਬਾਅਦ 1 ਵਜੇ ਇਜਲਾਸ ਸ਼ੁਰੂ ਹੋਣਾ ਆ ਤੇ ਘੰਟੇ 1.5 ਘੰਟੇ 'ਚ ਪਤਾ ਲੱਗ ਜਾਣਾ ਕਿਹਨੂੰ ਵੋਟਾਂ ਕਿੰਨੀਆਂ ਪਈਆਂ, ਕਿਹੜਾ ਪ੍ਰਧਾਨ ਆ। ਉਸ ਤੋਂ ਬਾਅਦ ਜਿਹੜਾ ਕੋਈ ਪਲੜਾ ਛੋਟਾ ਹੋਇਆ ਉਹ ਆਪਣੀ ਉਹਦੀ ਗਿਣਤੀ ਕਿੰਨੀ, ਉਹ ਸੀਨੀਅਰ ਮੀਤ ਪ੍ਰਧਾਨ ਦੀ ਮੰਗ ਕਰੂਗਾ, ਜੂਨੀਅਰ ਮੀਤ ਪ੍ਰਧਾਨ ਦੀ ਮੰਗ ਕਰੂਗਾ, ਆਪਣੇ ਜੱਟ ਮੈਂਬਰਾਂ ਦੀ ਮੰਗ ਕਰੂਗਾ। ਮੈਂ ਤਾਂ ਇਹ ਕਹੂੰਗਾ ਵੀ ਗੁਰਬਾਣੀ ਦਾ ਫੈਸਲਾ ਹੈ, ਜੋ ਦਿਸੈ ਗੁਰਸਿੱਖੜਾ ਤਿਸ ਨਿਮਨ ਲਾਗੋਂ ਪਾਏ ਜਿਓ। ਗੁਰਬਾਣੀ ਦੇ ਆਧਾਰ ਦੇ ਉੱਪਰ ਮੈਂਬਰਾਂ ਨੂੰ ਇਜਲਾਸ ਵਿੱਚ ਬੈਠਿਆਂ ਵੀ ਪਿਆਰ ਨਾਲ ਬੈਠਣਾ ਚਾਹੀਦਾ, VOTING ਵੇਲੇ ਵੀ ਪਿਆਰ ਨਾਲ ਬੈਠਣਾ ਚਾਹੀਦਾ, ਜਿੱਤ ਹਾਰ ਹੋਣ ਤੋਂ ਬਾਅਦ ਜਾਂ ਪ੍ਰਧਾਨ ਬਣਨ ਤੋਂ ਬਾਅਦ ਵੀ ਆਪਸ ਮੈਂਬਰਾਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ। ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਬੱਚੇ ਜਿਨ੍ਹਾਂ ਨੇ ਇਸ ਅਹੁਦਿਆਂ ਦੇ ਉੱਪਰ ਆ ਕੇ ਸੇਵਾ ਕਰਨੀ, ਸਾਡੀਆਂ ਧੀਆਂ ਭੈਣਾਂ ਨੇ, ਸਾਡੀਆਂ ਮਾਵਾਂ ਨੇ, ਜਾਂ ਸਾਡੇ ਸਤਿਕਾਰਯੋਗ ਬੱਚਿਆਂ ਨੇ, ਉਹਨਾਂ ਨੂੰ ਚੰਗੀ ਸੇਧ ਦੇ ਕੇ ਜਾਈਏ ਕਿ ਪੁਰਾਣੇ ਸਿੰਘ ਇਸ ਤਰ੍ਹਾਂ ਬੈਠ ਕੇ ਪਿਆਰ ਦੇ ਨਾਲ ਉਹ ਇਲੈਕਸ਼ਨ ਲੜਦੇ ਵੀ ਹੁੰਦੇ ਸੀਗੇ, ਫੈਸਲੇ ਵੀ ਲੈਂਦੇ ਸੀਗੇ ਤੇ ਕੌਮ ਨੂੰ ਸੇਧ ਵੀ ਦੇ ਰਹੇ ਸਨ। ਬੀਬੀ ਜਗੀਰ ਕੌਰ ਹੋਰਾਂ ਦੀ ਕੀ ਮਜਬੂਰੀ ਰਹੀ ਆ ਕਿ ਉਹ ਪਿੱਛੇ ਹੀ ਨਹੀਂ ਹਟੇ, ਚਾਹੇ ਉਹਨਾਂ ਨੂੰ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਆ, ਕੁਝ ਇਸ ਚੀਜ਼ ਨੂੰ BJP ਦੇ ਨਾਲ ਵੀ ਜੋੜਿਆ ਜਾ ਰਿਹਾ ਆ? ਦੇਖੋ ਇਹ ਤਾਂ ਹੁਣ ਬੀਬੀ ਜਗੀਰ ਕੌਰ ਆਪ ਦੱਸ ਸਕਦੇ ਆ ਜੀ ਵੀ ਕਿਉਂ ਉਹਨਾਂ ਦੇ ਉੱਪਰ ਦੋਸ਼ ਲੱਗ ਰਹੇ ਆ, ਤੇ ਦੋਸ਼ ਲਾਉਣ ਵਾਲੇ ਦੱਸ ਰਹੇ ਵੀ ਅਸੀਂ ਕਿਉਂ ਲਾ ਰਹੇ ਆ, ਕਿਉਂਕਿ ਇਹ ਮੇਰਾ ਮਤਲਬ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜੀ। ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ। ਸੋ ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ, ਜਿਹੜੇ ਕਿ ਦਮਦਮੀ ਟਕਸਾਲ ਮਹਿਤਾ ਚੌਂਕ ਤੋਂ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਆ। ਸੋ ਹੁਣ ਅੱਜ ਇਹੀ ਦੇਖਣਾ ਹੋਏਗਾ ਕਿ ਵੋਟ ਜਿਹੜੀ ਆ ਉਹ ਕੌਣ ਕਿਹੜੇ ਪਾਸੇ ਪਾਉਂਦਾ ਆ। ਗੱਲਾਂ ਚੱਲ ਰਹੀਆਂ ਨੇ ਕਿ ਅਸੀਂ ਜਿਹੜਾ ਆ ਉਹ ਅਕਾਲੀ ਦਲ ਨੂੰ ਹੀ ਵੋਟ ਪਾਵਾਂਗੇ, ਪਰ ਜਿਹੜੀਆਂ ਖਬਰਾਂ ਪਹੁੰਚ ਰਹੀਆਂ ਨੇ ਉੱਥੋਂ
ਜਿਹੜਾ ਆ ਉਹ ਲੱਗ ਰਿਹਾ ਆ ਕਿ ਸ਼ਾਇਦ ਮੁਕਾਬਲਾ ਸਖਤ ਹੋਣ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਮੇਰੇ ਨਾਲ ਨੇ ਇਸ ਵੇਲੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਆ ਉਹ ਪ੍ਰਧਾਨਗੀ ਦੀ ਇਲੈਕਸ਼ਨ ਹੋ ਰਹੀ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੀ ਇਲੈਕਸ਼ਨ ਨੂੰ ਪੀਰ ਮੁਹੰਮਦ ਸਾਹਿਬ ਕਿਵੇਂ ਦੇਖ ਰਹੇ ਹੋ? ਬੀਬੀ ਜਗੀਰ ਕੌਰ ਬਜਿੱਦ ਨੇ ਕਿ ਇਲੈਕਸ਼ਨ ਮੈਂ ਲੜਨੀ ਆ, ਤੇ ਕੀ ਇਹਦਾ ਕਨੈਕਸ਼ਨ ਕਿਤੇ ਹੋਰ ਵੀ ਜੁੜਦਾ ਨਜ਼ਰ ਆ ਰਿਹਾ? ਹਰ ਇਲੈਕਸ਼ਨ ਇੱਕ ਦਿਲਚਸਪ ਨਜ਼ਾਰਾ ਹੁੰਦਾ ਜਦੋਂ ਇਲੈਕਸ਼ਨ ਹੁੰਦਾ, ਤੇ ਇਹ ਵੀ ਇਲੈਕਸ਼ਨ ਹੈ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਉਮੀਦਵਾਰ ਬਣੇ ਨੇ, ਪਰ ਉਹਨਾਂ ਨੂੰ ਤਾਂ ਬੜਾ ਵੱਡਾ ਮਾਣ ਮਿਲਿਆ ਸੀ। ਇਸਤਰੀਆਂ ਦੇ ਵਿੱਚੋਂ, ਬੀਬੀਆਂ ਦੇ ਵਿੱਚੋਂ ਪਹਿਲੀ ਪ੍ਰਧਾਨ ਬਣੀ ਸੀ ਬੀਬੀ ਜਗੀਰ ਕੌਰ, ਤੇ ਉਹਨਾਂ ਨੂੰ ਉਹ ਮਾਣ ਸੰਭਾਲ ਕੇ ਰੱਖਣਾ ਚਾਹੀਦਾ ਸੀ। ਬਹੁਤ ਸਾਰੇ ਮੈਂਬਰ ਨੇ ਜਿਨ੍ਹਾਂ ਦਾ ਕੱਦ ਬੜਾ ਉੱਚਾ ਹੈ, ਲੇਕਿਨ ਉਹਨਾਂ ਨੂੰ ਇਹ ਮੌਕਾ ਨਹੀਂ ਕਦੀ ਮਿਲਿਆ। ਉਹ ਬਹੁਤ ਕੁਝ ਸੇਵਾ ਕਰਨਾ ਚਾਹੁੰਦੇ ਨੇ, ਲੇਕਿਨ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਬੀਬੀ ਜਗੀਰ ਕੌਰ ਉਸ ਵੇਲੇ ਚੋਣ ਲੜ ਰਹੇ ਨੇ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਉੱਪਰ ਬੀਜੇਪੀ ਕਬਜ਼ਾ ਕਰ ਚੁੱਕੀ ਹੈ, ਜਦੋਂ ਹਰਿਆਣੇ ਦੇ ਵਿੱਚ ਕਮੇਟੀ ਹੈ ਉਹਦੇ ਉੱਤੇ ਕਬਜ਼ਾ ਕਰ ਚੁੱਕੀ ਹੈ, ਤੇ ਹੁਣ ਸਿੱਖ ਕੌਮ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜਾ ਇਹੋ ਜਿਹਾ ਕੁਝ ਕਰਨਾ ਚਾਹੁੰਦੀਆਂ ਨੇ। ਉਹ ਬੀਬੀ ਜਗੀਰ ਕੌਰ ਨੂੰ ਉਹਨਾਂ ਦੇ ਹੱਥਾਂ ਵਿੱਚ ਨਹੀਂ ਸੀ ਖੇਡਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਕਈ ਐਸਜੀਪੀਸੀ ਮੈਂਬਰ ਉਹਨਾਂ ਨਾਲ ਕੰਟੈਕਟ ਜਿਹੜਾ ਕਰ ਰਹੇ ਆ ਬੀਜੇਪੀ ਦੇ ਕੁਝ ਸਿੱਖ ਚਿਹਰੇ? ਹੋ ਸਕਦਾ ਕਿ ਕੀਤਾ ਹੋਵੇ, ਪਰ ਬਹੁਤਾਤ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਖੜੇ ਕੀਤੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿੱਚ ਹੀ ਨਜ਼ਰ ਆ ਰਹੇ ਨੇ, ਤੇ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਰਿਜ਼ਲਟ ਆਵੇਗਾ ਉਹ ਧਾਮੀ ਸਾਹਿਬ ਦੇ ਹੱਕ 'ਚ ਹੀ ਆਵੇਗਾ। ਲਿਫਾਫਾ ਕਲਚਰ ਬੰਦ ਕਰਨਾ ਇਹ ਬੜਾ ਪ੍ਰਚਾਰਿਆ ਗਿਆ ਬੀਬੀ ਜਗੀਰ ਕੌਰ ਹੋਰਾਂ ਦੇ ਵੱਲੋਂ। ਬੀਬੀ ਆਪ ਵੀ ਲਿਫਾਫੇ 'ਚੋਂ ਨਿਕਲਦੇ ਰਹੇ। ਕਿਹੜਾ ਲਿਫਾਫਾ ਹੈ ਉਹ? ਕੋਈ ਲਿਫਾਫਾ ਵੱਖਰਾ ਥੋੜਾ ਸੀ ਜਿਹੜਾ ਬੀਬੀ ਲਈ ਸੀ ਤੇ ਅੱਜ ਕੋਈ ਉਹ ਪਾੜ ਦਿੱਤਾ ਗਿਆ। ਕੋਈ ਇਹੋ ਜਿਹੀ ਗੱਲ ਨਹੀਂ। ਇਹ ਜਿਹੜੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ ਇਹ ਆਪਣੇ ਆਪ ਕੰਟਰਾਡਿਕਸ਼ਨ, ਆਪਾ ਵਿਰੋਧੀ ਬਿਆਨ ਨੇ, ਕਿਉਂਕਿ ਤੁਸੀਂ ਉਸੇ ਪ੍ਰਕਿਰਿਆ ਵਿੱਚੋਂ ਆਪ ਲੰਘਦੇ ਰਹੇ ਹੋ। ਉਦੋਂ ਤੁਸੀਂ ਖੁਸ਼ੀ-ਖੁਸ਼ੀ ਸਵੀਕਾਰ ਕਰਦੇ ਰਹੇ ਹੋ, ਅੱਜ ਉਸ ਪ੍ਰਕਿਰਿਆ ਦੇ ਉਲਟ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ। ਤੁਹਾਨੂੰ ਕੀ ਲੱਗ ਰਿਹਾ ਹਰਜਿੰਦਰ ਸਿੰਘ ਧਾਮੀ ਨੂੰ ਹੀ ਜਿਹੜੀ ਆ ਉਹ ਬਹੁਮਤ? ਧਾਮੀ ਸਾਹਿਬ ਸ਼ਰੀਫ ਇਨਸਾਨ ਨੇ ਤੇ ਪਾਰਟੀ ਦੇ ਬਹੁਤਾਤ ਮੈਂਬਰਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਹੈ, ਤੇ ਸਾਰਿਆਂ ਨੇ ਇਸ ਗੱਲ ਦੇ ਉੱਤੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਧਾਮੀ ਸਾਹਿਬ ਹੀ ਦੁਬਾਰਾ ਕਾਰਜਕਾਲ ਲੈ ਕੇ ਦੇ ਵਿੱਚ ਆਉਣ ਤੇ ਹੋਰ ਕੰਮ ਚੰਗੇ ਹੋ ਸਕਦੇ। ਬਹੁਤ ਬਹੁਤ ਧੰਨਵਾਦ। ਸੋ ਇਸ ਸਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜਿਨ੍ਹਾਂ ਨੇ ਗੱਲਬਾਤ ਕੀਤੀ ਆ। ਸੋ ਤੁਸੀਂ ਦੇਖ ਰਹੇ ਹੋ ਇਸ ਵੇਲੇ ਇੱਥੇ ਗਹਿਮਾ ਗਹਿਮੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫਿਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਦੀਆਂ ਰੌਣਕਾਂ ਜਿਹੜੀਆਂ ਆ ਉਹ ਇੱਥੇ ਨਜ਼ਰ ਆ ਰਹੀਆਂ ਨੇ, ਜਿੱਥੇ ਜਦੋਂ ਵੀ ਪ੍ਰਧਾਨ ਦੀ ਚੋਣ ਹੁੰਦੀ ਆ ਉਦੋਂ ਇੱਥੇ ਸਾਰੇ ਸਕੱਤਰ ਜਿਹੜੇ ਆ ਉਹ ਵੀ ਪਹੁੰਚ ਜਾਂਦੇ ਆ। ਸਾਰਾ ਹੀ ਜਿੰਨਾ ਵੀ ਅਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆ ਉਹ ਸਾਰਾ ਪਹੁੰਚਦਾ ਆ, ਤੇ ਮੁਕਾਬਲਾ ਕਹਿ ਰਹੇ ਆ ਕਿ ਫਸਵਾਂ ਜਿਹੜਾ ਆ ਹੋਣ ਵਾਲਾ ਹੈ, ਕਿਉਂਕਿ ਜਿਹੜੀ ਧਿਰ ਜਿਹੜੇ ਪਾਸੇ ਨੂੰ ਝੁਕਾ ਰੱਖਦੀ ਆ ਉਹ ਤਾਂ ਇਹ ਕਹਿੰਦੀ ਆ ਕਿ ਹਾਂ ਇਹੀ ਉਮੀਦਵਾਰ ਜਿੱਤੇਗਾ, ਪਰ ਅੰਦਰ ਖਾਤੇ ਕਈ ਕੁਛ ਜਿਹੜਾ ਆ ਉਹ ਚੱਲ ਰਿਹਾ ਆ। ਇਹ ਰਿਪੋਰਟਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ, ਪਰ ਅੰਤ ਦੇ ਉੱਤੇ ਫੈਸਲਾ ਜਿਹੜੇ ਮੈਂਬਰ 157 ਜਿਨ੍ਹਾਂ ਨੇ ਵੋਟ ਜਿਹੜੀ ਆ ਉਹ ਦੇਣੀ ਹੈ, ਜਿਨ੍ਹਾਂ 'ਚੋਂ ਕਿਹਾ ਜਾ ਰਿਹਾ ਕਿ 152 ਜਾਂ 150 ਜ਼ਰੂਰ ਪਹੁੰਚਣਗੇ, ਸੋ ਉਹਨਾਂ ਨੇ ਹੀ ਜਿਹੜਾ ਆ ਉਹ ਨਿਰਧਾਰਿਤ ਬੀਬੀ ਜੀ ਪ੍ਰਧਾਨ ਬਣੇ ਸੀ ਜਾਂ ਜਿੰਨੇ ਵਾਰੀ ਪ੍ਰਧਾਨ ਬਣੇ, ਜੇ ਉਹਨਾਂ ਵੇਲੇ ਦਾ ਰਿਕਾਰਡ ਕੱਢ ਲਓ ਤੇ ਐਂ ਇੱਕ ਦਿਨ ਪਹਿਲਾਂ ਮੀਟਿੰਗ ਹੁੰਦੀ ਹੈ ਤੇ ਬੀਬੀ ਜੀ ਵਰਗੇ ਜਿਵੇਂ ਮੈਂ ਅੱਜ ਤੁਹਾਡੇ ਸਾਹਮਣੇ ਮੁਖਾਤਬ ਹੋ ਰਿਹਾ, ਉਹ ਬੜੇ ਮਾਣ ਸਤਿਕਾਰ ਨਾਲ ਮੁਖਾਤਬ ਹੋ ਕੇ ਦਾਅਵਾ ਕਰਦੇ ਹੁੰਦੇ ਸੀ ਕਿ ਅਸੀਂ ਵੱਡੀਆਂ ਵੋਟਾਂ ਨਾਲ ਜਿੱਤਾਂਗੇ। ਇਸ ਕਰਕੇ ਕੋਈ ਨਵੀਂ ਪਿਰਤ ਕੋਈ ਨਹੀਂ ਹੈ। ਨਵੀਂ ਪਿਰਤ ਬੀਬੀ ਜੀ ਕਰਕੇ ਜਾਂ ਵਿਰੋਧੀਆਂ ਦੀ ਮੰਗ ਤੇ ਜਾਂ ਤੁਹਾਡੇ ਸਾਰੇ ਸੱਜਣਾਂ ਦੇ ਵੱਲੋਂ ਆਵਾਜ਼ ਉਠਾਉਣ ਤੇ ਇੱਕ ਪਾਈ ਹੈ ਕਿ ਪ੍ਰਧਾਨ ਦਾ ਉਮੀਦਵਾਰ ਹੀ ਪਹਿਲਾਂ ਲਾਂਤਾ, ਔਰ ਉਹ ਪ੍ਰਧਾਨ ਸ਼ਖਸੀਅਤ ਐਸੇ ਨੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਕਿ ਇੱਕ ਇਮਾਨਦਾਰੀ ਦੇ ਮੁਜੱਸਮਾ ਨੇ, ਤਿਆਗ ਦੀ ਮੂਰਤੀ ਹੈ। ਅੱਜ ਸ਼ਾਇਦ ਤੁਹਾਡੇ ਚੋਂ ਵੀ ਜਾਂ ਪੰਜਾਬ ਦੀ ਜਨਤਾ ਨੂੰ ਕਈਆਂ ਨੂੰ ਨਹੀਂ ਪਤਾ ਹੋਣਾ, 15 ਸਾਲ ਪਹਿਲਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਜਿਹੜੀ ਹੈ ਇਹ ਗੁਰੂ ਧਾਮਾਂ ਦੀ ਸੇਵਾ ਬਖਸ਼ਣ ਲੱਗੇ, ਮੈਂਬਰ ਚਾਹੁੰਦੇ ਆ ਕਿ ਤੁਹਾਡੇ ਵਰਗਾ ਪੜ੍ਹਿਆ ਲਿਖਿਆ ਕੋਈ ਪ੍ਰਧਾਨ ਬਣੇ। ਉਹਨਾਂ ਨੇ ਖੁਦ ਜਵਾਬ ਦਿੱਤਾ ਸੀ ਕਿ ਮੈਨੂੰ ਹਲੇ ਤਜਰਬੇ ਦੀ ਲੋੜ ਹੈ। ਫਿਰ ਉਸ ਤੋਂ ਬਾਅਦ ਚੀਫ ਸੈਕਟਰੀ ਬਣੇ, ਜਨਰਲ ਸੈਕਟਰੀ ਬਣੇ, ਪਿਛਲੇ ਸਾਲ ਦੇ ਪ੍ਰਧਾਨ ਹੈ। ਔਰ ਮੈਂ ਇੱਕ ਗੱਲ ਅੱਜ ਫਖਰ ਨਾਲ ਕਹਿ ਸਕਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਵੀ ਵੋਟਾਂ ਜਿਹੜੀਆਂ ਉਹ ਧਾਮੀ ਸਾਹਿਬ ਨੂੰ ਪੈਣਗੀਆਂ। ਇਸੇ ਕਰਕੇ ਮੈਂ ਇੰਨਾ ਕੌਨਫੀਡੈਂਟ ਹਾਂ। ਮੈਂ ਤਾਂ ਹੀ ਇਸੇ ਕਰਕੇ ਹੀ ਮੈਂ ਕਹਿ ਰਿਹਾ ਕਿ ਬੀਬੀ ਜਗੀਰ ਕੌਰ ਜੀ 122 ਵੋਟਾਂ ਨਾਲ ਪ੍ਰਧਾਨ ਬਣੇ ਸੀ ਜਦੋਂ ਪਾਰਟੀ ਵੱਲੋਂ ਬਣੇ ਸੀ।
ਉਹਨਾਂ ਤੋਂ ਵੱਧ ਵੋਟਾਂ ਲੈ ਕੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਬਣਨਗੇ। ਲਾਲਪੁਰਾ ਸਾਹਿਬ ਤੇ ਇੱਕ ਇਲਜ਼ਾਮ ਲੱਗ ਰਿਹਾ ਹੈ ਕਿ 20-25 ਲੱਖ ਦਾ ਜਿਹੜਾ ਆਫਰ ਦਿੱਤਾ ਜਾ ਰਿਹਾ ਸਿਰਸਾ ਸਾਹਿਬ ਵੱਲੋਂ ਵੀ ਦਿੱਤਾ ਜਾ ਰਿਹਾ, ਇਸ ਨੂੰ ਕਿਵੇਂ ਦੇਖ ਰਹੇ ਹੋ? ਦੂਜੇ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਨੇ ਖੁੱਲੇ ਤੌਰ ਦੇ ਉੱਤੇ ਸਿੱਧੇ ਤੌਰ ਤੇ ਬੀਬੀ ਜੀ ਨੂੰ ਥਾਪੜਾ ਦੇ ਰਹੇ ਨੇ। ਦੇਖੋ, ਮੁੱਖ ਮੰਤਰੀ ਨੇ ਮੀਟਿੰਗਾਂ ਕੀਤੀਆਂ, ਮੁੱਖ ਮੰਤਰੀ ਨੇ ਮੈਂਬਰ ਹਰਿਆਣੇ ਦੇ ਕੁਛ ਨਾ ਕੁਛ ਤੋੜਨ ਦੇ ਵਿੱਚ ਕਾਮਯਾਬ ਵੀ ਹੋਏ। ਉਹਨਾਂ ਨੂੰ ਇਹ ਵੀ ਦਿਖਾਇਆ ਕਿ ਤੁਹਾਨੂੰ ਨਵੀਂ ਕਮੇਟੀ ਦੇ ਵਿੱਚ ਅਸੀਂ ਮੈਂਬਰ ਪਾਵਾਂਗੇ, ਕੋਈ ਇਤਰਾਜ਼ ਨਹੀਂ। ਜੇ ਉਹਨਾਂ ਨੇ ਪਾਰਟੀਬਾਜ਼ੀ ਦੇ ਤੌਰ ਤੇ ਲਿਆ ਤੇ ਅਸੀਂ ਇਹਨੂੰ ਚੈਲੰਜ ਦੇ ਤੌਰ ਤੇ ਲਿਆ, ਔਰ ਗੁਰੂ ਰਾਮਦਾਸ ਜੀ ਸਾਡੇ ਤੇ ਕਿਰਪਾ ਕਰਨਗੇ। ਪਰ ਮੈਂ ਖੱਟਰ ਸਾਹਿਬ ਹੋਣ, ਲਾਲਪੁਰਾ ਸਾਹਿਬ ਹੋਣ, ਸਿਰਸਾ ਸਾਹਿਬ ਹੋਣ, ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹ ਕਿੰਨਾ ਕੁ ਜਾ ਕੇ ਕਿਸੇ ਨਾਗਪੁਰ ਦੇ ਮੰਦਰਾਂ ਦੀ ਚੋਣ 'ਚ ਹਿੱਸਾ ਲੈਂਦੇ ਆ, ਕਿੰਨਾ ਕੁ ਜਾ ਕੇ ਕਿਸੇ ਹੋਰ ਮੰਦਰਾਂ ਦੇ ਚੋਣ ਦੇ ਵਿੱਚ ਹਿੱਸਾ ਲੈਂਦੇ ਆ। ਇਸ ਕਰਕੇ ਮੇਰੀ ਬੇਨਤੀ ਹੈ, ਧਰਮ ਹਰੇਕ ਬੰਦੇ ਨੂੰ ਆਪਣਾ ਪਿਆਰਾ ਹੈ, ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਬਾਕੀ ਪਾਰਟੀਆਂ ਨੂੰ, ਸਾਰਿਆਂ ਨੂੰ, ਕਿ ਜਦੋਂ ਜਰਨਲ ਚੋਣਾਂ ਹੋਈਆਂ ਲੜ ਲਿਓ, ਮੈਂਬਰ ਖੜੇ ਕਰ ਲਿਓ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੈ, ਤੁਸੀਂ ਇਹਨਾਂ ਨੂੰ ਕਿਸੇ ਦੀ ਮਜਬੂਰੀ ਬਸ ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਕਿਸੇ ਤਰੀਕੇ, ਇਹ ਮੈਂ ਸਮਝਦਾ ਕਿ ਅੱਜ ਤੋਂ ਵਰਤਾਰਾ ਨਹੀਂ ਚੱਲਿਆ। ਇਹ ਇੰਦਰਾ ਗਾਂਧੀ ਤੋਂ ਸ਼ੁਰੂ ਹੋਇਆ ਸੀ, ਗਿਆਨੀ ਜੈਲ ਸਿੰਘ ਜੀ ਨੇ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਸਭ ਨੇ ਜ਼ੋਰ ਲਾ ਕੇ ਦੇਖ ਲਿਆ। ਪਰ ਇਹ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਬੜੀ ਵੱਡੀ ਸ਼ਕਤੀ ਹੈ। ਜਿਹਨੇ ਵੀ ਇਹਦੇ ਵੱਲ ਨੂੰ ਉਂਗਲ ਚੁੱਕੀ ਹੈ ਜਾਂ ਜਿਹਨੇ ਵੀ ਇਹ ਤੋਂ ਖੋਹਣ ਦੀ ਸੇਵਾ ਕੋਸ਼ਿਸ਼ ਕੀਤੀ ਹੈ, ਗੁਰੂ ਰਾਮਦਾਸ ਜੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਬੜੀ ਕਿਰਪਾ ਰੱਖੀ ਹੈ। ਔਰ ਅੱਜ ਵੀ ਜਦੋਂ ਤੁਹਾਡੇ ਕੈਮਰੇ ਵੋਟਾਂ ਤੋਂ ਬਾਅਦ ਕਵਰ ਕਰਨਗੇ ਤੇ ਇੱਕ ਇਤਿਹਾਸ ਸਿਰਜਿਆ ਜਾਏਗਾ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਤਕੜਾ ਹੋ ਕੇ ਨਿਕਲੇਗਾ। ਜਿੱਤ ਦੀਆਂ ਲੈ ਕੇ ਆਈ ਹੋਈ ਉਹ ਝੰਡੇ ਤੇ ਫਿਰ ਖੁਸ਼ੀ ਹੋਈਦਾ। ਬਿਲਕੁਲ, ਜਿੱਤ ਦਾ ਐਲਾਨ ਪਹਿਲਾਂ ਹੀ ਹੁੰਦਾ। ਖਿਡਾਰੀ ਨੂੰ ਪਤਾ ਹੁੰਦਾ ਕਿ ਅਸੀਂ ਗੇਮ ਕਿਵੇਂ ਖੇਡਣੀ ਹੈ। ਤੁਹਾਡਾ ਹਿੱਸਾ ਰਹੇ ਨੇ, ਤੁਹਾਡੀਆਂ ਪੂਰੀਆਂ ਰਣਨੀਤੀਆਂ ਤੋਂ ਵਾਕਫ ਨੇ ਬੀਬੀ ਜਗੀਰ ਕੌਰ। ਇਸੇ ਵਾਸਤੇ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਿੰਨੀ ਕੁ ਸ਼ਕਤੀ ਆ, ਤੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿੰਨੀ ਵੱਡੀ ਸ਼ਕਤੀ ਰੱਖਦਾ। ਤੇ ਕੋਈ ਕਾਰਨ ਹੀ ਨਹੀਂ, ਬੀਬੀ ਜੀ ਨੇ ਬਹੁਤ ਵੱਡੀ, ਮੈਂ ਸਮਝਦਾ ਕਿ ਸਿਆਸੀ ਗਲਤੀ ਕੀਤੀ ਆ, ਜਿਹੜੀ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ। ਕਿਉਂਕਿ ਇੱਕ ਤਾਂ ਉਹਨਾਂ ਨੂੰ ਮਾਣ ਸਨਮਾਨ ਬੜੇ ਵੱਡੇ ਦਿੱਤੇ ਗਏ, ਉਹਨਾਂ ਨੂੰ ਬੜੇ ਵੱਡੇ ਰੁਤਬੇ ਦਿੱਤੇ ਗਏ। ਇਕੱਲਾ ਸ਼੍ਰੋਮਣੀ ਕਮੇਟੀ ਵਿੱਚ ਹੀ ਦੇਖਿਆ ਜਾਵੇ ਤਾਂ 4 ਵਾਰੀ ਪ੍ਰਧਾਨ ਰਹਿ ਗਏ। ਸ਼੍ਰੋਮਣੀ ਅਕਾਲੀ ਦਲ ਵਿੱਚ 2 ਵਾਰ ਐਮਐਲਏ ਜਿੱਤੇ, 1 ਵਾਰ ਕੈਬਨਿਟ ਮੰਤਰੀ ਬਣੇ। ਉਸ ਤੋਂ ਬਾਅਦ ਅੱਜ ਸਭ ਤੋਂ ਵੱਡੀ ਜਿਹੜੀ ਤਾਕਤ ਹੁੰਦੀ ਆ ਪਾਰਟੀ ਦੀ, ਉਹ ਇਸਤਰੀ ਵਿੰਗ ਦੇ 50 ਲੱਖ ਤੋਂ ਉੱਪਰ ਬੀਬੀਆਂ ਜਿਹੜੀਆਂ ਉਸ ਦੀਆਂ ਮੈਂਬਰ ਹੋ ਸਕਦੀਆਂ ਜੇ ਬੀਬੀ ਜੀ ਪ੍ਰਧਾਨਗੀ ਆਪਣੀ ਚਲਾਉਣ, ਤੇ ਉਹ ਪ੍ਰਧਾਨਗੀ ਉਹਨਾਂ ਦੇ ਕੋਲ ਹੈ। ਬਹੁਤ ਵੱਡੇ ਰੁਤਬੇ ਆ। ਦੂਜੀ ਗੱਲ ਹੁੰਦੀ ਹੈ ਕਿ ਜਿਹੜੀਆਂ ਗੱਲਾਂ ਦੇ ਉਹਨਾਂ ਨੇ ਮੁੱਦਾ ਬਣਾਇਆ ਲਿਫਾਫੇ ਤੋਂ ਬੀਬੀ 1 ਸਾਲ ਪਹਿਲਾਂ ਖੁਦ ਪ੍ਰਧਾਨ ਸੀਗੇ, ਉਹੀ ਮੁੱਦਾ ਸੀ। ਜੇ ਲਿਫਾਫਿਆਂ ਵਿੱਚ ਕੋਈ ਪ੍ਰੋਬਲਮ ਹੁੰਦੀ ਤਾਂ ਜਦੋਂ ਹਾਊਸ ਵਿੱਚ ਲਿਫਾਫਾ ਜਾਂਦਾ ਸੀ ਮੈਂਬਰ ਵਿਰੋਧ ਕਰ ਦਿੰਦੇ। ਜੇ ਮੈਂਬਰਾਂ ਨੂੰ ਕੋਈ ਗੱਲ ਤਾਂ ਮੈਂਬਰਾਂ ਦੇ ਇਤਰਾਜ਼ ਦੀ ਆ, ਦੁਨੀਆ ਦੀ ਇਤਰਾਜ਼ ਦੀ ਗੱਲ ਛੱਡੋ। ਲੋਕਾਂ ਤੇ ਇੱਕ ਮੁੱਦਾ ਬਣਾਉਣਾ ਪਤਾ ਨਹੀਂ ਹੁੰਦਾ, ਲੋਕਾਂ ਨੂੰ ਗੁੰਮਰਾਹ ਕਰ ਦਿੰਦੇ, ਨਿੱਕੀ ਗੱਲ ਦਾ ਛੁੱਲੀ ਛੱਡ ਦਿਓ, ਲੋਕ ਇਹ ਕੀ ਹੋ ਗਿਆ। ਫਿਰ ਜੇ ਬੀਬੀ ਦਾ ਨਾਂ ਜੇ ਇਸ ਲਿਫਾਫੇ 'ਚੋਂ ਐਰਕਾ ਨਿਕਲ ਜਾਂਦਾ ਤੇ ਕੋਈ ਇਤਰਾਜ਼ ਨਹੀਂ ਸੀ। ਫਿਰ ਲਿਫਾਫਾ ਬਹੁਤ ਵਧੀਆ ਸੀ। ਉਹ ਲਿਫਾਫਾ ਦਾ ਮੈਨੂੰ ਲੱਗਦਾ ਜਿਵੇਂ ਮੈਂ ਕਿਹੜਾ ਦੱਸਿਆ ਕਿਹੜਾ ਲਿਫਾਫਾ ਬਣ ਜਾਣਾ ਸੀ। ਬੀਬੀ ਜੀ ਕਹਿ ਰਹੇ ਕਿ ਸੋਚ ਸਮਝ ਕੇ ਜਿਹੜੇ ਵੋਟ ਪਾਉਣ ਆਪਣੇ ਮੈਂਬਰ ਇਹ ਕੀ ਸੋਚਣ, ਉਹ ਵੀ ਤਾਂ ਦੱਸਣਾ ਬੀਬੀ ਜੀ ਕਿਸ ਗੱਲ ਤੇ ਸੋਚ ਸਮਝ ਕਰਨ। ਸ਼੍ਰੋਮਣੀ ਕਮੇਟੀ ਤਾਂ ਉੱਥੇ ਖੜੀ ਹੈ, ਸ਼੍ਰੋਮਣੀ ਕਮੇਟੀ ਦੇ ਸਿਧਾਂਤ ਦੀ ਗੱਲ ਕਰੋ, ਕੋਈ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦੀ ਗੱਲ ਕਰੋ। ਸਰਦਾਰ ਹਰਜਿੰਦਰ ਸਿੰਘ 1 ਸਾਲ ਦੀਆਂ ਕੀ ਮੁੱਖ ਉਪਲਬਧੀਆਂ ਮੰਨਦੇ ਹੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ? ਦੇਖੋ, ਧਾਮੀ ਸਾਹਿਬ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਉਹਨੇ ਸ਼੍ਰੋਮਣੀ ਕਮੇਟੀ ਨੂੰ ਇਕੱਠਿਆ ਰੱਖਿਆ ਤੇ ਕਿਸੇ ਕਿਸਮ ਦੀ ਕੰਟਰੋਵਰਸੀ ਤੋਂ ਸ਼੍ਰੋਮਣੀ ਕਮੇਟੀ ਨੂੰ ਬਚਾ ਕੇ ਰੱਖਿਆ। ਸ਼੍ਰੋਮਣੀ ਕਮੇਟੀ ਕਿਸੇ ਕੰਟਰੋਵਰਸੀ ਦਾ ਸ਼ਿਕਾਰ ਨਹੀਂ ਹੋਈ। 1 ਸਾਲ ਦੇ ਵਿੱਚ ਕਿਤੇ ਕੋਈ ਜਿੰਨੀਆਂ ਧਿਰਾਂ ਸਾਡੇ ਤੋਂ ਨਾਰਾਜ਼ ਹੋ ਕੇ ਬੈਠੀਆਂ ਸੀ, ਸਾਡਾ ਮਹਾਂਪੁਰਸ਼ ਸੰਤ ਮਹਾਤਮਾ ਸੰਤ ਸਮਾਜ, ਉਹ ਬਿਲਕੁਲ ਪਿਛਲੇ 1 ਸਾਲ ਪਹਿਲਾਂ ਸਾਡੇ ਤੋਂ ਪਾਸੇ ਬੈਠਾ ਸੀ। ਲੇਕਿਨ ਉਹ ਇਸ ਵੇਲੇ ਸਾਰਾ ਜਿਹੜੇ ਵਰਗ ਆ, ਵੱਖ-ਵੱਖ ਵਰਗ ਆ ਪਾਉਂਦੇ, ਧਾਮੀ ਸਾਹਿਬ ਦੀ ਅਗਵਾਈ 'ਚ ਸਾਰੇ ਇਕੱਠੇ ਹੋਏ ਆ। ਇੱਥੋਂ ਤੱਕ ਇਹ ਬਹੁਤ ਵੱਡੀ ਗਿਣਤੀ 'ਚ ਵਿਰੋਧੀ ਮੈਂਬਰ ਜਿਹੜੇ ਧਾਮੀ ਸਾਹਿਬ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸੁਰਜੀਤ ਸਿੰਘ ਜੀ ਭਿੱਟੇਵੱਡ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਿੱਟੇਵੱਡ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਿੱਟੇਵੱਡ ਸਾਹਿਬ, ਕਿਵੇਂ ਦੇਖ ਰਹੇ ਹੋ ਅੱਜ ਦੀ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਪ੍ਰਧਾਨ ਦੀ? ਤੇ ਪਹਿਲੀ ਵਾਰ ਐਵੇਂ ਹੋਇਆ ਹੈ ਕਿ ਪਹਿਲੋਂ ਅਨਾਉਂਸ ਕੀਤਾ ਗਿਆ ਹੈ ਪ੍ਰਧਾਨ ਨੂੰ। ਜੇਕਰ ਇਹ ਪਹਿਲਾਂ ਵੀ ਇਦਾਂ ਹੁੰਦਾ ਰਹਿੰਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ, ਜਾਂ ਫਿਰ ਜਿਵੇਂ ਦੀਆਂ ਗੱਲਾਂ ਬੀਬੀ ਜੀ ਕਰ ਰਹੇ ਉਹਦੇ ਪਿੱਛੇ ਕਾਰਨ ਕੋਈ ਹੋਰ ਆ? ਵੇਖੋ ਜੀ, ਕੋਈ ਜਿਸ ਤਰ੍ਹਾਂ ਅੱਗੇ ਇਲੈਕਸ਼ਨ ਹੁੰਦੀ ਹੈ ਜੀ ਪ੍ਰੋਸੈਸ ਸੇਮ ਹੀ ਆ, ਕੋਈ ਖਾਸ ਫਰਕ ਨਹੀਂ। ਬੀਬੀ ਜੀ ਨੂੰ ਨੇ ਇਸ ਗੱਲ ਨੂੰ ਮਤਲਬ ਉਹਨੇ ਮਹਿਸੂਸ ਕੀਤਾ ਵੀ ਮੈਂ ਵੀ ਕੈਂਡੀਡੇਟ ਆ, ਤੇ ਠੀਕ ਹੈ, ਪਾਰਟੀ ਨੂੰ ਗੱਲ ਕੀਤੀ, ਪਾਰਟੀ ਉਹਦੀ ਗੱਲ ਸੁਣ ਕੇ ਪਾਰਟੀ ਨੇ ਜੇ ਪਾਰਟੀ ਉਹਨੂੰ ਕੈਂਡੀਡੇਟ ਬਣਾ ਦਿੰਦੀ ਤੇ ਵਧੀਆ ਸੀ, ਅਸੀਂ ਨਹੀਂ ਉਹਨੂੰ ਮਾੜਾਂਦੇ। ਪਰ ਪਾਰਟੀ ਨੇ ਜੇ ਕੈਂਡੀਡੇਟ ਉਹਨੂੰ ਨਹੀਂ ਬਣਾਇਆ, ਪਾਰਟੀ ਨੇ ਕਿਹਾ ਵੀ 4 ਵਾਰਾਂ ਤੁਹਾਨੂੰ ਬਣਾਇਆ, ਤੁਸੀਂ ਹੌਸਲਾ ਕਰੋ, ਜੇ ਫੇਰ ਕਿਤੇ ਵਾਰੀ ਆਜੂ। ਪਰ ਬੀਬੀ ਜੀ ਨੇ ਕਿਹਾ ਹਮ ਹੈ ਨਹੀਂ। ਪਰ ਬੀਬੀ ਜੀ ਦੇ ਪਿੱਛੇ ਤਾਕਤਾਂ ਹੋਰ ਸਨ।
ਠੀਕ ਹੈ ਜੀ। ਤੇ ਉਹ ਜਿਹੜਾ ਤੁਸੀਂ ਅਨਾਉਂਸ ਗੱਲ ਦੀ ਗੱਲ ਕਰਦੇ, ਜੇ ਅਨਾਉਂਸ ਕਰਨਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਆ। ਪਰ ਜੇ ਪਾਰਟੀ 'ਚ ਫੈਸਲਾ, ਅੱਜ ਦੀ ਸਰਕਾਰ ਬਣੀ ਆਪਦੀ, 92 ਵਿਧਾਇਕ ਨੇ, ਇੱਕੋ ਬੰਦੇ ਦਾ ਨਾਂ ਅਨਾਉਂਸ ਕੀਤਾ ਉਹਨਾਂ ਨੇ ਵੀ ਸਾਡਾ ਮੁੱਖ ਮੰਤਰੀ ਜਿਹੜਾ ਉਹ ਭਗਵੰਤ ਮਾਨ ਹੋਊਗਾ। ਪਾਰਟੀ ਨੇ ਕੀਤਾ ਨਾ, ਉਹਨਾਂ ਦੀ ਸੀਨੀਅਰ ਲੀਡਰਸ਼ਿਪ ਨੇ। ਤਾਂ ਲੀਡਰਸ਼ਿਪ ਨੇ ਕਰਤਾ ਅਨਾਉਂਸ, ਠੀਕ ਹੈ, ਸਾਰਿਆਂ ਨੂੰ ਉੱਥੇ ਮੋਹਰ ਲਾਤੀ, ਓਕੇ ਜੀ। ਤੇ ਜੇ ਉਹ ਆਂਦੇ ਵੀ ਮੁੱਖ ਮੰਤਰੀ ਜਿਹਨੇ ਬਣਨਾ ਆ ਜਾਓ, ਤੇ ਮੈਨੂੰ ਮੈਂ ਤਾਂ 92 ਆ ਜਾਂਦੇ। ਸੋ ਇਸ ਕਰਕੇ ਇਹ ਜਿਹੜਾ ਪ੍ਰੋਸੈਸ ਆ ਇਸੇ ਤਰ੍ਹਾਂ ਚੱਲਦਾ। ਜੇ ਬੀਬੀ 4 ਵਾਰਾਂ ਲਿਫਾਫੇ 'ਚੋਂ ਨਿਕਲੀ ਆ, ਤੇ ਮੈਂ ਵਾਅਦੇ ਨਾਲ ਕਹਿ ਸਕਦਾ ਵੀ ਉੱਥੇ ਹਰ ਵਾਰ ਹੀ ਚੋਣ ਹੋਈ ਆ ਬੀਬੀ ਜੀ ਦੀ ਪਿਛਲੇ ਸਾਲ ਵੀ ਚੋਣ ਹੋਈ ਆ। ਜਦੋਂ ਪਿਛਲੇ ਬੀਬੀ ਜੀ ਆਏ ਆ, ਉਹਨਾਂ ਨੇ ਵੋਟਾਂ ਪਾਈਆਂ ਨੇ। ਜਦੋਂ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਹਾਂ ਉੱਥੇ, ਉਹਦਾ ਤਾਇਦ ਮਜੀਦ ਹੁੰਦੀ ਆ, ਪੁੱਛਿਆ ਜਾਂਦਾ ਵੀ ਹੋਰ ਕਿਸੇ ਨੇ ਚੋਣ ਲੜਨੀ ਆ। ਜਦੋਂ ਕੋਈ ਵਿਰੋਧੀ ਆਇਆ ਚੋਣ ਲੜਦਾ, ਤੇ ਬਿਲਕੁਲ ਵੋਟਾਂ ਪੈਂਦੀਆਂ। ਪ੍ਰੋਸੈਸ ਉਹੀ ਆ, ਪਰ ਇਹਨੂੰ ਉਭਾਰਿਆ ਜਾ ਰਿਹਾ। ਔਰ ਪਿੱਛੋਂ ਤਾਕਤਾਂ ਬੈਠੀਆਂ ਜਿਹੜੀਆਂ ਹੁਣ ਧੱਕਾ ਲਾ ਰਹੀਆਂ ਵੀ ਤਗੜੀ ਹੋ ਜਾ, ਅਸੀਂ ਤੇਰੇ ਨਾਲ ਹੀ। ਨਾ ਵੋਟ ਕਾਂਗਰਸ ਦੀ, ਨਾ ਬੀਜੇਪੀ ਦੀ, ਤੇ ਨਾ ਆਪ ਦੀ। ਤਿੰਨਾਂ ਤੋਂ ਕੋਈ ਵੋਟ ਹੈਗੀ ਆ? ਕੋਈ ਵੋਟ ਨਹੀਂ। ਪਰ ਉਹਨਾਂ ਨੂੰ ਇਸ ਗੱਲ ਹੀ ਸਕਾਰਿਆ ਜਾ ਰਿਹਾ। ਮੈਂਬਰਾਂ ਦੇ ਨਾਲ ਵੀ ਕੰਟੈਕਟ ਕਹਿੰਦੇ ਹੋ ਰਹੇ ਆ, ਤੁਹਾਡੇ ਨਾਲ ਵੀ ਹੋਇਆ ਸੀ। ਤੁਹਾਡਾ ਇੱਕ ਲਾਈਵ ਰਾਤੀ ਵੀ ਅਸੀਂ ਦੇਖਿਆ, ਜਿਹੜਾ ਤੁਸੀਂ ਕਿਹਾ ਕਿ ਇਦਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਬਿਲਕੁਲ ਜੀ। ਮੈਂ ਦਰਅਸਲ ਜਦੋਂ ਮੇਰੇ ਕੋਲ ਆਇਆ, ਉਹ ਮੈਂ ਉਹਨੂੰ ਵਧੀਆ ਇਨਸਾਨ ਗਿਣਦਾ ਵੀ ਠੀਕ ਸੀ। ਉਹ ਬੜਾ ਫੈਡਰੇਸ਼ਨ 'ਚ ਰਿਹਾ ਸਾਡੇ ਨਾਲ, ਫਿਰ ਉਹ ਅਕਾਲੀ ਦਲ 'ਚ ਰਿਹਾ ਸਾਡੇ ਨਾਲ, ਫਿਰ ਉਹ ਆਪਣਾ ਦਮਦਮੀ ਟਕਸਾਲ ਨਾਲ ਰਿਹਾ, ਫਿਰ ਉਹ ਕਾਂਗਰਸ ਚਲਾ ਗਿਆ ਜਿਹਨੇ ਹਰਮੰਦਰ ਸਾਹਿਬ ਢਾਇਆ, ਠੀਕ ਹੈ ਨਾ। ਫਿਰ ਉਹਦੇ ਤੋਂ ਬਾਅਦ ਬੀਜੇਪੀ 'ਚ ਚਲਾ ਗਿਆ, ਜਿਹੜੀ RSS ਸਾਨੂੰ ਮਾਰਨ ਦਾ ਕੰਮ ਕਰ ਰਹੀ ਹੈ। ਤੇ ਫਿਰ ਮੇਰੇ ਮਨ 'ਚ ਮਹਿਸੂਸ ਹੋਇਆ ਵੀ ਜੇ ਇਹੋ ਜਿਹੇ ਇਨਸਾਨ ਆ ਕੇ, ਇਹੋ ਜਿਹੇ ਸਾਡੇ ਛੋਟੇ ਵੀਰ ਆ ਕੇ ਸਾਨੂੰ ਇਸ ਪਾਸੇ ਨੂੰ ਤੋਰਨਗੇ, ਤੇ ਫਿਰ ਸਾਨੂੰ ਕੋਈ ਜਵਾਬ ਤੇ ਦੇਣਾ ਚਾਹੀਦਾ। ਤਾਂ ਇਹ ਗੱਲ ਬਣੀ, ਔਰ ਉਹ ਗੱਲ ਸਾਫ਼ ਹੋਈ ਪੈਸਿਆਂ ਦੀ ਵੀ ਤੇ ਬੀਜੇਪੀ ਦੀ ਵੀ। ਅੱਜ ਹਰਿਆਣੇ 'ਚ ਕੀ ਹੋ ਰਿਹਾ? ਹਰਿਆਣੇ 'ਚ ਉਹ ਝਿੰਡੇ ਨੂੰ ਅਗਲਾ ਸੱਦ ਕੇ ਮੀਟਿੰਗ ਕਰਕੇ ਉਹਨਾਂ ਕੇ ਸਾਨੂੰ ਵੋਟਾਂ ਪਾਓ। ਖੱਟਰ ਦਾ ਕੀ ਕੰਮ ਆ? ਸਾਡੇ ਇੱਥੇ ਆਣ ਕੇ ਵੋਟਾਂ ਪਾਉਣ ਦਾ ਕੋਈ ਕੰਮ ਹੈਗਾ? ਪਰ ਸਰਕਾਰਾਂ ਜਿਹੜੀਆਂ ਇਸ ਕੰਮ ਤੇ ਲੱਗੀਆਂ, ਕਿ ਪੰਥਕੋਂ ਪਹਿਲਾਂ ਸਾਡੀਆਂ ਸੰਸਥਾਵਾਂ, ਪਟਨਾ ਸਾਹਿਬ ਉਹਦਾ ਬੋਰਡ ਬਣਾਤਾ, ਫਿਰ ਨੰਦੇੜ ਸਾਹਿਬ ਦਾ ਬੋਰਡ ਬਣ ਗਿਆ, ਤੇ ਹੁਣ ਹਰਿਆਣੇ ਦਾ ਬੋਰਡ ਬਣ ਜਾਣਾ, ਠੀਕ ਹੈ ਜੀ। ਉਹ ਨੋਮੀਨੇਸ਼ਨ ਕਰ ਰਹੇ, ਉੱਥੇ ਉਹ ਚੋਣ ਨਹੀਂ ਕਰਾ ਰਹੇ, ਨੋਮੀਨੇਸ਼ਨ ਕਰ ਰਹੇ। ਤੇ ਨੋਮੀਨੇਸ਼ਨ ਕਿੰਨੇ ਆਉਣਾ? ਉਹਨਾਂ ਹੀ ਆਉਣਾ। ਇਹ ਨਾ ਝਿੰਡਾ ਸੋਚੀ ਸਮਝੀ ਸਾਜ਼ਿਸ਼ ਹੈ, ਤੇ ਇਸੇ ਸਾਜ਼ਿਸ਼ ਅਧੀਨ ਉਹ ਇਹ ਵੀ ਕਰਨਾ ਚਾਹੁੰਦੇ। ਪਰ ਸਿੱਖ ਪੰਥ ਨੇ ਇਹ ਗੱਲ ਮੰਨਣੀ ਨਹੀਂ, ਇਹ ਸਾਨੂੰ ਪੁੱਠੇ ਪਾਸੇ ਨੂੰ ਤੋਰ ਰਿਹਾ। ਸੋ ਇਸ ਕਰਕੇ ਇਹ ਗੱਲਾਂ ਤਾਂ ਸਾਹਮਣੇ ਆਈਆਂ ਸੀ। ਤੇ ਇੱਕ ਮੈਂ ਉਹਨਾਂ ਨੂੰ ਇੱਕ ਅੱਗੇ ਵੀ ਕਿਹਾ ਆ ਵੀ ਇੱਥੇ ਜਿਹੜੇ ਸਾਡੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਪੰਥਕ ਨੇ, ਨਿਤਨੇਮ ਕਰਦੇ ਆ, ਰੋਜ਼ ਬਾਣੀ ਪੜ੍ਹਦੇ ਆ, ਤੇ ਗੁਰੂ ਦੀ ਸੇਵਾ। ਇੱਥੇ ਕੋਈ ਤਨਖਾਹ ਨਹੀਂ ਲੈਂਦਾ ਮੈਂਬਰ, ਸੇਵਾ ਕਰਨੀ ਆਉਂਦੇ ਆ। ਲੋਕਾਂ ਚੁਣ ਕੇ ਭੇਜਿਆ, ਲੋਕਾਂ ਦੇ ਜਵਾਬ ਦੇ ਆ, ਤੇ ਇੱਥੇ ਕਿਸੇ ਨੇ ਪੈਸੇ ਨਹੀਂ ਲੈਣੇ। ਇੱਥੇ ਇਹੋ ਜਿਹੀ ਗੱਲ ਨਹੀਂ ਕੋਈ ਪੈਸੇ ਨਾਲ ਵੇਖ ਕੇ ਵੋਟ ਪਾ ਦੂਗਾ। ਸੋ ਇਸ ਕਰਕੇ ਅੱਜ ਦੀ ਜਿਹੜੀ ਚੋਣ ਆ, ਇਸ ਚੋਣ 'ਚ ਸਾਫ਼ ਤੇ ਸਪਸ਼ਟ ਹੋ ਜਾਣਾ ਵੀ ਚੋਣ ਜਿਹੜੀ ਆ ਉਹ ਧਾਮੀ ਸਾਹਿਬ ਦੇ ਹੱਕ 'ਚ ਆ। ਕੱਲ੍ਹ ਵੀ ਮੈਂਬਰ 100 ਤੋਂ ਵੱਧ ਆਏ ਸੀ, ਅੱਜ ਉਹ ਮੈਂਬਰ ਨਾਲ ਹੋਰ ਆ ਜਾਣੇ ਆ, ਔਰ ਇੱਕ ਫੈਸਲਾ ਇੱਕ ਪਾਸੜ ਹੋਣਾ। ਸੋ ਇਸ ਕਰਕੇ ਇਹ ਵੀ ਸਾਡਾ ਜਿਹੜਾ ਇਹ ਸਿਸਟਮ ਆ, ਇਹ ਮਤਲਬ ਕੋਈ ਲਿਫਾਫੇ ਵਾਲਾ ਨਹੀਂ। ਇਹ ਹਮੇਸ਼ਾ ਹੀ ਇਸੇ ਤਰ੍ਹਾਂ ਰਿਹਾ, ਮਤਲਬ ਪਾਰਟੀ ਅਨਾਉਂਸ ਕਰਦੀ ਤੇ ਇੱਥੇ ਵੋਟਾਂ ਪੈਂਦੀਆਂ ਰਹੀਆਂ। ਸੋ ਕਿਸੇ ਦਾ ਇਹ ਗੱਲ ਕਹਿ ਦੇਣੀ ਲਿਫਾਫੇ ਦਾ, ਇਹ ਲਿਫਾਫਾ ਕਲਚਰ ਪਹਿਲਾਂ ਨਹੀਂ ਬੰਦ ਕੀਤਾ। ਆਪਾਂ 4 ਵਾਰ ਬਣੇ, ਪਹਿਲੀ ਵਾਰ ਬਣੇ, ਦੂਜੀ ਵਾਰ ਬੰਦ ਕਰ ਦਿੰਦੇ, ਤੀਜੀ ਵਾਰਾਂ ਦੇ ਮੈਂ ਚੋਣ ਲੜ ਕੇ ਆਉਣਾ। ਉਹ ਨਹੀਂ ਗੱਲਾਂ ਚੁਕਾਉਂਦੀਆਂ, ਜਦੋਂ ਪਿੱਛੇ ਧੜੇ ਬੰਦੀਆਂ ਪਾਰਟੀਆਂ ਨੇ ਉਹ ਕੰਮ ਕਰਾਉਣੀਆਂ। ਧੰਨਵਾਦ। ਸੋ ਇਸ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਜਿਨ੍ਹਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਵੀ ਕਾਲ ਜਿਹੜੀ ਆ ਉਹ ਆਈ ਸੀਗੀ ਕਿ ਪੈਸੇ ਜਿਹੜੇ ਆ ਉਹ ਬੀਜੇਪੀ ਦੇ ਵੱਲੋਂ ਦੇਣ ਦੀ ਗੱਲ ਜਾਂ ਐਵੇਂ ਦੀਆਂ ਗੱਲਾਂ ਜਿਹੜੀਆਂ ਉਹ ਚੱਲੀਆਂ ਸਨ। ਸੋ ਉਹਨਾਂ ਨੇ ਕਲੀਅਰ ਕੀਤਾ ਕਿ ਐਵੇਂ ਦੀ ਕੋਈ ਗੱਲ ਨਹੀਂ, ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹੀ ਪ੍ਰਧਾਨ ਬਣਨਗੇ। ਸੋ ਹੁਣ ਦੇਖਣਾ ਹੋਵੇਗਾ ਕਿ ਵਾਕਿਆ ਹੀ ਅੱਜ ਦੇ ਇਸ ਸਖਤ ਮੁਕਾਬਲੇ ਦੇ ਵਿੱਚ ਜਿਹੜੀ ਪ੍ਰਧਾਨਗੀ ਆ ਉਹ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਮਿਲਦੀ ਆ। ਅੱਜ ਦਾ ਜੋ ਇਜਲਾਸ ਸ਼ੁਰੂ ਹੋ ਰਿਹਾ ਹੈ, ਉਹਦੇ ਵਾਸਤੇ ਮਹਾਰਾਜ ਦੇ ਪ੍ਰਕਾਸ਼ ਜਿਹੜੇ ਆ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਆ ਉਹ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਆ ਉਹ ਲਿਜਾਇਆ ਜਾਣਾ ਆ। ਸੋ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਸਰੂਪ ਜਿਹੜਾ ਆ ਉਹ ਲਿਜਾਇਆ ਜਾ ਰਿਹਾ ਆ। ਸੋ ਇਸ ਵੇਲੇ ਉੱਥੇ ਜਿਹੜਾ ਆ ਉਹ ਪਾਠ ਹੋ ਕੇ, ਅਰਦਾਸ ਹੋ ਕੇ, ਹੁਕਮਨਾਮਾ ਲੈ ਕੇ ਇਹ ਸਾਰਾ ਹੀ ਜਿਹੜਾ ਅੱਜ ਦਾ ਕਾਰਜ ਆ ਪ੍ਰਧਾਨਗੀ ਦੀ ਇਲੈਕਸ਼ਨ ਦਾ ਉਹ ਕੀਤਾ ਜਾਣਾ ਆ। ਸੋ
ਮੈਂਬਰ ਸਾਹਿਬਾਨ ਜਿਹੜੇ ਆ ਉਹ ਵੀ ਪਹੁੰਚ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਜਿਹੜੇ ਆ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ ਨੇ ਤੇ ਹੋਰ ਵੀ ਵੱਖ-ਵੱਖ ਆਗੂ ਜਿਹੜੇ ਆ ਉਹ ਪਹੁੰਚ ਰਹੇ ਆ। ਵੀ ਜਗੀਰ ਕੌਰ ਜੀ ਵੀ 4 ਵਾਰ ਪ੍ਰਧਾਨ ਬਣੇ ਨੇ, ਉਹ ਵੀ ਇਸੇ ਤਰੀਕੇ ਨਾਲ ਹੀ ਬਣੇ ਨੇ। ਸੋ ਇਹ ਮੈਂ ਕਹਿੰਦਾ ਕਿ ਇੱਕ ਲਿਫਾਫਾ ਕਲਚਰ ਕਰਕੇ ਨਾ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਰੋਧੀਆਂ ਦੇ ਵੱਲੋਂ। ਇਹ ਸਾਰੀਆਂ ਪਾਰਟੀਆਂ ਆਪਣੇ ਪ੍ਰਧਾਨਾਂ ਨੂੰ ਜਦੋਂ ਵੀ ਕੋਈ ਹੁੰਦਾ ਅਖਤਿਆਰ ਦੇ ਦਿੰਦੀਆਂ ਨੇ ਵੀ ਪ੍ਰਧਾਨ ਨੂੰ ਦਿੰਦੇ, ਉਸੇ ਤਰ੍ਹਾਂ ਅਖਤਿਆਰ ਹੈ ਤੇ ਜਿਹੜੇ ਸੀ ਸਾਰੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗ ਕਰਕੇ ਇਕੱਲੇ ਨੂੰ ਪੁੱਛ ਕੇ ਰਾਏ ਲੈ ਕੇ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਰਿਆਂ ਦੀ ਮੀਟਿੰਗ ਹੁੰਦੀ ਹੈ। ਉੱਥੇ ਸਾਰੇ ਮੈਂਬਰ ਇੱਕ ਚਿੱਤ ਹੋ ਕੇ ਸਾਰੇ ਅਖਤਿਆਰ ਤੇ ਜਿਹੜੇ ਪ੍ਰਧਾਨ ਨੂੰ ਦਿੰਦੇ ਨੇ। ਪ੍ਰਧਾਨ ਜੀ ਹੁਣ ਤੁਹਾਨੂੰ ਸਾਰੇ ਅਖਤਿਆਰ ਨੇ ਔਰ ਤੁਸੀਂ ਜਿਹੜਾ ਵੀ ਤੁਸੀਂ ਅਨਾਉਂਸ ਕਰੋਗੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦੂਜੇ ਅਹੁਦੇਦਾਰ ਸਾਰੇ ਅਸੀਂ ਉਹਦੇ ਨਾਲ ਖੜਾਂਗੇ। ਉਹਦੇ ਤਹਿਤ ਹੀ ਉਹ ਇੱਕ ਲਿਸਟ ਬਣਾ ਕੇ ਦੇ ਦਿੰਦੇ ਸੀ ਔਰ ਉਹ ਉੱਥੇ ਅਨਾਉਂਸ ਕੀਤੀ ਜਾਂਦੀ ਸੀ, ਸਾਰੀਆਂ ਉਹਦੇ ਨਾਲ ਖੜਦੇ ਸੀ। ਅੱਜ ਕਿਸੇ ਇੱਕ ਪਾਸੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਮੈਂਬਰਾਂ ਨੂੰ ਫੋਨ ਆ ਰਹੇ ਹੈ, ਖੱਟੜ ਸਾਹਿਬ ਦੇ ਫੋਨ ਆ ਰਹੇ, ਢੀਂਡਸਾ ਸਾਹਿਬ ਜ਼ਮੀਰ ਦੇ ਆਵਾਜ਼ ਤੇ ਵੋਟ ਪਾਉਣ ਦੀ ਜਿਹੜੀ ਅਪੀਲ ਕਰ ਰਹੇ ਮੈਂਬਰਾਂ ਨੂੰ। ਸੋ ਅੱਜ ਮੈਂ ਤਾਂ ਬੜਾ ਦੁੱਖ ਦੀ ਗੱਲ ਹੈ ਕਿ ਸਾਡੇ ਭੈਣ ਜੀ ਨੇ ਬੜੇ ਸਤਿਕਾਰਯੋਗ ਨੇ ਬੀਬੀ ਜਗੀਰ ਕੌਰ ਜੀ, ਅੱਜ ਇਹ ਵੀ ਉਹਨਾਂ ਦੇ ਢਾਹਾਂ ਤੇ ਚੜ੍ਹ ਗਏ। ਇਹ ਕਿਉਂਕਿ ਜਿੱਦ ਸੀ ਮੈਂ ਚੋਣ ਲੜਨੀ ਹੈ, ਬਾਕੀ ਛੋਟੇ ਛੋਟੇ ਗਰੁੱਪ ਨੇ ਜਿਹੜੇ ਅਕਾਲੀ ਦਲ ਦੇ ਖਿਲਾਫ ਗਰੁੱਪ ਨੇ, ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ, ਭਾਵੇਂ ਢੀਂਡਸਾ ਗਰੁੱਪ ਹੈ ਭਾਵੇਂ ਕੋਈ ਹੋਰ ਨੇ ਛੋਟੇ ਮੋਟੇ, ਉਹ ਸਾਰੇ ਲੱਗਣ। ਇੱਕ ਬੀਜੇਪੀ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਉਹ ਵੀ ਇਸ ਪਾਸੇ ਲੱਗੀ ਹੋਈ ਹੈ ਕਿਉਂਕਿ ਬੀਜੇਪੀ ਨੂੰ ਪਹਿਲਾਂ ਵੀ ਸਾਡੀ ਸੰਸਥਾ ਦੇ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਪਹਿਲਾਂ ਸਾਡਾ ਬੋਰਡ ਜਿਹੜਾ ਬਣਿਆ ਹੋਇਆ ਸੀ ਹਜੂਰ ਸਾਹਿਬ ਉਹ ਭੰਗ ਕਰਕੇ ਉੱਥੇ ਆਪਣਾ ਚਹੇਤਾ ਬਿਠਾ ਦਿੱਤਾ। ਇਸ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਆਪਣੇ ਚਹੇਤਿਆਂ ਨੂੰ ਪ੍ਰਧਾਨ ਬਣਾ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ। ਉਹ ਨੀਤੀ ਦੇ ਤਹਿਤ ਇੱਥੇ ਵੀ ਚਾਹੁੰਦੇ ਨੇ ਕਿ ਇੱਕ ਇਹ ਜਿਹੜਾ ਸਾਡੇ ਅਨੁਸਾਰ ਚੱਲੇ ਉਹਨੂੰ ਅਸੀਂ ਪ੍ਰਧਾਨ ਬਣਾਈਏ। ਕੋਸ਼ਿਸ਼ਾਂ ਕਿੰਨੀਆਂ ਕਾਮਯਾਬ ਹੋਣਗੀਆਂ, ਕੀ ਲੱਗਦਾ ਕੀ ਜਵਾਬ ਦੇਣਗੇ ਮੈਂਬਰ? ਅੱਜ ਮੈਂਬਰ ਬੜੇ ਤਕੜੇ ਹੋ ਕੇ ਵੋਟਾਂ ਪਾਉਣਗੇ ਬੀਬੀ ਨੂੰ ਔਰ ਮੂੰਹ ਤੋੜਾਂ ਜਵਾਬ ਮਿਲੂ। ਤੁਸੀਂ ਦੇਖੋਗੇ ਕਿ ਉਹਦੀ ਜਿਹੜੀ ਸੰਦੂਕੜੀ ਖਾਲੀ ਨਿਕਲੂਗੀ ਤੇ ਬਹੁਤ ਵੱਡੀ 1.25 ਤੋਂ ਵੱਧ ਵੋਟ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਪੈਣਗੀਆਂ। ਲਿਫਾਫਾ ਕਲਚਰ ਤਾਂ ਤੁਹਾਡੇ ਵਾਰੀ ਵੀ ਚੁਣਾਵ ਹੋਏ ਸੀ ਕਿ ਲਿਫਾਫਾ ਕਲਚਰ ਸੀ? ਚੁਣਾਵ ਹੋਏ ਸੀ, ਕਿਤੇ ਵੀ ਲਿਫਾਫਾ ਕਲਚਰ ਨਹੀਂ। ਸਾਡੇ ਵਾਰੀ ਚੁਣਾਵ ਹੁੰਦੇ ਨੇ, ਉਹ ਤੋਂ ਬਾਅਦ ਕਈ ਵਾਰੀ ਚੁਣਾਵ ਹੋਏ ਨੇ, ਉਹਨੂੰ ਲਿਫਾਫਾ ਕਲਚਰ ਕਿਵੇਂ ਕਹਿ ਸਕਦੇ ਹਾਂ? ਹੁਣ ਮੈਂ ਖੜਾ ਸੀ, ਕੈਂਡੀਡੇਟ ਮੈਂ ਸੀ, ਇੱਕ ਪਾਸੇ ਵਿਰੋਧੀਆਂ ਦਾ ਸੀ, ਕੱਲੀ ਬੋਰਡ ਮੈਂਬਰਾਂ ਨੇ ਪਾਈ 19 ਵੋਟਾਂ ਉਹਨਾਂ ਨੂੰ ਪਈਆਂ, ਬਾਕੀ ਸਾਰੀਆਂ ਮੈਨੂੰ ਪੈ ਗਈਆਂ। ਉਹਨੂੰ ਆਪਾਂ ਲਿਫਾਫਾ ਕਲਚਰ ਕਿਵੇਂ ਕਹਿ ਸਕਦੇ? ਜਿਨ੍ਹਾਂ ਨੂੰ ਤੁਸੀਂ ਖੜਿਆ ਕੀਤਾ, ਜਿਨ੍ਹਾਂ ਨਾਲ ਤੁਹਾਡਾ 9 ਮਾਸ ਦਾ ਰਿਸ਼ਤਾ ਸੀ, ਜਿਨ੍ਹਾਂ ਦੇ ਨਾਲ ਬੜੀਆਂ ਇਲੈਕਸ਼ਨਾਂ ਇਕੱਠੀਆਂ ਲੜੀਆਂ, ਅੱਜ ਤੁਸੀਂ ਉਹਨਾਂ ਨੂੰ ਭੰਡ ਰਹੇ ਹੋ। ਇਹ ਤਾਂ ਅਸੀਂ ਨਹੀਂ ਭੰਡ ਰਹੇ, ਇਹ ਉਹ ਆਪ ਹੀ ਬਾਹਰ ਚਲੇ ਗਏ ਪਾਰਟੀ ਚੋਂ। ਅਸੀਂ ਤਾਂ ਅੱਜ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ, ਸਰਕਾਰ ਸਾਹਿਤ ਨੇ, ਵੱਡੇ ਭੈਣ ਜੀ ਨੇ ਮੇਰੇ ਬੀਬੀ ਜਗੀਰ ਕੌਰ ਜੀ, ਇਕੱਠੇ ਕੰਮ ਕੀਤਾ, ਅਸੀਂ ਪਾਰਟੀ 'ਚ ਰਹੇ ਹਾਂ। ਅੱਜ ਵੀ ਕਹਿੰਦੇ ਆ ਵੀ ਹੱਥ ਜੋੜ ਕੇ ਅੱਜ ਵੀ ਕਹਿ ਦਿਓ ਅਸੀਂ ਪਾਰਟੀ ਦੇ ਨਾਲ ਆ, ਪਾਰਟੀ ਡਿਸਪਲਿਨ ਮੈਂ ਭਗਨ ਜੋ ਪਾਰਟੀ ਨੇ ਕੈਂਡੀਡੇਟ ਦਾ ਮੈਂ ਉਹਦੇ ਨਾਲ ਆ। ਸੋ ਇਸ ਕਰਕੇ ਅੱਜ ਉਹਨਾਂ ਲੋਕਾਂ ਦੇ ਢਾਹੇ ਚੜੀ ਹੋਈ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਕਿਹਦੀ ਗੱਲ ਕਰ ਰਹੇ ਹੋ? ਭਾਵੇਂ ਛੋਟੇ ਛੋਟੇ ਗਰੁੱਪ, ਢੀਂਡਸਾ ਗਰੁੱਪ ਹੈ, ਕੋਈ ਹੋਰ ਛੋਟੇ ਛੋਟੇ ਗਰੁੱਪ ਨੇ ਔਰ ਬੀਜੇਪੀ ਹੈ, ਸਾਰੇ ਲੱਗੇ ਹੋਏ ਨੇ ਇਸ ਪਾਸੇ। ਆਮ ਪਾਰਟੀ ਹੈ, ਕਾਂਗਰਸ ਹੈ, ਜਿੰਨੀਆਂ ਵੀ ਤਰ੍ਹਾਂ ਨੇ ਉਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਇਸ ਮਹਾਨ ਸੰਸਥਾ ਤੇ ਕਬਜ਼ਾ ਕਰਨ ਤੇ ਲੱਗੀਆਂ ਹੋਈਆਂ ਨੇ। ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਬਿਲਕੁਲ ਬੈਕਫੁੱਟ ਤੇ ਚੱਲ ਗਈ। ਤੁਹਾਨੂੰ ਲੱਗਦਾ ਕਿ ਆਪਣੇ ਮੈਂਬਰ ਅੱਜ ਵੋਟਾਂ ਪਾ ਦੇਣਗੇ? ਬਿਲਕੁਲ ਪਾਉਣਗੇ ਜੀ, ਸਾਰੇ ਮੈਂਬਰ ਵੋਟਾਂ ਪਾਉਣਗੇ। ਸਾਡਾ ਇੱਕ ਵੀ ਮੈਂਬਰ ਬਾਹਰ ਨਹੀਂ ਜਾਣਾ। ਤੇ ਕੁਝ ਮੈਂਬਰਾਂ ਦੀਆਂ ਆਡੀਓ ਵਾਇਰਲ ਹੋ ਰਹੀ ਹੈ ਬੀਜੇਪੀ ਆਗੂਆਂ ਦੇ ਨਾਲ। ਨਹੀਂ ਤਾਂ ਉਹ ਬੈਕੀ ਕਰੀ ਜਾਂਦੇ ਨੇ। ਸਾਰੀ ਤੁਸੀਂ ਵੋਟਾਂ ਪੈਣਗੀਆਂ ਉੱਥੇ ਜਾ ਕੇ, ਸਾਰੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੈਣਗੀਆਂ, ਸਾਡੇ ਕੈਂਡੀਡੇਟ ਨੂੰ ਪੈਣਗੀਆਂ। 3 ਵਜੇ ਨਤੀਜਾ ਸਾਹਮਣੇ ਤੁਹਾਡੇ ਆ ਜਾਣਾ। ਜਿਹੜੇ ਬੀਜੇਪੀ ਦੇ ਸੰਪਰਕ 'ਚ ਨੇ ਅਕਾਲੀ ਦਲ ਵੱਲੋਂ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਵਾਈ ਕੀਤੀ ਜਾਊਗੀ? ਨਹੀਂ, ਉਹ ਸਾਰੇ ਦੇਖੋ ਅਕਾਲੀ ਦਲ ਦੀ ਸਿੰਬਲ ਤੇ ਸਾਰੇ ਚੋਣ ਲੜੇ ਹੋਏ ਨੇ, ਅਕਾਲੀ ਦਲ ਦੇ ਨਾਲ ਨੇ, ਅਕਾਲੀ ਦਲ ਤੋਂ ਬਾਹਰ ਨਹੀਂ ਹੋਣਾ ਉਹਨਾਂ ਨੂੰ। ਅੱਛਾ ਜੀ, ਅਬ ਕੀ ਬਣੂ ਕੀ ਇਲੈਕਸ਼ਨਾਂ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਨਤੀਜਾ ਕੀ ਹੋ ਸਕਦਾ? ਨਤੀਜਾ ਜੇ 1% ਕਈ ਵਾਰੀ ਇਦਾਂ ਹੁੰਦਾ ਕਿ ਜੋ ਅਸੀਂ ਸੋਚਦੇ ਨਤੀਜਾ ਉਦਾਂ ਨਹੀਂ ਆਉਂਦਾ, ਜੇ ਨਤੀਜਾ ਕਿਤੇ ਬਾਜੀ ਪਲਟ ਜਾਂਦੀ ਹੈ ਫਿਰ? ਬਿਲਕੁਲ ਕੋਈ ਬਾਜੀ ਪਲਟਣ ਦਾ 1% ਵੀ 0% ਵੀ ਨਹੀਂ ਹੈਗਾ। ਜੇ ਤਾਂ ਹੋਵੇ ਥੋੜੀ ਮੋਟੀ ਮੁਕਾਬਲਾ ਹੋਵੇ ਫਿਰ ਤਾਂ ਪਲਟ ਜੇ, ਤਾਂ ਮੁਕਾਬਲੇ ਵਾਲੀ ਤਾਂ ਗੱਲ ਹੀ ਨਹੀਂ ਕੋਈ। ਸਾਡੇ ਮੈਂਬਰ ਸ਼ਾਮਲ ਕਰ ਸਾਹਿਬ ਨਾਲ ਖਲੋਣਗੇ ਬੀਬੀ ਦੇ ਜੀ? ਬੀਬੀ ਜੀ ਪ੍ਰਧਾਨ ਜੇ ਕਿੱਥੋਂ ਬਣਨਗੇ? ਉਹ ਬਣ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਮੈਂਬਰ ਹੀ ਨਹੀਂ ਹੈਗਾ। ਮੈਂਬਰਾਂ ਵਾਲੇ ਪ੍ਰਧਾਨ ਬਣਨਾ। ਬੀਬੀ ਜੀ ਕਹਿ ਰਹੇ ਕਿ ਇੱਥੇ ਬਚਾਇਆ ਜਿਹੜਾ ਇੱਕ ਪਰਿਵਾਰ ਨੂੰ ਜਾ ਰਿਹਾ, ਪਾਰਟੀ ਨੂੰ ਨਹੀਂ। ਉਹ ਕਹਿੰਦੇ ਮੈਂ ਪਾਰਟੀ ਦੇ ਨਾਲ ਹੈ, ਮੈਂ ਪਾਰਟੀ ਲਈ ਕੋਈ ਕੁਰਬਾਨੀ ਦੇਣ ਨੂੰ ਤਿਆਰ ਹੈ, ਪਰ ਕਹਿੰਦੇ ਇੱਕ ਕੁਰਬਾਨੀਆਂ ਪਰਿਵਾਰ ਲਈ ਮੰਗ ਰਹੇ ਨੇ। ਤੁਹਾਡਾ ਕੀ? ਨਹੀਂ, ਪਰਿਵਾਰ ਦਾ ਕਿਵੇਂ ਕਹਿ ਸਕਦੇ? ਦੇਖੋ ਕੋਈ ਪ੍ਰਧਾਨ ਬਣਦਾ ਹੈ, ਕੋਈ ਆਮ ਤਾਂ ਬਣਦੇ ਡੈਲੀਗੇਟ ਬਣਾਉਂਦੇ ਨੇ, ਭਰਤੀ ਹੁੰਦੀ ਹੈ, ਡੈਲੀਗੇਟ ਬਣਦੇ ਨੇ। ਇਸੇ ਤੇ ਸਮੁੰਦਰੀ ਹਾਲ ਦੇ ਵਿੱਚ ਚੋਣ ਹੁੰਦੀ ਹੈ, ਉਹਦਾ ਪ੍ਰਧਾਨ ਚੁਣਿਆ ਜਾਂਦਾ, ਫੇਰ ਹੀ ਹੁੰਦਾ ਨਾ। ਇੱਕ ਬੰਦਾ ਤਾਂ ਕੋਈ ਪ੍ਰਧਾਨ ਨੂੰ ਹਟਾ ਨਹੀਂ ਸਕਦਾ। ਇਹ ਪੂਰੀ ਪ੍ਰਕਿਰਿਆ ਦੇ ਨਾਲ ਸਾਰਾ ਬੰਦਾ ਬਣਦਾ। ਅੱਜ ਅਕਾਲੀ ਦੇ ਪ੍ਰਧਾਨ ਨੇ ਉਹ ਸਾਰੇ ਉਹ ਜੋ ਫੈਸਲੇ ਕਰਦੇ ਨੇ ਸਾਰਿਆਂ ਨਾਲ ਰਹਿ ਨਾਲ ਕਰਦੇ ਨੇ। ਆਖਰੀ ਸਵਾਲ ਜੀ, 1999 ਤੋਂ ਬਾਅਦ ਟੋੜਾ ਸਾਹਿਬ ਤੋਂ ਬਾਅਦ ਇਹ ਇਲੈਕਸ਼ਨ ਹੋਣ ਜਾ ਰਿਹਾ,
ਇਸ ਇਲੈਕਸ਼ਨ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜਾ ਲਿਫਾਫਾ ਕਲਚਰ ਮਸ਼ਹੂਰ ਹੋ ਚੁੱਕਾ ਸੀ, ਇਹਦੇ ਤੇ ਠੱਪਾ ਵੇਲੋ ਇਹ ਤਾਂ ਆਰੋਪ ਹੀ ਲੱਗਦੇ ਸੀ, ਪਰ ਠੱਪਾ ਤਾਂ ਬੀਬੀ ਜਗੀਰ ਕੌਰ ਨੇ ਲਾਇਆ ਨਾ। ਹਾਂ ਦੇਖੋ, ਮੈਂ ਸਮਝਦਾ ਕਿ ਅੱਜ ਜੋ ਇਹ ਚੋਣ ਹੋ ਰਹੀ ਹੈ, ਜਿਵੇਂ ਤੁਸੀਂ ਟੌੜਾ ਸਾਹਿਬ ਦੀ ਗੱਲ ਕੀਤੀ ਹੈ, ਤੇ ਇਹ ਬੜੀਆਂ ਚੁਣੌਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ, ਚਾਰੇ ਪਾਸੋਂ ਚੁਣੌਤੀਆਂ ਆ ਰਹੀਆਂ ਨੇ। ਇਹ ਚੁਣੌਤੀਆਂ ਚੋਂ, ਇਹ ਚੋਣ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਹੋਰ ਤਕੜਾ ਹੋ ਕੇ ਜਿਹੜਾ ਨਿਕਲੂਗਾ। ਦੇਖੋ, ਗੱਲ ਇਹ ਹੈ ਕਿ ਵੈਸੇ ਤੇ ਇਹ ਸਾਲਾਨਾ ਚੋਣ ਹੈ ਔਰ ਬੜੇ ਸਹਿਜ ਦੇ ਨਾਲ, ਰੂਟੀਨ ਦੇ ਨਾਲ, ਕਿਉਂਕਿ ਉਹੀ ਪੁਰਾਣੇ ਮੈਂਬਰ ਸਾਹਿਬਾਨ ਜਿਹੜੇ ਪਿਛਲੇ 10-11 ਸਾਲ ਤੋਂ ਚੱਲੇ ਆ ਰਹੇ, ਉਹਨਾਂ ਨੇ ਆਪਣੀ ਨਵੀਂ ਟੀਮ ਦਾ ਜਿਹੜਾ ਫੈਸਲਾ ਕਰਨਾ। ਇਸ ਲਈ ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੁੰਦਾ, ਕਿਉਂਕਿ ਪਹਿਲਾਂ ਵੀ ਹਰ ਸਾਲ ਚੋਣਾਂ ਹੁੰਦੀਆਂ ਤੇ ਹੁਣ ਵੀ ਜਿਹੜੀ ਹੈ ਉਸੇ ਤਰ੍ਹਾਂ ਹੀ ਚੋਣ ਹੋਣੀ ਹੈ। ਬਾਕੀ ਜਿਹੜੇ ਹਾਲਾਤ ਬਣ ਗਏ ਉਹਦੇ ਕਰਕੇ ਉਤਸੁਕਤਾ ਲੋਕਾਂ ਦੀ ਵੱਧ ਗਈ, ਪਰ ਅੱਜ ਹੁਣ ਤੁਹਾਡੇ ਸਾਹਮਣੇ ਹੈ ਕਿ ਪੂਰੀ ਜਿਹੜੀ ਹੈ ਸਹੀ ਤਰੀਕੇ ਦੇ ਨਾਲ, ਜਿਵੇਂ ਪਹਿਲਾਂ ਡੈਮੋਕ੍ਰੈਟਿਕ ਦਾ ਤਰੀਕੇ ਨਾਲ ਚੋਣ ਹੁੰਦੀ ਹੈ ਉਸੇ ਤਰ੍ਹਾਂ ਹੀ ਚੋਣ ਹੋਏਗੀ। ਔਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਇੱਥੋਂ ਪ੍ਰਧਾਨ ਚੁਣ ਕੇ ਫਿਰ ਉੱਥੇ ਨਤਮਸਤਕ ਜਾ ਕੇ ਦਰਬਾਰ ਸਾਹਿਬ ਪਹੁੰਚੇ। ਸਿੰਘ ਸਿਰਸਾ ਹੋਰਾਂ ਦਾ ਇੱਕ ਬਿਆਨ ਆਇਆ, ਕਹਿੰਦੇ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਨੇ ਮੋਹਰਾ ਬਣਾਇਆ ਤਾਂ ਕਿ ਕਿਤੇ ਹੋਰ ਨਾ ਚੁਣੌਤੀ ਮਿਲੇ। ਚਲੋ ਇਹ ਹੁਣ ਬੀਬੀ ਜਗੀਰ ਕੌਰ ਜੀ ਨੂੰ ਪੁੱਛੋ ਵੀ ਤੁਹਾਨੂੰ ਕਿਸ ਤਰ੍ਹਾਂ ਯੂਜ਼ ਕਰੀ ਜਾ ਰਹੇ ਆ ਬੀਜੇਪੀ ਵਾਲੇ, ਇਹ ਤਾਂ ਉਹਨਾਂ ਨੂੰ ਪੁੱਛੋ ਵੀ ਇੱਕ ਪਾਸੇ ਤੁਹਾਨੂੰ ਇੱਧਰੋਂ ਬਦਨਾਮ ਕਰੀ ਜਾ ਰਹੇ ਆ, ਦੂਜੇ ਪਾਸੇ ਬਦਨਾਮ ਕਰੀ ਜਾਂਦਾ। ਅਸੀਂ ਤਾਂ ਹੀ ਕਹਿੰਦੇ ਸੀ ਬੀਬੀ ਜੀ ਨੂੰ ਵੀ ਇਹਨਾਂ ਤੇ ਭਰੋਸਾ ਨਾ ਕਰੋ, ਵੀ ਇਹ ਭਰੋਸੇਯੋਗ ਨਹੀਂ ਹੈ। ਇਸ ਕਰਕੇ ਹੁਣ ਜਿਉਂ-ਜਿਉਂ 1 ਵਜੇ ਦਾ ਟਾਈਮ ਹੁੰਦਾ ਪਿਆ, ਗੱਲਾਂ ਤੁਹਾਡੇ ਸਾਹਮਣੇ ਨੇੜੇ ਆਈ ਜਾਂਦੀਆਂ। ਬਹੁਤ ਅੱਛੇ ਤਰੀਕੇ ਦੇ ਨਾਲ ਕੈਲਕੂਲੇਸ਼ਨ ਤਾਂ ਕੱਲ੍ਹ ਹੀ ਤੁਸੀਂ ਦੇਖ ਲਈ। ਜਿਹੜੇ ਕੁਝ ਮੈਂਬਰ ਕਿਸੇ ਮਜਬੂਰੀ ਕਰਕੇ ਕੱਲ ਨਹੀਂ ਆ ਸਕੇ ਸੀ, ਜਿਨ੍ਹਾਂ ਨੇ ਕਿਹਾ ਸੀ, ਉਹ ਸਵੇਰੇ ਆ ਗਏ। ਇਸ ਕਰਕੇ ਚੜ੍ਹਦੀ ਕਲਾ ਦੇ ਨਾਲ ਚੋਣ ਹੋਏਗੀ, ਕੋਈ ਫਰਕ ਨਹੀਂ। ਬੀਬੀ ਜੀ ਕਹਿੰਦੇ 4 ਵਾਰੀ ਮੈਂ ਪ੍ਰਧਾਨ ਬਣੀ ਹੈ, 4 ਵਾਰੀ ਲਿਫਾਫੇ 'ਚੋਂ ਮੈਨੂੰ ਕੱਢਿਆ ਤੇ ਹੁਣ ਵੀ ਲਿਫਾਫਾ ਕਲਚਰ ਖਤਮ ਕਰਨਾ। ਦੇਖੋ, ਨਾ ਤਾਂ ਲਿਫਾਫਾ ਕਲਚਰ ਪਹਿਲਾਂ ਸੀ ਤੇ ਨਾ ਲਿਫਾਫਾ ਕਲਚਰ ਹੋਣਾ। ਇਸ ਕਰਕੇ ਪਹਿਲਾਂ ਵੀ ਮੈਂਬਰ ਹੀ ਚੋਣ ਕਰਦੇ ਸੀ, ਸੀਕ੍ਰੇਟ ਬੈਲਟ ਨਾਲ ਵੋਟਿੰਗ ਹੁੰਦੀ ਸੀ, ਹੁਣ ਵੀ ਉਸੇ ਤਰੀਕੇ ਉਹੀ ਤਰੀਕਾ ਫਾਲੋ ਹੋਣਾ। ਕੋਈ ਨਵੀਂ ਗੱਲ ਤਾਂ ਇਹਦੇ 'ਚ ਹੈ ਨਹੀਂ ਹੈ ਕੋਈ। ਮੈਂਬਰਾਂ ਨੇ ਵੱਖ-ਵੱਖ ਦੋਸ਼ ਲਾਏ, ਕੋਈ ਮੈਂਬਰ ਕਹਿ ਰਿਹਾ ਸੀਐਮ ਹਾਊਸ ਪੰਜਾਬ ਤੋਂ ਫੋਨ ਆਇਆ, ਕੋਈ ਕਹਿ ਰਿਹਾ ਸੀਐਮ ਹਰਿਆਣਾ ਤੋਂ ਫੋਨ ਆਇਆ, ਕੋਈ ਕਹਿ ਰਿਹਾ ਪੀਐਮ ਹਾਊਸ ਤੋਂ ਫੋਨ ਆ ਰਿਹਾ। ਕੀ ਲੱਗਦਾ ਹੈ? ਦੇਖੋ, ਇਹੀ ਦਖਲਅੰਦਾਜ਼ੀ ਹੈ ਜਿਹਦੇ ਤੇ ਅਸੀਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਜਿਹਦੇ ਤੇ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ, ਕਿਉਂਕਿ ਨੰਗੇ ਚਿੱਟੇ ਬੀਜੇਪੀ ਨੇ ਦਖਲਅੰਦਾਜ਼ੀ ਕੀਤੀ ਹੈ, ਆਰਐਸਐਸ ਨੇ ਕੀਤੀ ਹੈ, ਸਰਕਾਰਾਂ ਨੇ ਕੀਤੀ ਹੈ। ਜਿਹੜਾ ਕੇਂਦਰੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਆ, ਉਹਨੇ ਜਿਹੜੀ ਹੈ ਇਕੱਲੇ ਮੈਂਬਰਾਂ ਨੂੰ ਫੋਨ ਕੀਤੇ ਆ। ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ ਜਗਦੀਸ਼ ਸਿੰਘ ਝਿੰਡਾ ਨਾਲ ਮੀਟਿੰਗ ਕਰਕੇ ਤੇ ਸਪੋਰਟ ਮੰਗੀ ਹੈ। ਇਸ ਕਰਕੇ ਸਾਰੇ ਹੁਣ ਸਾਹਮਣੇ ਆ, ਕੋਈ ਪਰਦੇ ਪਿੱਛੇ ਕੋਈ ਨਹੀਂ ਹੈ। ਕੀ ਅਸਰ ਕੀ ਵੀਡੀਓ ਵੀ ਆਡੀਓ ਵੀ ਜਾਰੀ ਹੋ ਗਈਆਂ ਜਿਹੜੀਆਂ। ਸੰਗਤ ਨੇ ਕਦੀ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ, ਮੈਂਬਰਾਂ ਨੇ ਕਦੀ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਕਿ ਕੋਈ ਜਿਹੜਾ ਹੈਗਾ ਇਸ ਤਰੀਕੇ ਆ ਕੇ ਸਿੱਖਾਂ ਦੀ ਇਸ ਧਾਰਮਿਕ ਚੋਣ ਦੇ ਵਿੱਚ ਦਖਲਅੰਦਾਜ਼ੀ ਕਰੇ। ਕਦੀ ਵੀ ਸੰਗਤ ਨੇ ਪ੍ਰਵਾਨ ਨਹੀਂ ਕੀਤਾ। ਜੇ ਪਹਿਲਾਂ ਨਹੀਂ ਪ੍ਰਵਾਨ ਕੀਤਾ ਤਾਂ ਹੁਣ ਵੀ ਜਿਹੜੀ ਆ ਪ੍ਰਵਾਨ ਨਹੀਂ ਕਰਨੀ। ਵੋਟਾਂ ਨਜ਼ਰ ਆ ਰਹੀਆਂ ਤੁਹਾਨੂੰ? ਬੜੇ ਵੱਡੀ ਮਾਰਜਨ ਦੇ ਨਾਲ ਜਿੱਤਾਂਗੇ। ਸਾਰਿਆਂ ਦੇ ਜਿਹੜੇ ਭੁਲੇਖੇ ਸੀ, ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਦੇ, ਹਰਿਆਣਾ ਸਰਕਾਰ ਦੇ, ਭਾਰਤੀ ਜਨਤਾ ਪਾਰਟੀ ਦੇ, ਸਾਰਿਆਂ ਦੇ ਭੁਲੇਖੇ ਨਿਕਲ ਜਾਣਗੇ। ਬਹੁਤ ਵੱਡੀ ਕਿਰਪਾ ਹੋਏਗੀ ਮਹਾਰਾਜ ਦੀ। ਮਲੂਕਾ ਸਾਹਿਬ ਵੱਡੀ ਗੱਲ ਕਹਿ ਗਏ ਕਿ ਸਿਆਸਤ ਛੱਡ ਦੋਗੇ। ਮੈਂ ਬਿਲਕੁਲ ਢੋਲ ਵਜਾ ਕੇ ਕਹਿਣਾ, ਤੁਹਾਡੇ ਸਾਰੀ ਪ੍ਰੈਸ ਮਾਨਯੋਗ ਦੀ ਹਾਜ਼ਰੀ 'ਚ ਕਹਿਣਾ, ਜੇ ਬੀਬੀ ਜੀ 50 ਵੋਟਾਂ ਲੈਂਦੇ ਆ, ਮੈਂ ਘੱਟੋ ਘੱਟ ਇੱਥੇ ਰਿਜ਼ਾਈਨ ਸਿਆਸਤ ਤੋਂ ਕਰਕੇ ਘਰੇ ਬੈਠੂੰਗਾ। ਅੱਜ ਹੀ ਨਹੀਂ ਹੈ ਯਾਰ, ਕੋਈ ਮੁਕਾਬਲਾ ਹੈ ਨਹੀਂਗਾ। ਅਸਾਸੀ ਕੋਈ ਅੱਜ ਦੇ 46-47 ਸਾਲ ਹੋ ਗਏ ਸਿਆਸਤ ਦੇ ਵਿੱਚ ਕੰਮ ਕਰਦਿਆਂ ਨੂੰ, ਪਾਰਟੀ ਦੇ ਵਿੱਚ ਕੰਮ ਕਰਦਿਆਂ ਨੂੰ। ਪਤਾ ਹੁੰਦਾ ਵੋਟਰਾਂ ਦੇ ਸੁਭਾਅ ਦਾ, ਗਿਣਤੀ ਮਿੰਤੀ ਦਾ। ਕੋਈ ਜੇ ਤਾਂ ਹੋਵੇ ਮੁਕਾਬਲਾ, ਜਾਂ ਤਾਂ ਅਸੀਂ ਮੰਨ ਲਈਏ ਮੁਕਾਬਲਾ, ਸਾਨੂੰ ਕੀ ਹਰਜਾ ਮੰਨਣ ਦੇ ਵਿੱਚ। ਤੇ ਜਦੋਂ ਮੁਕਾਬਲਾ ਕੋਈ ਹੈ ਹੀ ਨਹੀਂ, ਮੁਕਾਬਲਾ ਕਹੀਏ ਕਾਹਦਾ। ਕੋਸ਼ਿਸ਼ ਬੜੀ ਕੀਤੀ ਜਾ ਰਹੀ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਦੀ। ਉਹ ਤਾਂ ਚਲੋ ਹਰ ਬੰਦਾ ਆਪਦੀ ਕਰਦਾ ਹੁੰਦਾ। ਅਸੀਂ ਕਦੋਂ ਕਹਿੰਦੇ ਕਰਨ, ਉਹਨਾਂ ਨੇ ਸਾਰਾ ਜ਼ੋਰ ਲਾ ਲਿਆ। 3 ਸਰਕਾਰਾਂ ਲੱਗੀਆਂ, ਪਹਿਲੀ ਵਾਰ ਹੈ ਕਿ ਅੱਗੇ 2 ਸਰਕਾਰਾਂ ਲੱਗਦੀਆਂ ਕਿ 3 ਲੱਗੀਆਂ, ਪਹਿਲੀ ਵਾਰ ਹੈ। ਅੱਛਾ, ਇਹ ਜ਼ਮੀਰ ਦੀ ਆਵਾਜ਼ ਨੂੰ ਕਹਿੰਦੇ ਜੀ, ਮੈਂ ਬੀਬੀ ਜਗੀਰ ਕੌਰ ਤੇ ਸਾਰੇ ਨਹੀਂ, ਜਿਹੜੇ ਜਗਮੀਰ ਕੌਰ ਕੰਨੀ ਆਉਣਗੇ ਉਹ ਜ਼ਮੀਰ ਵਾਲੇ, ਦੂਜੇ ਕੋਲ ਜ਼ਮੀਰ ਹੈ ਨੇ ਜੀ। ਅਸੀਂ ਤਾਂ ਕਹਿੰਦੇ ਹਾਂ ਜਿਵੇਂ ਸਾਰੇ ਜ਼ਮੀਰ ਦੀ ਆਵਾਜ਼ ਨਹੀਂ ਪਾਉਂਦੇ ਵੋਟ ਅੱਗੇ ਆਪਦੀ ਨਾ।
ਬਾਕੀ ਬੰਦਿਆਂ ਕੋਲੇ ਇਕੱਲੇ ਉਹਨਾਂ ਕੋਲੇ ਜ਼ਮੀਰ ਹੈਗੀ, ਬਾਕੀ ਸਾਰੇ ਬੇਜ਼ਮੀਰੇ ਲੋਕ ਨੇ। ਇਹ ਤਾਂ ਉਹੀ ਬੇਇੱਜ਼ਤੀ ਕਰਦੀ ਆ ਉਹ ਮੈਂਬਰਾਂ ਦੀ, ਆਹ ਗੱਲ ਕਹਿ ਕੇ ਤਾਂ ਮੈਂਬਰਾਂ ਦੀ ਬੇਇੱਜ਼ਤੀ ਕਰਦੀ ਆ। ਹਾਂ ਬੀਬੀ 4 ਵਾਰੀ ਜਦੋਂ ਨਿਕਲੀ ਆ ਲਿਫਾਫੇ 'ਚ ਉਦੋਂ ਤਾਂ ਬੋਲਦੀ ਨਹੀਂ ਸੀ, ਉਹ ਤਾਂ ਕਹਿੰਦੀ ਬਹੁਤ ਚੰਗਾ। ਅੱਛਾ ਪੀਟੀਸੀ ਦੇ ਮੁੱਦੇ ਨੂੰ ਲੈ ਕੇ ਉਹਨਾਂ ਜਵਾਬ ਚੱਕਿਆ ਕਿ ਪੀਟੀਸੀ ਦਾ ਪ੍ਰਸਾਰਣ ਦੇ ਉੱਤੇ ਮੈਂ ਰੋਕ ਲਾਉਂਗੀ, ਉਹ ਤੇ ਚੱਲ ਅਕੇ ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ, ਨਾ ਬੀਬੀ ਨੇ ਪ੍ਰਧਾਨ ਬਣਨਾ ਤੇ ਨਾ ਹੋਰ ਰੋਕ ਲਾਵੇ, ਕੁਛ ਕਰ ਲੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦਾ ਕੰਮ, ਇਹ ਸਾਡਾ ਕੰਮ ਨਹੀਂ। ਇਹ ਉਹਦੀ ਮਰਜ਼ੀ ਹੈ, ਉਹਨੇ ਕਿਵੇਂ ਸ਼੍ਰੋਮਣੀ ਕਮੇਟੀ ਚਲਾਉਣੀ ਹੈ, ਜਿਹਨੇ ਜਿੱਤਣਾ ਉਹਦੀ ਏਜੰਡੇ ਤੇ। ਪ੍ਰਾਪਤੀਆਂ ਕੀ ਲੱਗਦੀਆਂ 1 ਸਾਲ ਦੀਆਂ ਤੇ ਅਮੀ ਸਾਹਿਬ ਦੀਆਂ? ਤਾਂ ਦੇਖੋ ਪ੍ਰਾਪਤੀਆਂ ਬਹੁਤ ਆ, ਸਾਥੋਂ ਨਾ ਪੁੱਛੋ, ਮੈਂਬਰਾਂ ਤੋਂ ਪੁੱਛੋ। ਅਸੀਂ ਨਹੀਂ, ਸਾਡੇ ਕੋਲ ਨਹੀਂ ਇਹ ਗੱਲ ਲੱਗਦੀ, ਕਿਉਂਕਿ ਮੈਂ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ, ਮੈਂ ਕਰਮਚਾਰੀ ਨਹੀਂ ਹੈਗਾ। ਵੈਸੇ ਰੈਪੂਟੇਸ਼ਨ ਜਿਹੜੀ ਧਾਮੀ ਸਾਹਿਬ ਦੀ ਬਾਹਰ ਹੈ, ਬਹੁਤ ਚੰਗੀ ਰੈਪੂਟੇਸ਼ਨ ਹੈ, ਲੋਕੀ ਸਾਰੇ ਸਲਾਉਂਦੇ ਨੇ। ਇੱਕ ਤਾਂ ਨੇਕ ਨੇ, ਇਮਾਨਦਾਰ ਨੇ, ਮਿਲਣਸਾਰ ਨੇ। ਪਹਿਲੇ ਪ੍ਰਧਾਨ ਨੇ ਜਿਹੜੇ ਤੇਲ ਵੀ ਨਹੀਂ ਗੱਡੀ 'ਚ ਆਪਦਾ ਪਾਉਂਦੇ, ਉਹ ਵੀ ਤੇਲ ਵੀ ਜੇਬ 'ਚੋਂ ਪਾਉਂਦੇ ਨੇ। ਅੱਛਾ ਢੀਂਡਸਾ ਸਾਹਿਬ ਗੱਲ ਕਹਿੰਦੇ ਸੀ ਵੀ ਜੀ ਟੈਂਟ ਵੀ ਜਿਹੜਾ ਐਸਜੀਪੀਸੀ ਦਾ ਲੱਗਦਾ ਉਹ ਸੁਖਬੀਰ ਬਾਦਲ ਤੋਂ ਪੁੱਛ ਕੇ ਲੱਗਦਾ। ਢੀਂਡਸਾ ਸਾਹਿਬ ਵਿਚਾਰੇ 12 ਦਾ ਉਹਦਾ ਕੱਢਿਓ ਇੱਕ ਕੋਈ, ਉਹਦਾ 12 ਦਾ ਤੁਹਾਨੂੰ ਦਿੰਨੇ ਕੱਢ ਕੇ। ਢੀਂਡਸਾ ਸਾਹਿਬ ਦਾ ਬਿਆਨ ਕਹਿੰਦਾ ਸੁਖਬੀਰ ਨਾਲ ਦਾ ਲੀਡਰ ਹੈ ਨਹੀਂ, ਇਹਨੇ ਜਿਤਾਈ ਹੈ, ਇਹਨੇ ਸਰਕਾਰ ਬਣਾਈ ਹੈ, ਇਸ ਨੌਜਵਾਨ ਦੀ ਸਾਰੀ ਕਾਰਗੁਜ਼ਾਰੀ ਹੈ। ਹੁਣ ਢੀਂਡਸਾ ਸਾਹਿਬ ਅੱਜ ਹੋਰ ਕੁਝ ਕਹਿੰਦਾ, ਜਦੋਂ ਵਿਗੜ ਜਾਂਦੇ ਆ ਗਾਉਂਦਿਆਂ ਦੀਆਂ ਸਿੱਠਣੀਆਂ ਤੇ ਲੜਦਿਆਂ ਦੇ ਮਿਹਣੇ, ਇਹ ਤਾਂ ਹੁੰਦੇ ਆ, ਇਹ ਤਾਂ ਸੁਭਾਵਿਕ ਹੈ, ਕਿਸੇ ਦੇ ਕੀ ਬਸ ਹੈ। ਹੁਣ ਢੀਂਡਸੇ ਸਾਹਿਬ ਹੋਰਾਂ ਕੋਲ ਵਿਚਾਰਿਆਂ ਕੋਲ ਕੁਝ ਹੈ ਨਹੀਂਗਾ, ਹੱਥ ਕਰੋਲੇ ਜੇ ਮਾਰਦੇ ਨੇ, ਹੋਰ ਕੋਈ ਗਲਤ ਹੈ। ਸਾਹਿਬ ਐਜੀਪੀਸੀ ਚੋਣਾਂ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਅਕਾਲੀ ਦਲ 'ਚ ਕੋਈ ਵਾਪਸੀ ਦਾ ਰਸਤਾ? ਇਹ ਬੀਬੀ ਜਗੀਰ ਕੌਰ ਹੀ ਜਾਣਦੀ ਹੈ, ਹੁਣ ਅਸੀਂ ਤਾਂ ਨਹੀਂ ਇਹਦੇ ਬਾਰੇ ਜਾਣਦੇ, ਤਾਂ ਉਹਦੀ ਮਰਜ਼ੀ ਹੈ ਵੀ ਵਾਪਸ। ਨਹੀਂ ਹਲੇ ਅੱਜ ਦਰਵਾਜ਼ੇ ਸਾਰੇ ਬੰਦ ਨੇ, ਆਉਣ ਵਾਲੇ ਸਮੇਂ ਬਾਅਦ ਜਿਹੇ ਜਿਹੇ ਹਾਲਾਤ ਹੋਣਗੇ ਵੇਖਾਂਗੇ। ਅੱਜ ਸਰਬਸੰਮਤੀ ਵੀ ਹੋ ਸਕਦੀ ਕਿਸੇ ਕੋਈ। ਹਾਂ ਬੀਬੀ ਜੀ ਨਾ ਵਾਪਸ ਲੈ ਲੈ, ਸਰਬਸੰਮਤੀ ਆ। ਬਹੁਤ ਮਿਹਰਬਾਨੀ। ਸੋ ਇਹ ਸਨ ਸਿਕੰਦਰ ਸਿੰਘ ਮਲੂਕਾ, ਅਕਾਲੀ ਦਲ ਦੇ ਸੀਨੀਅਰ ਲੀਡਰ, ਅਤੇ ਇਸ ਤੋਂ ਪਹਿਲਾਂ ਦਲਜੀਤ ਸਿੰਘ ਚੀਮਾ ਹੋਰਾਂ ਨੇ ਵੀ ਆਪਣੀ ਗੱਲਬਾਤ ਜਿਹੜੀ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਆ ਕਿ ਬਹੁਮਤ ਜਿਹੜੀ ਆ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਹੱਕ ਦੇ ਵਿੱਚ ਹੀ ਮੈਂਬਰਾਂ ਦੀ ਜਿਹੜੀ ਆ ਉਹ ਪੁਖਤੇਗੀ। ਸੋ ਇਸ ਵੇਲੇ ਲਗਾਤਾਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਮੀਡੀਆ ਅਤੇ ਹੋਰ ਵੱਖ-ਵੱਖ ਲੋਕ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਆ, ਖਾਸ ਤੌਰ ਤੇ ਮੈਂਬਰ ਸਾਹਿਬਾਨ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਅਮਲਾ ਆ ਉਹ ਇੱਥੇ ਇਸ ਵੇਲੇ ਮੌਜੂਦ ਆ, ਤੇ ਹੋਰ ਤਾਦਾਦ ਜਿਹੜੀ ਆ ਉਹ ਵੱਧ ਸਕਦੀ ਆ। ਬੀਬੀ ਜਗੀਰ ਕੌਰ ਜਿਹੜੇ ਆ ਉਹ ਇੱਥੇ ਪਹੁੰਚੇ ਹੈਗੇ ਨੇ, ਪਰ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਗਏ ਨੇ। ਜਦੋਂ ਇੱਥੇ ਪਹੁੰਚਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰਾਂਗੇ। ਇੱਕ ਲਿਫਾਫਾ ਕਲਚਰ ਖਤਮ ਕੀਤਾ ਹੈ ਔਰ ਦੂਸਰਾ ਤੁਹਾਨੂੰ ਵਾਪਸੀ ਦਾ ਕਿਹਾ ਉਹਨਾਂ ਨੇ। ਵਾਪਸੀ ਕਿਉਂ ਕਾਲੇ ਪੈਨੇ ਹੋ ਤੁਸੀਂ? ਨਾਲੇ ਤਾਂ ਸੁਖਬੀਰ ਬਾਦਲ ਹਰੀ ਪਏ ਤੁਸੀਂ ਹਮੇਸ਼ਾ ਸਪੋਰਟਿਵ ਰਹੇ, ਪ੍ਰੈਸ ਦੇ ਦੱਸ ਦਿਓ ਥੋੜਾ ਜਿਹਾ ਜੀ, ਇਹਨਾਂ ਦੱਸ ਦਿਓ। ਦੇਖੋ ਮੇਰੀ ਬੇਨਤੀ ਹੈ, ਹਾਂਜੀ ਹਾਂਜੀ, ਉਹ ਜੋ ਕਰਨ ਮੈਂ ਕਿਸੇ ਦੇ ਕਿੰਤੂ ਨਹੀਂ ਕਰਨਾ, ਕਿਉਂਕਿ ਸਿਆਸੀ ਲੋਕ ਜਿਹੜੇ ਇਕੱਲੇ ਸਿਆਸਤ ਵਿੱਚ ਹੁੰਦੇ ਨਾ ਜੀ, ਉਹਨਾਂ ਨੇ ਗਾਲਾਂ ਵੀ ਕੱਢਣੀਆਂ ਹੁੰਦੀਆਂ, ਉਹਨਾਂ ਪ੍ਰੈਸ਼ਰ ਵੀ ਪਾਉਣੀ ਹੁੰਦੀ। ਲੇਕਿਨ ਬੀਬੀ ਜਗੀਰ ਕੌਰ ਧਾਰਮਿਕ ਸੰਸਥਾ ਦੀ ਚੋਣ ਲੜ ਰਹੀ ਹੈ, ਤੇ ਮੈਂ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਨਿਸ਼ਕਾਮ ਸੇਵਕ ਹੋ ਕੇ ਮੈਂਬਰ ਜਿਹੜੇ ਹੈ ਖਾਲਸਾ ਪੰਥ ਦੀ ਇਸ ਜਥੇਬੰਦੀ ਵਾਸਤੇ ਵੋਟ ਪਾਣ। ਆ ਕੇ ਕਰਾਂਗੇ। ਸੋ ਬੀਬੀ ਜਗੀਰ ਕੌਰ ਜਿਹੜੇ ਆ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਆਏ ਆ। ਉਹਨਾਂ ਨੇ ਕਿਹਾ ਕਿ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਕੇ ਆਈ ਹਾਂ ਕਿ ਜਿਹੜੀ ਆ ਉਹ ਪ੍ਰਧਾਨਗੀ ਮੈਨੂੰ ਮਿਲੇ ਤੇ ਮੈਂ ਨਿਸ਼ਕਾਮ ਸੇਵਾ ਜਿਹੜੀ ਆ ਉਹ ਕਰਾਂਗੀ। ਸੋ ਇਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਨੂੰ ਜਾਂਦਾ ਹੋਇਆ ਜਿਹੜਾ ਰਸਤਾ ਆ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਬੀਬੀ ਜਗੀਰ ਕੌਰ ਹੋਰੀ ਜਿਹੜੇ ਆ ਉਹ ਜਾ ਰਹੇ ਆ, ਲੰਘ ਰਹੇ ਆ। ਇਸ ਤੋਂ ਅੱਗੇ ਮੀਡੀਆ ਨੂੰ ਐਂਟਰੀ ਜਿਹੜੀ ਆ ਉਹ ਨਹੀਂ ਹੈਗੀ। ਸੋ ਇਸ ਵੇਲੇ ਇੱਥੋਂ ਜਿਹੜੀ ਬੀਬੀ ਜੀ ਨੇ ਚਲਦਿਆਂ ਥੋੜੀ ਗੱਲਬਾਤ ਕੀਤੀ ਉਹ ਤੁਹਾਡੇ ਤੱਕ ਪਹੁੰਚਾਈ ਆ, ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਬੀਬੀ ਜਗੀਰ ਕੌਰ ਜਿਹੜੇ ਆ ਉਹ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ, ਉਹ ਇਤਿਹਾਸਿਕ ਹਾਲ ਜਿੱਥੇ ਕਈ ਤਰ੍ਹਾਂ ਦੇ ਜਿਹੜੇ ਆ ਪੰਥਕ ਫੈਸਲੇ ਹੁੰਦੇ ਆ, ਨਾਲ ਖਾਸ ਤੌਰ ਦੇ ਉੱਤੇ ਸਾਲ ਬਾਅਦ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਹੁੰਦੀ ਆ, ਉਹਦੇ ਵਾਸਤੇ ਵੀ ਜਿਹੜੇ ਮੈਂਬਰ ਸਭਾਨ ਆ ਉੱਥੇ ਚੱਲ ਕੇ ਹੀ ਪ੍ਰਧਾਨ ਦੀ ਚੋਣ ਜਿਹੜੀ ਆ ਉਹ ਕਰਦੇ ਆ। ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਉਹ ਪਹਿਲਾਂ ਜਾਂਦਾ, ਪਾਠ ਹੁੰਦਾ, ਅਰਦਾਸ ਹੁੰਦੀ ਆ, ਹੁਕਮਨਾਮਾ ਲਿਆ ਜਾਂਦਾ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਉਹ ਫੈਸਲੇ ਜਿਹੜੇ ਆ ਉਹ ਲੈ ਜਾਂਦੇ ਆ। ਸੋ ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਜਿਹੜੀਆਂ ਆ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰੋਂ ਜਿਹੜੀਆਂ ਆ ਉਹ ਦੇਖ ਰਹੇ ਹੋ, ਤੇ ਸਿੱਧੇ ਰਸਤੇ ਲੰਘਦਿਆਂ ਉਹਨਾਂ ਨੇ ਗੱਲਬਾਤ ਜਿਹੜੀ ਆ ਉਹ ਕੀਤੀ ਆ। ਇੱਕ ਮਿੰਟ, ਇਹ ਕਹਿਣਾ ਵੀ ਉਹ ਸਪਾਂਸਰਡ ਆ, ਹੋਰ ਕਈ ਗੱਲਾਂ ਨੇ ਉਹਨਾਂ ਦੇ ਜੀਵਨ ਦੀਆਂ ਪਰਸਨਲੀ ਜਿਹੜੇ। ਸੋ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਵੀ ਇਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਂਟਰ ਹੋ ਰਹੇ ਆ, ਨਾਲ ਉਹਨਾਂ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਆ ਉਹ ਜਾ ਰਹੇ ਆ, ਤੇ ਨਾਲ ਹੋਰ ਸੀਨੀਅਰ ਲੀਡਰ ਰਘਬੀਰ ਸਿੰਘ ਰਾਜਾ ਸਾਂਸੀ ਉਹ ਵੀ ਉਹਨਾਂ ਦੇ ਨਾਲ ਜਿਹੜਾ ਆ ਉਹ ਇਸ ਵੇਲੇ ਐਂਟਰੀ ਜਿਹੜੀ ਆ ਉਹ ਕਰ ਰਹੇ ਆ।
ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਜਿਹੜੇ ਹੋਰ ਮੈਂਬਰ ਸਾਹਿਬਾਨ ਨੇ ਉਹਨਾਂ ਦੇ ਨਾਲ ਉਹ ਵੀ ਇਸ ਵੇਲੇ ਜਿਹੜੇ ਆ ਉਹ ਐਂਟਰ ਹੋ ਰਹੇ ਆ। ਤੇ ਇਸ ਵੇਲੇ ਦੀਆਂ ਇਹ ਤਸਵੀਰਾਂ ਜਿਹੜੀਆਂ ਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਦੀਆਂ ਤਸਵੀਰਾਂ, ਜਿੱਥੋਂ ਰਸਤਾ ਜਿਹੜਾ ਆ ਉਹ ਸਿੱਧਾ ਪੌੜੀਆਂ ਚੜ੍ਹ ਕੇ ਉੱਪਰ ਫਸਟ ਫਲੋਰ ਦੇ ਉੱਤੇ ਜਿਹੜਾ ਆ ਉਹ ਜਾਂਦਾ ਆ, ਜਿੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੱਜ ਦੀ ਜਿਹੜੀ ਆ ਉਹ ਪ੍ਰਧਾਨਗੀ ਦੀ ਜਿਹੜੀ ਚੋਣ ਆ ਉਹ ਹੋਣੀ ਆ। ਤੇ ਇਸ ਵੇਲੇ ਜਿੰਨਾ ਇਕੱਠ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਆ ਉਸ ਤੋਂ ਕਿਤੇ ਜ਼ਿਆਦਾ ਇਕੱਠ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਜਿੱਥੋਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਅੱਜ ਹਰੇਕ ਮੈਂਬਰ, ਹਰੇਕ ਵਿਅਕਤੀ ਨੂੰ ਜਿਹੜਾ ਆ ਉਹ ਲਿਆਂਦਾ ਜਾ ਰਿਹਾ, ਜਿਹੜਾ ਕਦੇ ਪਹਿਲਾਂ ਸ਼ਾਇਦ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਜਾਣ ਕਾਰਨ ਇੱਥੇ ਨਹੀਂ ਪਹੁੰਚ ਸਕਿਆ ਪਿਛਲੀਆਂ ਚੋਣਾਂ ਦੇ ਵਿੱਚ, ਕਿਉਂਕਿ ਇਸ ਵੇਲੇ ਮੈਂਬਰ ਜਿਹੜੇ ਆ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੰਜਿਆਂ ਤੋਂ ਉਠਾ ਕੇ ਜਿਹੜਾ ਆ ਅੱਜ ਦੀ ਇਲੈਕਸ਼ਨ ਦੇ ਵਿੱਚ ਵੀ ਕਿਤੇ ਇਹ ਇਲੈਕਸ਼ਨ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਨਾ ਚਲੀ ਜਾਵੇ, ਆਪੋ ਆਪਣੇ ਮੈਂਬਰ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹ ਲਿਜਾਇਆ ਜਾ ਰਿਹਾ ਆ ਤੇਜਾ ਸਿੰਘ ਸਮੁੰਦਰੀ ਹਾਲ ਤੱਕ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਜਿਹੜਾ ਆ ਅੱਜ ਸ਼ੁਰੂ ਹੋਣ ਵਾਲਾ ਆ। ਕੋਈ ਦੇਰ ਦੇ ਵਿੱਚ ਪ੍ਰਧਾਨਗੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣੀ ਆ। 2 ਕੈਂਡੀਡੇਟ ਜਿਹੜੇ ਆ ਮੈਦਾਨ ਦੇ ਵਿੱਚ ਨੇ, ਬੀਬੀ ਜਗੀਰ ਕੌਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ। ਸੋ ਮੇਰੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ ਨੇ, ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਅੱਜ ਦੀ ਇਲੈਕਸ਼ਨ ਨੂੰ ਕਿਵੇਂ ਦੇਖ ਰਿਹਾ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਕਿਵੇਂ ਦੇਖ ਰਹੇ ਹੋ ਅੱਜ ਦੀ ਇਲੈਕਸ਼ਨ ਨੂੰ? ਪਹਿਲਾਂ ਹੀ ਪਤਾ ਲੱਗ ਗਿਆ ਕਿ ਕੈਂਡੀਡੇਟ ਕੌਣ ਹੈਗੇ ਨੇ, ਨਹੀਂ ਤਾਂ ਇਹ ਚੱਲਦਾ ਹੁੰਦਾ ਸੀਗਾ ਕਿ ਆ ਜਿਹੜਾ ਆ ਉਹਨਾਂ ਦਾ ਨਾਂ ਨਿਕਲ ਸਕਦਾ, ਆ ਨਿਕਲ ਸਕਦਾ। ਬੀਬੀ ਨੇ ਲਿਫਾਫੇ ਵਾਲੀ ਗੱਲ ਕਰਕੇ ਤੁਹਾਨੂੰ ਕੀ ਲੱਗਦਾ ਸਹੀ ਕੀਤਾ ਹੈ? ਤੇ ਜਿਵੇਂ ਬੀਬੀ ਕਿਸੇ ਦੇ ਮੰਨਣ ਤੇ ਵੀ ਨਹੀਂ ਮੰਨ ਰਹੇ, ਮਨਾਉਣ ਤੇ ਵੀ ਨਹੀਂ ਮੰਨ ਰਹੇ, ਉਹਨਾਂ ਦੇ ਕੀ ਲੱਗਦਾ ਕਿ ਪਿੱਛੇ ਕੋਈ ਹੋਰ ਤਾਕਤ ਜਿਹੜੀ ਕੰਮ ਕਰ ਰਹੀ ਹੈ? ਵੇਖੋ, ਜਿਹੜੀ ਮੰਨਣ ਮਨਾਉਣ ਦੀ ਗੱਲ ਉਹ ਅਲੱਗ ਆ, ਸ਼ਕਤੀਆਂ ਤੇ ਪਿੱਛੇ ਖੜੀਆਂ ਹੁੰਦੀਆਂ। ਹਰ ਇੱਕ ਬੰਦਾ ਜਦੋਂ ਕੋਈ ਠੋਸ ਕਦਮ ਚੁੱਕਦਾ ਨਾ ਸ਼ਕਤੀ ਤੇ ਖੜੀ ਹੁੰਦੀ ਆ। ਲੇਕਿਨ ਜਿਹੜੀ ਗੱਲ ਤੁਸੀਂ ਪਹਿਲਾਂ ਅਨਾਉਂਸਮੈਂਟ ਦੀ ਕੀਤੀ ਗੱਲ, ਇਹ ਲਿਫਾਫਾ ਕਲਚਰ 1999 ਵਿੱਚ ਸ਼ੁਰੂ ਹੋਇਆ ਸੀਗਾ। 1994 ਦੇ ਵਿੱਚ ਬਕਾਇਦਾ ਤੌਰ ਤੇ ਆਤਮਾ ਸਿੰਘ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਚੋਣ ਲੜੀ ਸੀਗੀ, ਲੇਕਿਨ ਆਤਮਾ ਸਿੰਘ ਨੂੰ ਪਾਰਟੀ ਚੋਂ ਨਹੀਂ ਕੱਢਿਆ ਗਿਆ। 1994 ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਪ੍ਰੇਮ ਸਿੰਘ ਲਾਲਪੁਰਾ ਨੂੰ ਚੋਣ ਲੜੀ ਸੀਗੀ। ਪ੍ਰੇਮ ਸਿੰਘ ਲਾਲਪੁਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਮੀਦਵਾਰ ਸੀ ਤੇ ਜੇ ਟੋੜਾ ਸਾਹਿਬ ਆਪਣੇ ਗਰੁੱਪ ਦੇ ਉਮੀਦਵਾਰ ਸੀ। ਗਰੁੱਪ ਸੀ ਪਾਰਟੀ ਦੇ ਵਿੱਚ, ਲੇਕਿਨ ਪਾਰਟੀ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਬਾਹਰ ਨਹੀਂ ਕੱਢਿਆ ਗਿਆ। 1999 ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਆਪ ਅਸਤੀਫਾ ਦੇ ਗਏ ਸੀ, ਜਦੋਂ ਪਤਾ ਸੀ ਵੀ ਸਾਡਾ ਹੁਣ ਇਹਨਾਂ ਨੇ ਪੇਸ਼ ਨਹੀਂ ਜਾਣ ਦੇਣੀ। ਕਿਉਂਕਿ 1996 ਦੇ ਵਿੱਚ ਬਕਾਇਦਾ ਜਦੋਂ ਇਲੈਕਸ਼ਨ ਹੋਈ ਨੇ ਐਸਜੀਪੀਸੀ ਦੀ, ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਸਿਰਫ 50 ਟਿਕਟਾਂ ਦਿੱਤੀਆਂ ਗਈਆਂ ਸੀਗੀਆਂ, ਬਾਕੀ 170 ਟਿਕਟਾਂ ਉਹਨਾਂ ਆਪਣੇ ਬੰਦੇ ਦਿੱਤੀਆਂ ਸੀਗੀਆਂ। ਉਦੋਂ ਹੀ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਸੀ ਵੀ ਭਾਈ ਬਚ ਕੇ ਚੱਲਿਓ, ਆਪਣੇ ਤੇ ਕੋਈ ਭੀੜ ਬਣ ਸਕਦੀ ਹੈ। ਤੇ ਉਸ ਭੀੜ ਦੇ ਜਿਹੜੇ ਸਰੋਤ ਸੀ ਉਹ ਟੋੜਾ ਸਾਹਿਬ ਆਪ ਹੀ ਬਣੇ ਸੀ 1998 ਦੇ ਵਿੱਚ। ਉਹ ਲਗਮੀ ਐਟਰ ਫਿਰ ਗੱਲ ਕਰਾਂਗੇ ਆਪਾਂ। ਲੇਕਿਨ ਅੱਜ ਦੀ ਜਿਹੜੀ ਤੁਸੀਂ ਇਲੈਕਸ਼ਨ ਗੱਲ ਕਰ, ਜਿਹੜੀ ਗੱਲ ਤੁਸੀਂ ਕੀਤੀ ਬੀਬੀ ਦੇ ਪਿੱਛੇ ਸ਼ਕਤੀਆਂ ਖੜੀਆਂ ਨੇ, ਚ ਕੋਈ ਦੋਰਾਵਾ ਨਹੀਂ ਹੈਗੀਆਂ। ਦੂਸਰੀ ਚੀਜ਼, ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ 2017 ਦੇ ਵਿੱਚ, ਫਿਰ 2022 ਜਿਸ ਤਰ੍ਹਾਂ ਵਿਧਾਨ ਸਭਾ 'ਚ ਕਮਜ਼ੋਰ ਹੋਇਆ, ਉਸ ਤੋਂ ਬਾਅਦ ਕੰਟਰੋਲ ਘਟਦਾ ਗਿਆ। ਵੱਡੇ ਬਾਦਲ ਸਾਹਿਬ ਚੁੱਪ ਕਰਕੇ ਬੈਠ ਕੇ ਉਹਨਾਂ ਕਿਹਾ ਜੀ ਮੈਂ ਕੋਈ ਇੰਟਰਸਟ ਨਹੀਂ ਲੈਣਾ, ਕਿਉਂ ਉਹ ਇੱਕ ਇਹੋ ਜਿਹੇ ਸਰੋਤਾਂ ਨੇ, ਵਕਤਾਂ ਨੇ ਸਰਦਾਰ ਬਾਦਲ, ਉਹਨਾਂ ਨੂੰ ਪਤਾ ਵੀ ਕਿਸੇ ਬੰਦੇ ਨੂੰ ਕਿਵੇਂ ਸੈੱਟ ਕਰ ਸਕਦੇ ਹਾਂ ਅਸੀਂ। ਮੈਂ ਅੱਜ ਵੀ ਕਹਿੰਦਾ, ਜੇ ਅੱਜ ਵੀ ਸਰਦਾਰ ਬਾਦਲ ਨੂੰ ਲੈ ਕੇ ਬੀਬੀ ਜਗੀਰ ਕੌਰ ਦੇ ਘਰ ਚਲੇ ਜਾਂਦੇ ਤੇ ਸ਼ਾਇਦ ਬੀਬੀ ਜਗੀਰ ਕੌਰ ਇਸ ਗੱਲ ਨੂੰ ਮੰਨ ਜਾਂਦੀ ਵੀ ਚਲੋ ਠੀਕ ਹੈ ਜੀ, ਮੈਂ ਆਪਣੇ ਕਾਗਜ਼ ਵਾਪਸ ਲੈ ਲੈਂਦੀ। ਲੇਕਿਨ ਬਾਦਲ ਸਾਹਿਬ ਨੂੰ ਜਿਹੜੀ ਸੀ ਬੀਬੀ ਜੀ ਪਹਿਲਾਂ ਮਿਲਿਆ ਸੀ, ਬੀਬੀ ਜੀ ਨੇ ਆਪਣੀ ਬਾਈਟ 'ਚ ਵੀ ਕਿਹਾ, ਮੈਂ ਬਾਦਲ ਸਾਹਿਬ ਨੂੰ ਪਹਿਲਾਂ ਮਿਲਾਈ ਆ ਤਾਂ ਉਹਨਾਂ ਮੈਨੂੰ ਕਹਿ ਦਿੱਤਾ ਸੀ ਬੀਬੀ ਜੀ ਜਿੱਦਾਂ ਮਰਜ਼ੀ ਕਰੋ। ਇਸ ਕਰਕੇ ਐਤਕੀ ਜੇ ਡੈਮੋਕ੍ਰੇਸੀ ਦੀ ਗੱਲ ਨਹੀਂ, ਡੈਮੋਕ੍ਰੇਸੀ ਤਦ ਬਹਾਲ ਹੁੰਦੀ ਹੈ ਜੇ ਕਿਤੇ ਇਹ ਇਲੈਕਸ਼ਨ ਡੈਮੋਕ੍ਰੇਟਿਕ ਵੇ ਨਾ ਹੋਵੇ। ਤੇ ਜਿਹੜੀ ਗੱਲ ਤੁਸੀਂ ਕਹੀ ਹੈ, ਸ਼ਕਤੀਆਂ ਹੈਗੀਆਂ ਨੇ, ਦੋਹੀਂ ਪਾਸੇ ਖੜੀਆਂ ਨੇ। ਸ਼ਕਤੀ ਪ੍ਰਦਰਸ਼ਨ ਸੁਖਬੀਰ ਸਿੰਘ ਬਾਦਲ ਦਾ ਇਸ ਵੇਲੇ ਜੀ ਸਿਚੁਏਸ਼ਨ ਜਿਹੜੀ ਬਣੀ ਆ, ਬੀਬੀ ਜਗੀਰ ਕੌਰ ਨੂੰ 10 ਵੋਟਾਂ ਪੈਣ ਜਾਂ 20 ਪੈਣ ਜਾਂ 30 ਪੈਣ, ਇਹ ਮੈਟਰ ਨਹੀਂ ਕਰਦੀਆਂ। ਲੇਕਿਨ ਬੀਬੀ ਨੇ ਜੋ ਕਰਨਾ ਗੇਨ ਹੀ ਕਰਨਾ, ਉਹਦੇ ਕੋਲ ਲਾਸ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ। ਲੇਕਿਨ ਅਕਾਲੀ ਦਲ ਨੂੰ ਭਾਵੇਂ 1 ਵੋਟ ਦਾ ਲਾਸ ਹੁੰਦਾ ਜਾਂ 10 ਵੋਟ ਹੁੰਦਾ, ਉਹਨੇ ਲਾਸ ਹੀ ਕਰਨਾ। ਜਿਵੇਂ ਬੀਬੀ ਜੀ ਕਹਿ ਰਹੇ ਆ ਕਿ ਮੇਰੇ ਕੋਲ 75 ਜਿਹੜੇ ਮੈਂਬਰ ਆ ਉਹ ਹੈਗੇ ਆ, ਤੇ ਦੂਸਰੇ ਪਾਸੇ ਇੱਥੇ ਜਿਹੜੇ ਸੁਖਬੀਰ ਬਾਦਲ ਹੋਰਾਂ ਦੇ OST ਰਹੇ ਆ, ਚਰਨਜੀਤ ਸਿੰਘ ਬਰਾੜ, ਉਹ ਵੀ ਆਏ ਆ। ਤੇ ਉਹਨਾਂ ਨੂੰ ਮੀਡੀਆ ਕਰਮੀ ਪੁੱਛ ਰਹੇ ਸੀ ਕਿ ਤੁਸੀਂ ਮੈਂਬਰਾਂ ਨੂੰ ਕੀ ਕਹਿ ਰਹੇ ਹੋ? ਕਹਿੰਦੇ ਅਸੀਂ ਤਾਂ ਤਰਲ ਮਿੰਨਤਾਂ ਹੀ ਕਰ ਰਹੇ ਹਾਂ। ਨਹੀਂ, ਵੇਖੋ ਉਹਨਾਂ ਦੀ ਗੱਲ ਸਹੀ ਆ।
1994 ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਪ੍ਰੇਮ ਸਿੰਘ ਲਾਲਪੁਰਾ ਇਲੈਕਸ਼ਨ ਲੜੀ ਸੀ ਨਾ, ਉਸ ਟਾਈਮ ਤੇ ਟੌੜਾ ਸਾਹਿਬ ਪਹਿਲਾਂ ਕਹਿੰਦੇ ਤੂੰ ਕਿਧਰ ਮੂੰਹ ਚੁੱਕਿਆ ਹੀ, ਉਦੋਂ ਕਹਿੰਦੇ ਸਾਡੇ ਮੈਂਬਰ ਸਾਹਿਬ ਨੇ ਜੀ। ਤੇ ਜਿਹੜਾ ਹੈਗਾ ਸੀ ਈਸਾਪੁਰ ਜਸਨ ਸਿੰਘ ਈਸਾਪੁਰ ਮੈਂਬਰ ਸੀ SCPC, ਬਾਅਦ ਜਨਰਲ ਸੈਕਟਰੀ ਬਣਦਾ, ਉਹਨੇ ਗੱਲ ਕਹੀ ਸੀ ਜੋ ਸ਼ਬਦ ਵਰਤੇ ਮੈਂ ਵਰਤਣ ਲੱਗਾ, ਕਹਿੰਦਾ ਸਾਰੀ ਉਮਰ ਐਤਕੀ ਪਹਿਲੀ ਵਾਰੀ ਜਿੱਦਾਂ ਟੌੜਾ ਬਿੱਲਾ ਕੇ ਬੁਲਾਇਆ ਸੀ ਉਹਨੇ ਗੱਲ ਕਹੀ ਸੀ, ਭਾਵੇਂ ਉਹ ਗੱਲ ਮਜ਼ਾਕ 'ਚ ਕਹੀ ਸੀ, ਉਹ ਮੈਂ ਖਬਰ ਵੀ ਲਾਈ ਸੀ, ਉਹ ਚਰਚਾ ਵੀ ਇਸ ਗੱਲ ਦੀ ਹੋਈ ਸੀ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਵੀ ਇਹ ਗੱਲ ਮੈਂਬਰਾਂ ਦੀ ਪੁੱਛ ਪੜਤਾਲ ਹੈਗੀ ਆ, ਬੀਬੀ ਵਾਲੇ ਪਾਸੇ ਵੀ ਦੂਜੇ ਪਾਸੇ ਵੀ ਹੈਗੀ ਆ। ਕਿਉਂ ਹਾਕਮ ਧਿਰ ਨੇ ਜਿਹੜਾ ਅਸੀਂ ਕੱਲ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਲਿਆ ਵਾ, ਕਿੰਨੇ ਮੈਂਬਰ ਹੈ ਕਿੰਨੇ ਦੀ ਮੇਰੇ ਕੋਈ ਜਾਣਕਾਰੀ ਨਹੀਂ, ਭਾਵੇਂ ਉਸ 107 ਦਾ ਦਾਅਵਾ ਕਰ ਰਹੇ ਆ, ਲੇਕਿਨ ਤਸਵੀਰਾਂ ਦੇ ਵਿੱਚ 107 ਨਹੀਂ ਸੀ ਲੱਗ ਰਹੇ। ਫਿਰ ਵੀ ਹਾਕਮ ਧਿਰ ਦਾ ਵਾਧਾ ਹੁੰਦਾ ਜੀ। ਚੈਲੰਜ ਬੜਾ ਵੱਡਾ ਹੈ ਪੱਟੀ ਸਾਹਿਬ, ਜਿਵੇਂ ਦਿੱਲੀ ਦੀ ਕਮੇਟੀ ਸੀਗੀ ਉਹ ਵੀ ਸੁਖਬੀਰ ਬਾਦਲ ਹੋਰਾਂ ਨੇ ਜਿੱਤੀ ਸੀਗੀ, ਤੇ ਉਸ ਤੋਂ ਬਾਅਦ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਤੋਂ ਬਾਅਦ ਦੇ ਵਿੱਚ ਕਾਲਕਾ ਵੀ ਇਹਨਾਂ ਦਾ ਸਾਥ ਛੱਡ ਗਏ। ਉਸ ਤੋਂ ਬਾਅਦ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਵੀ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਜਿਹੜਾ ਆ ਉਹ ਗਿਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਨਾਂ ਨਾਲ ਜਾਣਿਆ ਜਾਂਦਾ ਆ, ਜੇਕਰ ਇਸ ਦੇ ਪ੍ਰਧਾਨ ਬੀਬੀ ਜਗੀਰ ਕੌਰ ਬਣ ਜਾਂਦੇ ਆ ਤਾਂ ਤੁਸੀਂ ਕਿਵੇਂ ਦੇਖਦੇ ਹੋ, ਕੀ ਬਦਲਾਅ ਦੇਖਣ ਨੂੰ ਮਿਲਣਗੇ, ਜਾਂ ਇਹ ਸਿੱਖਾਂ ਵਾਸਤੇ ਇੱਕ ਚੰਗੀ ਖਬਰ ਹੋਏਗੀ ਜਾਂ ਮਾੜੀ ਖਬਰ ਹੋਏਗੀ? ਕੋਈ ਬਦਲਾਅ ਨਹੀਂ ਆਏਗਾ ਜੀ, ਇਹ ਮੈਂ ਦਾਅਵੇ ਨਾਲ ਕਹਿ ਸਕਦਾ, ਬੀਬੀ ਬਣੇ ਜਾਂ ਆਪਣੇ ਧਾਮੀ ਸਾਹਿਬ ਬਣ, ਕੋਈ ਬਦਲਾਅ ਨਹੀਂ ਆਏਗਾ। ਮਤਲਬ ਚਿਹਰੇ ਹੀ ਬਦਲਨੇ ਆ? ਚਿਹਰੇ ਹੀ ਬਦਲਨੇ, ਬਦਲਾਅ ਕੋਈ ਨਹੀਂ ਆਏਗਾ। ਉਹਦਾ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਸਿਆਸਤ ਜਿਹੜੀ ਘਰ ਕਰ ਚੁੱਕੀ ਹੈ, ਜਿੰਨਾ ਚਿਰ ਇੱਥੇ ਧਾਰਮਿਕ ਪ੍ਰਵਿਰਤੀ ਵਾਲੇ ਬੰਦੇ ਨਹੀਂ ਆਉਂਦੇ, ਸੇਵਾ ਵਾਲੇ ਬੰਦੇ ਨਹੀਂ ਆਉਂਦੇ, ਉਹਨਾਂ ਚਿਰ ਕਿਸੇ ਕਿਸਮ ਦਾ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈਗੀ। ਸੋ ਬਿਲਕੁਲ, ਸੋ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ। ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜਿਹੜੇ ਆ ਉਹ ਵੀ ਪਹੁੰਚੇ ਨੇ, ਇੱਥੇ ਪਹੁੰਚੇ ਨੇ। ਸੋ ਉਹ ਵੀ ਮੀਡੀਆ ਦੇ ਨਾਲ ਮਿਲ ਰਹੇ ਨੇ, ਗੱਲਬਾਤ ਕਰ ਰਹੇ ਆ, ਤੇ ਇੱਥੇ ਗੱਲਬਾਤ ਜਿਹੜੀ ਆ ਉਹ ਵੀ। ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਚੋਣ ਨੂੰ? ਪ੍ਰਧਾਨ ਜੀ ਤੁਸੀਂ ਨਾ ਨਹੀਂ ਕੀਤੀ ਕਦੀ, ਮੈਨੂੰ ਤਾਂ ਕੀਤੀ ਨਹੀਂ। 2 ਮਿੰਟ ਗੱਲ ਪਰ ਕਰਦੇ ਨਾ ਪੁੱਤ ਨਾ। ਸੋ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜਿਹੜੇ ਆ ਉਹ ਜਿਹੜੇ ਪਹਿਲਾਂ ਪ੍ਰਧਾਨ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਉਹ ਪਹੁੰਚੇ ਨੇ। ਕਿਉਂਕਿ ਅੱਜ ਮੈਂ ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ ਕਿ ਹਰੇਕ ਉਹ ਵੀ ਮੈਂਬਰ ਜਿਹੜਾ ਕਿ ਮੰਜੇ ਤੋਂ ਨਹੀਂ ਉੱਠ ਸਕਦਾ, ਉਸ ਨੂੰ ਵੀਲ ਚੇਅਰ ਦੇ ਉੱਤੇ ਬਿਠਾ ਕੇ ਲਿਆਂਦਾ ਜਾ ਸਕਦਾ ਆ, ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਕਿ ਇੱਕ ਇੱਕ ਵੋਟ ਬੜੀ ਕੀਮਤੀ ਆ ਤੇ ਕਿਵੇਂ ਅੱਜ ਦੀ ਇਲੈਕਸ਼ਨ ਜਿਹੜੀ ਆ ਉਹ ਹੋਣੀ ਆ। ਸੋ ਤੁਸੀਂ ਦੇਖ ਸਕਦੇ ਹੋ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਇਲੈਕਸ਼ਨ ਆ ਉਹ ਹੋਣੀ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਜਿੰਨੇ ਵੀ ਕਰਮਚਾਰੀ ਨੇ ਉਹ ਇੱਥੇ ਮੌਜੂਦ ਨੇ, ਤੇ ਨਾਲ ਮੀਡੀਆ ਵੱਡੀ ਗਿਣਤੀ 'ਚ, ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ। ਪਹਿਲੀ ਵਾਰ ਇੱਕ ਚੈਲੰਜ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਹੜਾ ਆ ਉਹ ਦਿੱਤਾ ਗਿਆ ਬੀਬੀ ਜਗੀਰ ਕੌਰ ਦੇ ਵੱਲੋਂ, ਜਿਹੜੇ ਕਿ 4 ਵਾਰ ਪ੍ਰਧਾਨ ਜਿਹੜੇ ਆ ਉਹ ਰਹਿ ਵੀ ਚੁੱਕੇ ਨੇ, ਤੇ ਉਹਨਾਂ ਵੱਲੋਂ ਫਿਰ ਇੱਕ ਵਾਰ ਜਿਹੜਾ ਆ ਉਹ ਦਾਅਵਾ ਕੀਤਾ ਜਾ ਰਿਹਾ ਕਿ ਉਹ ਪ੍ਰਧਾਨ ਬਣਨਗੇ। ਸੋ ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਇਸ ਇਲੈਕਸ਼ਨ ਦੇ ਵਿੱਚ ਕਿਵੇਂ ਵੱਡੇ ਪੱਧਰ ਦੇ ਉੱਤੇ ਜਿਹੜਾ ਆ ਉਹ ਅੱਜ ਵੋਟਾਂ ਪੈਂਦੀਆਂ ਨੇ। ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਹਰੇਕ ਮੈਂਬਰ ਨੂੰ ਕਿਹਾ ਕਿ ਤੁਸੀਂ ਆਉਣਾ ਹੀ ਆਉਣਾ ਵਾ, ਜ਼ਰੂਰੀ ਆਉਣਾ ਆ। ਸੋ 157 ਮੈਂਬਰਾਂ ਦੇ ਵਿੱਚੋਂ ਜੇਕਰ 50 ਜਾਂ 52 ਵੀ ਇੱਥੇ ਸ਼ਾਮਲ ਹੁੰਦੇ ਆ ਤਾਂ ਬੀਬੀ ਵੀ ਦਾਅਵਾ ਕਰ ਰਿਹਾ ਕਿ 75 ਮੈਂਬਰ ਉਹਨਾਂ ਦੇ ਹੱਕ ਦੇ ਵਿੱਚ ਹੈਗੇ ਨੇ। ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਆ ਕਿ ਅੱਧੋ ਅੱਧ 50-50 ਦੀ ਟੱਕਰ ਜਿਹੜੀ ਆ ਉਹ ਚੱਲ ਰਹੀ ਆ। ਸੋ ਇਸ ਤੋਂ ਅਗਾਂਹ ਹੁਣ ਜਿਹੜਾ ਫਾਈਨਲ ਨਤੀਜਾ ਆ ਉਹ ਤਾਂ ਵੋਟਿੰਗ ਤੋਂ ਬਾਅਦ ਦੇ ਵਿੱਚ ਹੀ ਨਿਕਲਣਾ ਆ। ਸੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਇਸ ਵੇਲੇ ਜਿਹੜੇ ਆ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਂਟਰ ਹੋ ਰਹੇ ਆ, ਕਿਉਂਕਿ ਜਿਹੜੇ ਮੈਂਬਰ ਸਾਹਿਬਾਨ ਉਹਨਾਂ ਦੇ ਨਾਲ 5 ਤਖਤਾਂ ਦੇ ਜਥੇਦਾਰ ਜਿਹੜੇ ਹੁੰਦੇ ਆ ਉਹ ਵੀ ਮੈਂਬਰ ਹੁੰਦੇ ਆ। ਸੋ ਇਸ ਵੇਲੇ ਜਿਹੜੇ ਆ ਉਹ ਸਾਰੇ ਜਾ ਰਹੇ ਆ, ਕਿਉਂਕਿ ਲਗਭਗ 10 ਮਿੰਟ ਦਾ ਸਮਾਂ ਜਿਹੜਾ ਆ ਉਹ ਰਹਿ ਗਿਆ ਆ ਅੱਜ ਦਾ ਜਿਹੜਾ 1 ਵਜੇ ਇਹ ਇਜਲਾਸ ਸ਼ੁਰੂ ਹੋਣਾ ਆ ਉਸ ਦਾ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਧਾਨ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਸ ਦੇ ਵਾਸਤੇ ਪਹਿਲਾਂ ਗੱਲ ਕਰੀਏ ਤਾਂ ਮੀਡੀਆ ਨੂੰ ਇਜਾਜ਼ਤ ਦਿੱਤੀ ਜਾਂਦੀ ਸੀ, ਉੱਪਰ ਜਾ ਕੇ ਕਵਰੇਜ ਜਿਹੜੀ ਆ ਉਹ ਕੀਤੀ ਜਾਂਦੀ ਸੀ। ਪੱਟੀ ਸਾਹਿਬ, ਅੱਜ ਕਿਉਂ ਨਹੀਂ ਮੀਡੀਆ ਨੂੰ ਜਾਣ ਦਿੱਤਾ ਜਾ ਰਿਹਾ? ਕੋਈ ਡਰ ਹੈਗਾ ਵਾ ਜਾਂ ਕੀ ਗੱਲ ਹੈਗੀ? ਵੇਖੋ ਜੀ, ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰੀਆਂ ਦੀ ਗੁੰਡਾਗਰਦੀ ਆ, ਜਿਹਦੇ ਕਰਕੇ 30 ਸਾਲਾਂ ਤੋਂ ਅਸੀਂ ਕਵਰ ਕਰਦੇ ਆ ਰਹੇ ਆ ਜਿਹੜੀ ਚੋਣ ਹੈਗੀ ਆ। ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ? ਕੀ ਇਹਨਾਂ ਗਲਤ ਕੰਮ ਕਰਨੇ ਉੱਥੇ? ਦਲਜੀਤ ਸਿੰਘ ਚੀਮਾ ਬਿਆਨ ਦੇਵੇ ਪਹਿਲਾਂ ਮੋਟੇ, ਅੱਜ ਕਿਤੇ ਮੈਨੂੰ ਪੁੱਛੋ, ਕਹਿੰਦਾ ਪ੍ਰਧਾਨ ਨੂੰ ਪੁੱਛੋ, ਤੁਸੀਂ ਪ੍ਰਧਾਨ ਤੁਹਾਡਾ ਗੁਲਾਮ ਆ? ਇਹ ਕੋਈ ਗੱਲ ਬਣਦੀ ਹੈ? ਇੱਥੇ ਕੋਈ ਮੀਡੀਆ ਵਾ,
ਮੀਡੀਆ ਜੇ ਪਾਰਲੀਮੈਂਟ 'ਚ ਲਾ ਹੋ ਸਕਦਾ, ਵਿਧਾਨ ਸਭਾ 'ਚ ਲਾ ਹੋ ਸਕਦਾ, ਇੱਥੇ ਕਿਉਂ ਲਾ ਹੋ ਸਕਦੇ ਪਾਰਲੀਮੈਂਟ ਸਿੱਖਾਂ ਦੀ? ਮੀਡੀਆ ਨੂੰ ਇੱਧਰ ਬਾਹਰ ਪਾਰਕ ਦੇ ਵਿੱਚ ਕਿਹਾ ਜਾਂਦਾ ਕਿ ਯਾਰ ਜਿੱਥੇ ਮਰਜ਼ੀ ਹੋਵੇ, ਜਦੋਂ ਮੀਡੀਆ ਲਾਓ ਆ ਲਿਖਿਆ ਤੁਹਾਡੇ ਸਭ ਕੁਝ ਜਿੱਤੇ ਵੀ ਨਿਯਮ ਨੇ ਬਣੇ ਤੁਹਾਡੇ ਮੀਡੀਆ ਲਾਓ ਹੈਗੀ ਆ, ਕਿਉਂ ਬੁਲਾਉਂਦੇ ਮੀਡੀਆ ਨੂੰ? ਭਾਈ ਤੇ ਪ੍ਰੈਸ ਕਰਨ ਵਾਸਤੇ ਤੁਸੀਂ ਮੁੜ ਕੇ ਉਹ ਤੇ ਪ੍ਰਧਾਨ ਤੇ ਬੀਬਾ ਜਿਹਾ ਬੰਦਾ, ਸਾਊ ਜਿਹਾ ਬੰਦਾ ਬੋਲਦਾ ਹੀ ਨਹੀਂ, ਉਹ ਤੇ ਹੁਕਮ ਤੇ ਉੱਪਰ ਹੋਣੇ ਹੋਣੇ ਆ। ਇਸ ਕਰਕੇ ਅਸੀਂ ਨਖੇਦੀ ਕਰਦੇ ਆਪਣੀ ਯੂਨੀਅਨ ਵੱਲੋਂ ਔਰ ਡਟ ਕੇ ਕਰਦੇ, ਖਬਰਾਂ ਵੀ ਲਾਵਾਂਗੇ ਇਹਨਾਂ ਦੇ ਖਿਲਾਫ, ਮੋਰਚਾ ਵੀ ਖੋਲਾਂਗੇ, ਜੋ ਮਰਜ਼ੀ ਹੋ ਜਾਵੇ, ਵੇਖਾਂ ਕੀ ਬਾਤ ਤੁਲਦੀ ਹੈ। ਸੋ ਮੀਡੀਆ ਨੂੰ ਜਿਹੜਾ ਆ ਉਹ ਅਲਾਓ ਨਾ ਕਰਨ ਦੇ ਉੱਤੇ ਸੀਨੀਅਰ ਪੱਤਰਕਾਰ ਜਿਹੜੇ ਪ੍ਰਧਾਨ ਨੇ ਪੱਤਰਕਾਰਾਂ ਦੇ, ਉਹ ਵੀ ਕਹਿ ਰਿਹਾ ਕਿ ਮੀਡੀਆ ਨੂੰ ਅੱਗੇ ਉੱਪਰ ਜਾਣ ਦਿੱਤਾ ਜਾਂਦਾ ਆ, ਇਸ ਵਾਰ ਕਿਉਂ ਨਹੀਂ ਅਲਾਓ ਕੀਤਾ ਜਾ ਰਿਹਾ ਮੀਡੀਆ ਨੂੰ? ਕਿਉਂਕਿ ਜੇਕਰ ਵਿਧਾਨ ਸਭਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਮੀਡੀਆ ਜਾ ਸਕਦਾ ਆ ਤਾਂ ਇੱਥੇ ਕਿਉਂ ਰੋਕਿਆ ਗਿਆ ਆ? ਸੋ ਇਸ ਗੱਲ ਨੂੰ ਲੈ ਕੇ ਜਿਹੜਾ ਆ ਉਹ ਮੀਡੀਆ ਜ਼ਰੂਰ ਵਿਰੋਧ ਜਿਹੜਾ ਆ ਉਹ ਕਰ ਰਿਹਾ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਧਰਲੇ ਪਾਸਿਓਂ ਉੱਪਰ ਲੰਘ ਕੇ ਜਿਹੜਾ ਪਾਸ ਬਕਾਇਦਾ ਦਿੱਤੇ ਜਾਂਦੇ ਸੀਗੇ, ਪਰ ਇਸ ਵਾਰ ਕੋਈ ਪਾਸ ਦਾ ਸਿਸਟਮ ਨਹੀਂ ਹੈਗਾ, ਮੀਡੀਆ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਸੋ ਇਸ ਚੀਜ਼ ਨੂੰ ਲੈ ਕੇ ਇਤਰਾਜ਼ ਜ਼ਰੂਰ ਹੈਗਾ। ਸੋ ਇਸ ਵੇਲੇ ਅੱਜ ਪ੍ਰਧਾਨਗੀ ਦੀ ਇਲੈਕਸ਼ਨ ਵਾਸਤੇ ਜਿਹੜਾ ਜਨਰਲ ਇਜਲਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਸ਼ੁਰੂ ਹੋ ਚੁੱਕਾ ਆ। ਆਓ ਤੁਹਾਨੂੰ ਅੰਦਰ ਦੇ ਸ਼ਾਟ ਦਿਖਾਉਂਦੇ ਆ। ਮੀਡੀਆ ਚਾਹੇ ਉੱਥੇ ਨਹੀਂ ਹੈ, ਪਰ ਫਿਰ ਵੀ ਅੰਦਰੋਂ ਸ਼ਾਟ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ IT ਸੈੱਲ ਜਿਹੜਾ ਆ ਉਹ ਭੇਜ ਰਿਹਾ। ਕੋਈ ਸ਼ਾਟਸ ਤੁਹਾਡੇ ਨਾਲ ਸਾਂਝੇ ਕਰਦੇ ਆ ਅੰਦਰ ਦੇ, ਜਿੱਥੇ ਇਸ ਵੇਲੇ ਜਿਹੜੀ ਪ੍ਰਧਾਨਗੀ ਵਾਸਤੇ ਇਲੈਕਸ਼ਨ ਆ ਉਹ ਚੱਲ ਰਹੀ ਆ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ। ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਾਹਿਬ ਸਮੇਤ ਅਹੁਦੇਦਾਰਾਂ ਸਮੇਤ ਅੰਤਰ ਕਮੇਟੀ ਮੈਂਬਰ ਸਾਹਿਬਾਨਾਂ ਦੀ ਚੋਣ ਕੀਤੀ ਜਾਣੀ ਹੈ ਪਾਤਸ਼ਾਹ ਜੀਓ। ਆਪ ਜੀ ਨੇ ਕਿਰਪਾ ਕਰਨੀ ਸਮੁੱਚੇ ਇਜਲਾਸ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣੇ ਪਾਤਸ਼ਾਹ ਜੀਓ। ਭੈ ਅਦਬ ਵਿੱਚ ਰਹਿ ਕੇ ਇਜਲਾਸ ਦੀ ਕਾਰਵਾਈ ਕਰਵਾਉਣ ਦੀ ਆਪ ਜੀ ਨੇ ਕਿਰਪਾਲਤਾ ਕਰਨੀ। ਭੈ ਅਦਬ ਬਖਸ਼ਿਸ਼ ਕਰਨਾ ਸਤਿਗੁਰੂ ਸਾਹਿਬ ਜੀਓ। ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਸ ਤੇ ਰਹਿਮਤ ਭਰਿਆ ਹੱਥ ਰੱਖਣਾ, ਸਬੰਧ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਤਿਰਪੁਰ ਭੇਟਾ ਪ੍ਰਵਾਨ ਕਰਨੀ ਪਾਤਸ਼ਾਹ ਜੀਓ। ਆਪ ਜੀ ਕਿਰਪਾ ਕਰੋ ਆਪਣੇ ਪਾਵਨ ਪਵਿੱਤਰ ਮੁਖ ਵਾਕ ਬਖਸ਼ਿਸ਼ ਕਰਕੇ ਜਨਰਲ ਇਜਲਾਸ ਆਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਨੇੜ ਜਿਨ੍ਹਾਂ ਵੇੜਿਆਂ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਤ ਦਾ ਭਲਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾ। ਪ੍ਰਭ ਕੀ ਸਰਣ ਸਗਲ ਭੈ ਦਾਤੇ, ਦੁਖ ਦੇਣ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸਰਣ ਸਗਲ ਭੈ ਦਾਤੇ, ਦੁਖ ਦੇਣ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ, ਕਰ ਕਿਰਪਾ ਕਰ ਦੀਨ ਦਇਆਲਾ। ਗੁਣ ਗਾਵੋ ਰੰਗ ਰਾਤਾ, ਚਿੰਤਾ ਸਗਲ ਬਿਨਾਸੇ। ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਿਨਾਸੇ। ਆਪੋ ਵਿਗੜੇ ਚਰਨ ਕਮਲ ਬਸੇ ਰਿਦੇ ਅੰਤਰ। ਅੰਮ੍ਰਿਤ ਰਸ ਜਾਗੇ ਆਪਣੇ। ਇਹ ਕਈ ਵਾਰੀ ਇਹੋ ਜਿਹੇ ਵੀ ਹਾਲਾਤ ਆ ਜਾਂਦੇ ਆ ਕਿ ਗੁਰਮਤਿ ਲੱਗਣਾ। ਸਤਿਗੁਰੂ ਜੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ
मैं अमरीक सिंह जाफर मैंबर श्रोमणी गुरुद्वारा प्रबंधक कमेटी हल्का डेरा बाबा नानक प्रधानगी करने लिए बीबी जगीर कौर जी मैंबर श्रोमणी कमेटी हल्का भलात का नाम पेश कर। मैं सिंह कामे के मैंबर श्रोमणी गुरुद्वारा प्रबंधक कमेटी 36 विधायक हल्का मानसा बीबी जगीर कौर हल्का ठाहर भलाथ के नाम की 87 हल्का 86 भलाथ के नाम की 27 करता। वाहिगुरू जी का खालसा वाहिगुरू जी की फतेह। मैं जसवंत सिंह परेड श्रोमणी कमेटी हल्का सतवा विच प्रधानगी पाते उम्मीदवार बीबी जगीर कौर जी हल्का नंबर 86 हल्का भलात के नाम की ताई मजीद कर। मैं अलविंदरपाल सिंह के सरदार रजिंदर सिंह धामी जी का नाम प्रधानगी आज पेश कर। वाहिगुरू जी का खालसा वाहिगुरू जी की फतेह। मैं भगवंत सिंह सियालका मैंबर श्रोमणी गुरुद्वारा प्रबंधक कमेटी हल्का फतेहवाल तो सर रजिंदर सिंह धामी एडवोकेट उन्होंने नाम की बतौर उम्मीदवार प्रधान ताई मजीद करता हाँ। वाहिगुरू जी का खालसा वाहिगुरू जी की फतेह। श्री गुरु ग्रंथ साहिब जी महाराज जी पावन पवित्र आदि ਦੇ ਵਿੱਚ ਬੈਠੇ ਹੋਏ ਸਿੰਘ ਸਾਹਿਬਾਨ ਸਾਰੇ ਸਰਕਾਰ ਦੇ ਮੈਂਬਰ ਸਾਹਿਬਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੀਪ ਸਿੰਘ ਕੌੜੀ ਹਲਕਾ ਦੋਦਾ ਐਡਵੋਕੇਟ ਰਜਿੰਦਰ ਸਿੰਘ ਹੋਰਾਂ ਦੀ ਤਾਈ ਮਜੀਦ ਕਰਦਾ। ਵਾਹਿਗੁਰੂ ਜੀ ਦਾ ਖਾਲਸਾ कोई और नाम पेश करना चाहे वो पेश कर सकता। और कोई नाम पेश नहीं होया। एक हरजिंदर सिंह धामी का नाम पेश होया, एक बीबी जगीर कौर जी का नाम पेश होया। सो मैं बीबी जी को बेनती करूँगा अपने वालों वोटां के उत्ते इधर नाल पुरुष बनाया वो अपना कोई ऑब्जैक्टर जिहड़ा दुकान वो अपना ਮਾਣ ਗੁਰੂ ਮਹਾਰਾਜ ਨੇ ਪ੍ਰਮਾਤਮਾ ਨੇ ਹਾਸਲ ਰੱਖਿਆ ਵਾ ਤੇ ਬੀਬੀ ਜੀ ਨੂੰ ਬਿਲਕੁਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਚੈਲੰਜ ਬਹੁਤ ਵੱਡੇ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਸਾਹਮਣੇ ਮੁੱਦੇ ਬਹੁਤ ਨੇ ਸਿੱਖੀ ਦੇ। ਕਿੰਨਾ ਕੁ ਚੈਲੰਜ ਦੇਖਦੇ ਹੋ? ਚੈਲੰਜ ਨਹੀਂ ਆ। ਵੇਖੋ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉਮੀਦਵਾਰ ਐਲਾਨੇ ਸੀਗੇ, ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਡੀ ਜਿੱਤ ਜਿਹੜੀ ਅੱਜ ਹੋਈ ਆ, ਮੈਂ ਸਮਝਣਾ ਕਿ ਇਹ ਹੱਕ ਸੱਚ ਦੀ ਜਿੱਤ ਹੋਈ ਆ ਔਰ ਸੰਗਤ ਦੀ ਸਿੱਖ ਕੌਮ ਦੀ ਜਿੱਤ ਹੋਈ ਆ। ਔਰ ਮੈਂ ਸਮਝਣਾ ਕਿ ਜਿਹੜਾ ਭਾਜਪਾ ਨੇ, ਆਮ ਆਦਮੀ ਪਾਰਟੀ ਨੇ ਔਰ ਕਾਂਗਰਸ ਨੇ ਰਲ ਕੇ ਇਹ ਜਿਹੜੇ ਹੋਰ ਵੀ ਢੀਂਡਸਾ ਗਰੁੱਪ ਪੈਰਾ ਵਗੈਰਾ ਸਾਰਿਆਂ ਨੇ ਰਲ ਕੇ ਬੀਬੀ ਦਾ ਸਮਰਥਨ ਕੀਤਾ ਸੀ। ਬਹੁਤ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ।
ਕਿੰਨਾ ਫਰਕ ਰਹਿ ਕਿੰਨਾ ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਜਿਹੜੀ ਅੱਜ ਬੀਬੀ ਜਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵਿਚਾਲੇ ਟੱਕਰ ਸੀਗੀ, ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹਨਾਂ ਦੀ ਜਿੱਤ ਜਿਹੜੀ ਆ ਹੋਈ ਹੈ ਤੇ ਜਕਾਰੇ ਜਿਹੜੇ ਆ ਉਹ ਤੁਸੀਂ ਸੁਣ ਸਕਦੇ ਹੋ ਕਿ ਕਿਵੇਂ ਜਿਹੜੇ ਆ ਉਹ ਜਕਾਰੇ ਜਿਹੜੇ ਆ ਉਹ ਲਗਾਏ ਜਾ ਰਹੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੇ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਇੱਕ ਦੂਜੇ ਨੂੰ ਜਾਂ ਜਿਹੜੇ ਮੈਂਬਰ ਅੰਦਰੋਂ ਆਏ ਨੇ ਉਹਨਾਂ ਨੂੰ ਜਿਹੜੇ ਆ ਉਹ ਸਨਮਾਨਿਤ ਕੀਤਾ ਜਾ ਰਿਹਾ ਆ, ਸਰੋਪੇ ਪਾਏ ਜਾ ਰਹੇ ਆ। ਸੋ ਜਿਹੜੀ ਜਿੱਤ ਹੋਈ ਆ ਮੈਂ ਆਪਣੇ ਸਾਰੇ ਵੀਰਾਂ ਦਾ ਬਹੁਤ ਸ਼ੁਕਰਾਨਾ ਕਰਦਾ। ਧੰਨ ਧੰਨ ਗੁਰੂ ਰਾਮਦਾਸ ਦੀ ਨਗਰੀ 'ਚ ਜੋ ਮੇਰੇ ਭਰਾ ਨੂੰ ਇੰਨੀ ਸੇਵਾ ਮਿਲੀ ਆ ਤੇ ਸਾਰੇ ਮੈਂਬਰਾਂ ਨੇ ਬੜਾ ਟੁੱਟ ਵਿਸ਼ਵਾਸ ਦਿਖਾਇਆ। ਮੈਂ ਗੁਰੂ ਦੀ ਚੜ੍ਹਦੀ ਕਲਾ ਮੰਗਦਾ ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦੇ ਹਨ ਤੇ ਆਪਣਾ ਫਰਜ਼ ਨਿਭਾਉਂਦੇ ਰਹਿਣ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਕਾਰੇ ਜਿਹੜੇ ਆ ਉਹ ਬੁਲਾਏ ਜਾ ਰਹੇ ਆ ਤੇ ਜਿਹੜੇ ਸਮਰਥਕ ਸੀਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹਨਾਂ ਦੇ ਜਿਹੜੀ ਆ ਉਹ ਖੁਸ਼ੀ ਦਾ ਉਹਨਾਂ ਦੇ ਵਿੱਚ ਮਾਹੌਲ ਜਿਹੜਾ ਆ ਉਹ ਹੈਗਾ ਆ। ਉਹ ਤੁਸੀਂ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਤੋਂ ਜਿਹੜੀਆਂ ਆ ਉਹ ਦੇਖ ਰਹੇ ਹੋ ਕਿ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਆ। ਭਾਰੀ ਬਾਤ ਦਾ ਸਾਹਮਣਾ ਕਰਨਾ ਪਿਆ ਔਰ ਪੰਥ ਦੀ ਜਿੱਤ ਹੋਈ ਆ। ਸਰਦਾਰ ਧਾਮੀ ਸਾਹਿਬ ਬਹੁਤ ਹੀ ਨੇਕਦਰ ਇਨਸਾਨ, ਇਮਾਨਦਾਰ ਔਰ ਸੇਵਾ ਭਾਵਨਾ ਵਾਲੇ ਇਨਸਾਨ ਆ। ਬੀਬੀ ਜਗੀਰ ਕੌਰ ਜਿਹੜੀ ਆ ਉਹ ਵਿਰੋਧੀਆਂ ਦੇ ਖੇਮੇ ਵਿੱਚ ਜਾ ਕੇ ਬੀਜੇਪੀ ਦੇ ਔਰ ਸਾਰਾ ਸਮਾਜ ਜਿਹੜਾ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਦੇ ਲੋਕ ਆ ਉਹ ਧਾਮੀ ਸਾਹਿਬ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਆ। ਅੱਛਾ, ਲਿਫਾਫਾ ਕਲਚਰ ਦਾ ਹੁਣ ਕੀ ਮੁੱਲ ਰਹਿ ਗਿਆ? ਕੋਈ ਲਿਫਾਫਾ ਕਲਚਰ ਦਾ ਮੁੱਲ ਨਹੀਂ। ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦਾ ਸੀ, ਇੱਕ ਦਿਨ ਪਹਿਲਾਂ ਮੀਟਿੰਗ ਹੁੰਦੀ ਸੀ, ਦੂਸਰੇ ਦਿਨ ਅਨਾਉਂਸ ਹੁੰਦਾ ਸੀ। ਹੁਣ ਤਾਂ 5 ਦਿਨ ਪਹਿਲਾਂ ਹੀ ਲਿਫਾਫਾ ਕਲਚਰ ਜਿਹੜਾ ਉਹ ਅਨਾਉਂਸ ਕਰਤਾ ਸੀ ਧਾਮੀ ਸਾਹਿਬ ਦਾ ਨਾਂ। ਹੁਣ ਲਿਫਾਫਾ ਸਾਹਿਬ ਦੀ ਕੋਈ ਗੱਲ ਹੀ ਨਹੀਂ ਹੈਗੀ। ਇਸ ਤੋਂ ਪਹਿਲਾਂ ਬੀਬੀ ਜੀ ਹੋਣਾ ਨੇ ਕਿਹਾ ਕਿ ਅੱਜ 2 ਤਰ੍ਹਾਂ ਦੀ ਵੋਟਿੰਗ ਹੋਏਗੀ। ਇਧਰਲੇ ਪਾਸਿਓਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਹੀਰਾ ਸਿੰਘ ਗਾਬੜੀਆ ਖੜੇ ਸਨ ਉਹਨਾਂ ਦੀ ਵੀ ਇਉਂ ਲੱਗਦਾ ਵੀ ਸਰਕਾਰਾਂ 3-4 ਰਲੀਆਂ ਹੋਈਆਂ ਸੀਗੀਆਂ। ਸੈਂਟਰ ਗਵਰਨਮੈਂਟ ਰਲੀ ਸੀ, ਹਰਿਆਣਾ ਗਵਰਨਮੈਂਟ ਰਲੀ ਸੀ, ਪੰਜਾਬ ਗਵਰਨਮੈਂਟ ਰਲੀ ਹੋਈ ਸੀ, ਨਾਲ ਕਾਂਗਰਸ ਰਲੀ ਹੋਈ ਸੀ। ਸਾਰਿਆਂ ਦੀਆਂ ਰਲ ਕੇ 42 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ 104 ਵੋਟਾਂ। ਤੋ ਇਸ ਕਰਕੇ ਮੈਂ ਕਹਿੰਦਾ ਇਹ ਬੀਬੀ ਦੀ ਹਾਰ ਨਹੀਂ ਹੋਈ, ਇਹ ਪੰਜਾਬ ਗਵਰਨਮੈਂਟ ਦੀ ਹਾਰ ਹੋਈ ਆ, ਸੈਂਟਰ ਗਵਰਨਮੈਂਟ ਦੀ ਹਾਰ ਹੋਈ ਆ, ਹਰਿਆਣਾ ਗਵਰਨਮੈਂਟ ਦੀ ਹਾਰ ਹੋਈ ਆ, ਕਾਂਗਰਸ ਦੀ ਹਾਰ ਹੋਈ ਆ। ਸਾਰੀਆਂ ਪਾਰਟੀਆਂ ਇੱਕ ਪਾਸੇ ਹੀ, ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਹੀ। ਇਸ ਕਰਕੇ ਅੱਜ ਜਿਹੜੀ ਜਿੱਤ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਆ, ਹਾਰ ਜਿਹੜੀ ਆ ਇਹ ਸਾਰੀਆਂ ਪਾਰਟੀਆਂ ਰਲ ਕੇ ਜਿਹੜਾ ਕੈਂਡੀਡੇਟ ਖੜਾ ਕੀਤਾ ਸੀ ਬੀਬੀ ਜਗੀਰ ਕੌਰ, ਉਹਦੀ ਹਾਰ ਹੋਈ ਆ। ਅੱਜ ਇਸ ਕਰਕੇ ਹੁਣ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਇਹ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਨੇ ਆਪਦੇ ਖੂਨ ਨਾਲ ਸਿੰਜ ਕੇ ਬਣਾਈ ਹੋਈ ਆ। ਇਸ ਕਰਕੇ ਹੁਣ ਉਹਨਾਂ ਨੂੰ ਅਕਲ ਆ ਜਾਣੀ ਚਾਹੀਦੀ ਆ। ਵੈਸੇ ਤਜਰਬੇ ਕਰਦੀਆਂ ਰਹਿੰਦੀਆਂ ਸਾਰੀਆਂ ਸਰਕਾਰਾਂ। ਲਿਫਾਫਾ ਕਲਚਰ 'ਚ ਉਹ ਵੀ ਨਹੀਂ ਨਿਕਲੀ, ਲਿਫਾਫਾ ਕਲਚਰ ਅੱਜ ਵੀ ਨਹੀਂ ਹੋਇਆ। ਇਸ ਕਰਕੇ ਉਹ ਤਾਂ ਇੱਕ ਪ੍ਰਚਾਰ ਸੀਗਾ, ਪ੍ਰਚਾਰ ਸੀ। ਇਸ ਕਰਕੇ ਅੱਜ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਕ ਮੈਂ ਤਾਂ ਕਹਿੰਦਾ ਖੱਟਰ ਨੂੰ ਵਰਜਨ ਦੇ ਦੇਣਾ ਚਾਹੀਦਾ। ਜਿਹੜਾ ਉਹ ਮਨੁੱਖੀ ਅਧਿਕਾਰ, ਉਹ ਜਿਹੜਾ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਆ ਲਾਲਪੁਰਾ, ਉਹਨੂੰ ਵੀ ਰਿਜ਼ਾਈਨ ਦੇ ਦੇਣਾ ਚਾਹੀਦਾ। ਔਰ ਇੱਥੋਂ ਦੇ ਮੁੱਖ ਮੰਤਰੀ ਦਾ ਜਿਹੜਾ ਭਗਵੰਤ ਸਿੰਘ ਮਾਨ ਦੀਆਂ ਟੈਲੀਫੋਨ ਜਾਂਦੇ ਸੀ, ਅੱਜ ਉਹਨੂੰ ਵੀ ਰਿਜ਼ਾਈਨ ਦੇਣਾ ਚਾਹੀਦਾ। ਇਸ ਕਰਕੇ ਕਾਂਗਰਸ ਨੇ ਪੂਰਾ ਜ਼ੋਰ ਲਾ ਲਿਆ, ਪੰਜਾਬ ਸਰਕਾਰ ਨੇ ਪੂਰਾ ਜ਼ੋਰ ਲਾ ਲਿਆ, ਹਰਿਆਣਾ ਸਰਕਾਰ ਨੇ ਲਾ ਲਿਆ, ਸੈਂਟਰ ਨੇ ਸਾਰਾ ਜ਼ੋਰ ਲਾ ਲਿਆ, ਸਾਰੀਆਂ ਏਜੰਸੀਆਂ ਨੇ ਜ਼ੋਰ ਲਾ ਲਿਆ। ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 104 ਆ, ਉਧਰ 42 ਵੋਟਾਂ ਰਹਿ ਗਈਆਂ ਸਿਰਫ। ਸੋ ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਹੀਰਾ ਸਿੰਘ ਗਾਬੜੀਆ ਹੋਰਾਂ ਨੇ ਗੱਲਬਾਤ ਕੀਤੀ ਮੀਡੀਆ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ 104 ਵੋਟਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ। ਕੈਂਡੀਡੇਟ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੂੰ ਅਤੇ
ਪਿੱਛੇ ਜਿਹੜੀਆਂ ਵੋਟਾਂ ਆ ਉਹ 42 ਵੋਟਾਂ ਬੀਬੀ ਜਗੀਰ ਕੌਰ ਨੂੰ ਤੇ ਲਗਭਗ ਜਿੰਨਾ ਕੁ ਜ਼ਿਕਰ ਉਹ ਕਰਦੇ ਸੀਗੇ ਕਿ 50 ਤੋਂ 75 ਜਿਹੜੇ ਕੈਂਡੀਡੇਟ ਆ ਉਹ ਉਹਨਾਂ ਦੇ ਨਾਲ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਹੈਗੇ ਆ ਤੇ ਉਹਨਾਂ ਨੂੰ ਕੋਈ ਜਿਹੜਾ ਆ ਉਹ ਖਤਰਾ ਨਹੀਂ ਆ। ਪਰ ਗੱਲ ਇੱਕ ਹੋਰ ਵਿੱਚ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੋਈ ਵੀ ਮੈਂਬਰ ਘਰ 'ਚ ਰਹਿਣ ਨਹੀਂ ਦਿੱਤਾ। ਇਸ ਵਾਰ ਵਿਦੇਸ਼ਾਂ 'ਚ ਗਏ ਮੈਂਬਰ ਵੀ ਜਿਹੜੇ ਆ ਉਹ ਵੀ ਬੁਲਾ ਲਏ ਤੇ ਉਹਨਾਂ ਨੂੰ ਬੁਲਾ ਕੇ ਜਿਹੜਾ ਆ ਉਹ ਵੀ ਕਿਹਾ ਕਿ ਤੁਸੀਂ ਆਪਣੀ ਵੋਟ ਕਰੋ। ਉਹਨਾਂ ਦੀਆਂ ਵੀ ਟਿਕਟਾਂ ਕਹਿੰਦੇ ਨੇ ਕਰਵਾ ਕੇ ਦਿੱਤੀਆਂ ਕਿ ਬਾਹਰੋਂ ਤੁਸੀਂ ਪਹੁੰਚੋ ਇੱਥੇ ਜਲਦ ਤੋਂ ਜਲਦ। ਸੋ ਇਸ ਤਰੀਕੇ ਦੇ ਨਾਲ ਅੱਜ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਇਲੈਕਸ਼ਨ ਦੇ ਵਿੱਚ ਜਿੱਤ ਜਿਹੜੀ ਆ ਉਹ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਕੈਂਡੀਡੇਟ ਸਨ ਉਹਨਾਂ ਦੀ ਹੋਈ ਆ। ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜੇ ਲੋਕ ਇੱਥੇ ਆਏ ਸਨ, ਜਿਹੜੇ ਇੱਥੋਂ ਦੇ ਕਰਮਚਾਰੀ ਨੇ ਉਹ ਤੇ ਹੋਰ ਬਹੁਤ ਸਾਰੇ ਚਿਹਰੇ ਜਿਹੜੇ ਆ ਉਹ ਇੱਥੇ ਖੜੇ ਸਨ। ਇਸ ਵੇਲੇ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਇੱਥੇ ਹੁਣ ਚਿਹਰਿਆਂ ਦੇ ਉੱਤੇ ਰੌਣਕ ਜਿਹੜੀ ਆ ਉਹਨਾਂ ਦੇ ਆ ਗਈ ਸੀਗੀ ਤੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਫਿਕਰਾਂ ਦੇ ਵਿੱਚ ਪਾ ਦਿੱਤਾ ਸੀਗਾ। ਬੀਬੀ ਜਗੀਰ ਕੌਰ ਹੋਰਾਂ ਨੇ ਪਿਛਲੇ ਦਿਨਾਂ ਤੋਂ ਜਿਵੇਂ ਦੇ ਬਿਆਨ ਜਿਹੜੇ ਆ ਉਹ ਆ ਰਹੇ ਸਨ। ਸੋ ਹੁਣ ਨਾਲ ਜਿਹੜੀ ਕਮੇਟੀ ਅੰਤਰਿਮ ਕਮੇਟੀ ਆ ਉਸ ਦੀ ਚੋਣ ਜਿਹੜੀ ਆ ਉਹ ਹੋ ਰਹੀ ਆ ਤੇ ਇਸ ਵੇਲੇ ਦੀਆਂ ਇਹ ਤਸਵੀਰਾਂ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਜਿਹੜੀ ਸੰਗਤ ਖਲੋਤੀ ਸੀਗੀ ਉਹਨਾਂ ਦੀਆਂ ਦੇਖ ਰਹੇ ਹੋ, ਜਿੱਥੇ ਕਿ ਹੁਣ ਜਿਹੜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਮੈਂਬਰ ਅਤੇ ਨਵੇਂ ਜਿਹੜੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਾਰ ਫਿਰ ਉਹਨਾਂ ਨੂੰ ਸੇਵਾ ਮਿਲੀ ਆ। ਉਹ ਹੁਣ ਜਦੋਂ ਬਾਹਰ ਆਉਣਗੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਅਸੀਂ ਕਰਾਂਗੇ। ਸੋ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪੀਰ ਮੁਹੰਮਦ ਸਾਹਿਬ, ਕਿਵੇਂ ਦੇਖ ਰਹੇ ਹੋ ਧਾਮੀ ਸਾਹਿਬ ਦੀ ਜਿੱਤ ਨੂੰ? ਕਾਫੀ ਵੱਡੇ ਮਾਰਜਨ ਦੇ ਨਾਲ ਜਿੱਤ ਉਹਨਾਂ ਨੇ ਦਰਜ ਕੀਤੀ। ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਹੈ ਕਿ ਅੱਜ ਜਦੋਂ 104 ਵੋਟਾਂ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਨੇ, ਸਰਦਾਰ ਬਲਦੇਵ ਸਿੰਘ ਕੈਂਪੂਰੀ ਸੀਨੀਅਰ ਮੀਤ ਪ੍ਰਧਾਨ ਬਣੇ ਨੇ ਔਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਉਹ ਜਿਹੜੇ ਜਨਰਲ ਸਕੱਤਰ ਬਣ ਗਏ ਨੇ। ਬਹੁਤ ਧੰਨਵਾਦ। ਸੋ ਤੁਸੀਂ ਦੇਖ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਕਿ ਇਸ ਵੇਲੇ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਇਸ ਵੇਲੇ ਫਿਰ ਦੁਬਾਰਾ ਸੇਵਾ ਉਹਨਾਂ ਨੂੰ ਮਿਲੀ ਆ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਬਾਹਰ ਦੀਆਂ ਰੌਣਕਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ। ਸੁਣ ਲਓ ਆਪਾਂ ਇਹਨਾਂ ਦਾ ਜੇਰਾ ਰੱਖੀਏ, ਬਾਕੀ ਸਾਡਾ ਕੰਮ ਕੀਤਾ। ਆਪਾਂ ਹਰੇਕ ਗੱਲ ਨੂੰ ਹੁਣ ਵੀਡੀਓ ਤਾਂ ਹੈ ਨਹੀਂ ਜਿਹੜੀ ਬਣਨੀ ਆ, ਆਪਾਂ ਆਪਣੇ ਸਰਕਾਰ ਜੋ ਗਿਆ ਸਰਦਾਰ ਮਨੀਸ਼ ਸਿੰਘ ਜੀ, ਆਪਾਂ ਇੱਦਾਂ ਤੇਜ਼ੀ ਨਾ ਕਰੀਏ। 2 ਬਣਦੇ ਸੀ ਪਰ ਤੁਹਾਡੇ 3 ਰੱਖ ਦਿੱਤੇ ਆ, ਬਣਦੇ 2 ਸੀ। ਹੁਣ ਬੈਂਸ ਸਾਹਿਬ ਗੱਲ ਮੇਰੀ ਸੁਣ ਲਓ ਪਹਿਲਾਂ, ਗੱਲ ਸੁਣ ਲਓ, ਚਲੋ ਬੋਲ ਲਓ ਪਹਿਲਾਂ। ਬੈਠ ਜਾਓ ਕੋਈ ਗੱਲ। ਉਹ ਬੇਨਤੀ ਸੁਣ ਲਿਆ ਕਰੋ, ਬੇਨਤੀ ਸੁਣ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੁਸੀਂ ਕਹਿ ਰਹੇ ਮੈਂ ਉਹ ਕਰ ਦਿੱਤਾ, ਇਹ ਬੋਲਣ ਦਾ ਕੀ ਫਾਇਦਾ? ਨਾ ਕਰੀਏ। ਆਪਾਂ ਗੁਰੂ ਸਾਹਿਬ ਦੀ ਹੱਥ 'ਚ ਬੈਠੇ ਆ, ਕਿਸੇ ਵੇਲੇ ਥੋੜਾ ਜਿਹਾ ਡੈਕਮ ਰੱਖੀਏ। ਚੇਤਨ ਕਰ 11 ਮੈਂਬਰੀ 'ਚ ਸਰਦਾਰ ਮੋਹਨ ਸਿੰਘ ਜੀ ਬੰਗੀ, ਸਰਦਾਰ ਜਰਨੈਲ ਸਿੰਘ ਜੀ ਕਰਤਾਰਪੁਰ, ਸਰਦਾਰ ਸਰਜੀਤ ਸਿੰਘ ਜੀ ਤੁਗਲਵਾਦ, ਸਰਦਾਰ ਬਾਬਾ ਸਿੰਘ ਜੀ ਕਮਾਨਪੁਰ, ਸਰਦਾਰ ਸਰਵਨ ਸਿੰਘ ਜੀ ਕੁਲਾਰ, ਸਰਦਾਰ ਗੁਰਨਾਮ ਸਿੰਘ ਜੀ ਬਟਾਲਾ, ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਬਰਨਾਲਾ, ਸਰਦਾਰ ਸ਼ੇਰ ਸਿੰਘ ਜੀ ਮੰਡਵਾਲਾ, ਸਰਦਾਰ ਗੁਰਪ੍ਰੀਤ ਸਿੰਘ ਜੀ ਰੰਧਾਵਾ, ਬਾਬਾ ਗੁਰਪ੍ਰੀਤ ਸਿੰਘ ਜੀ, ਸਰਦਾਰ ਭੁਪਿੰਦਰ ਸਿੰਘ ਅਸੰਧ, ਸਰਦਾਰ ਮਨਜੀਤ ਸਿੰਘ ਜੰਗਾਲ। ਜਿਹੜੇ 3 ਨਾਂ ਹਿੱਟੇ ਆ ਉਹ ਆਪਣੇ ਜਿਹੜੇ ਆਪਾਂ ਵਿਰੋਧੀ ਦਾ ਮੈਂ ਕਹਿੰਦਾ ਹੁੰਦਾ ਵਿਚਾਰ ਧਾਰਕ ਮਤਭੇਦ ਹੁੰਦੇ ਆ, ਉਹ 8 ਤੇ 3 11 ਹੋ ਗਏ। ਚਕਾਰਾ ਕੱਢੋ। ਮੈਂ ਕੁਝ ਮਤੇ ਜਿਹੜੇ ਆ ਉਹ ਤੁਹਾਡੇ ਸਾਹਮਣੇ ਰੱਖਣੇ ਆ।
ਸੋ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਬਾਬਤ ਅੱਜ ਦੀ ਜਿਹੜੀ ਇਲੈਕਸ਼ਨ ਹੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਚੁਣਿਆ ਗਿਆ ਆ ਉਸ ਬਾਬਤ ਗੱਲਬਾਤ ਕਰਦੇ ਹਾਂ। ਪੱਟੀ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਹੋਈ ਆ? 42 ਵੋਟਾਂ ਜਿਹੜੀਆਂ ਆ ਉਹ ਬੀਬੀ ਜਗੀਰ ਕੌਰ ਨੂੰ ਪਈਆਂ ਆ ਤੇ 104 ਜਿਹੜੀਆਂ ਆ ਉਹ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਪਈਆਂ। ਕਿਵੇਂ ਦੇਖ ਰਹੇ ਹੋ ਸਮੁੱਚਾ ਅੱਜ ਦਾ ਜੋ ਇੱਥੇ ਇਜਲਾਸ ਚੱਲਿਆ? ਜਿੱਥੋਂ ਤੱਕ ਵੋਟਾਂ ਪੈਣ ਦੀ ਗੱਲ ਆ ਜੀ, ਇਸੇ ਤਰ੍ਹਾਂ 2002 ਦੇ ਵੋਟਾਂ ਪਈਆਂ ਸੀ, ਉਦੋਂ ਬਾਦਲ ਦਲ ਦੇ ਉਮੀਦਵਾਰ ਨੂੰ 103 ਵੋਟਾਂ ਪਈਆਂ ਸੀਗੀਆਂ ਤੇ ਵਿਰੋਧੀ ਧਿਰ ਦੇ ਮੁੱਤ ਨੂੰ ਕੋਈ 55-56 ਵੋਟਾਂ ਪਈਆਂ ਸੀ। ਅੱਜ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪਈਆਂ ਤੇ ਜਿਹੜੇ ਅਕਾਲੀ ਦਲ ਦਾ ਉਮੀਦਵਾਰ ਸੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ 104 ਵੋਟਾਂ ਪਈਆਂ, ਮਤਲਬ 1 ਵੋਟ ਉਹਨਾਂ ਨਾਲ ਵੱਧ ਪਈ ਹੁਣ। ਇਹਦੇ ਵਿੱਚ ਇਹ ਵੋਟਾਂ ਪਈਆਂ ਤੇ ਮੈਂ ਸੋਚਦਾ ਵੀ ਬੀਬੀ ਜੀ ਦਾ ਗੇਨ, ਕਿਉਂ ਬੀਬੀ ਦਾ ਗੇਨ ਇਸ ਕਰਕੇ ਵੀ ਉਹਨਾਂ ਕੁਝ ਗਵਾਇਆ ਨਹੀਂ, ਉਹਨਾਂ ਹਾਸਲ ਹੀ ਕੀਤਾ। ਪਿਛਲੀ ਵਾਰੀ 19 ਵੋਟਾਂ ਪਈਆਂ ਸੀ ਵਿਰੋਧੀ ਧਿਰ ਦੇ ਉਮੀਦਵਾਰ ਨੂੰ, ਐਤਕੀ 42 ਵੋਟਾਂ ਪਈਆਂ, ਉਹਨੂੰ ਅਗੇਨ ਕੀਤਾ, 23 ਵੋਟਾਂ ਅਗੇਨ ਕੀਤੀਆਂ। ਆਉਣ ਵਾਲੇ ਸਮੇਂ ਦੇ ਵਿੱਚ ਸਮੀਕਰਨ ਬਦਲ ਵੀ ਸਕਦੇ ਆ ਤੇ ਬੀਬੀ ਜੀ ਵੱਲੋਂ ਇਹ ਗੱਲ ਕਹਿਣਾ ਵੀ ਜਿਨ੍ਹਾਂ ਨੇ ਪੰਥ ਤੋਂ ਕਿਨਾਰਾ ਕਰ ਲਿਆ ਉਹਨਾਂ ਨਾਲ ਮਿਲ ਕੇ ਨਹੀਂ ਬੈਠੀ, ਉਹ ਸਿੱਧਾ ਸਪਸ਼ਟ ਹੈ ਵੀ ਬਾਦਲ ਨਾਲ ਮੈਂ ਵਾਪਸੀ ਮੇਰੀ ਨਹੀਂ ਹੋਏਗੀ। ਦੂਸਰੀ ਚੀਜ਼ ਇਹ ਹੈ ਵੀ ਅਸੀਂ ਮਹਿਸੂਸ ਕਰਦੇ ਵੀ ਜੇ ਬੀਬੀ ਜੀ ਜਿੱਤ ਜਾਂਦੇ ਆ ਤੇ ਫਿਰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੋਣੀ ਸੰਭਵ ਹੋ ਗਈ ਸੀ, ਹੋ ਸਕਦੀ ਸੀਗੀ, ਲੇਕਿਨ ਹੁਣ ਵੀ ਸੱਪਬੰਦੀ ਹੁਣ ਤੋਂ ਹੋ ਜਾਏਗੀ। ਕਿਉਂ ਸ਼੍ਰੋਮਣੀ ਕਮੇਟੀ 185 ਟੋਟਲ ਮੈਂਬਰ ਹੁੰਦੇ ਆ, 6 ਸਿੰਘ ਸਾਹਿਬ ਹੁੰਦੇ ਆ, ਉਹਨਾਂ ਦੇ ਵਿੱਚੋਂ 26 ਮੈਂਬਰਾਂ ਦੀ ਡੈਥ ਹੋ ਚੁੱਕੀ ਆ ਤੇ 2 ਮੈਂਬਰ ਜਿਹੜੀ ਰਿਜ਼ਾਈਨ ਕਰ ਚੁੱਕੇ, 157 ਮੈਂਬਰ ਸੀ। 157 ਦੇ ਵਿੱਚੋਂ 146 ਮੈਂਬਰਾਂ ਨੇ ਆਪਣਾ ਵੋਟ ਪਾਈ, ਉਹ ਹਾਜ਼ਰ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 4 ਜਿਹੜੀਆਂ ਉਹ ਮਿਲੀਆਂ ਨੇ ਧਾਮੀ ਸਾਹਿਬ ਨੂੰ ਤੇ ਬੀਬੀ ਜੀ ਨੂੰ ਜਿਹੜੀਆਂ ਮਿਲੀਆਂ ਨੇ ਉਹ 42 ਵੋਟਾਂ ਮਿਲੀਆਂ ਨੇ। ਮੈਂ ਸੋਚਦਾ ਵੀ ਉਹਨਾਂ ਦੀ ਫਿਰ ਵੀ ਇਹ ਹਾਰ ਕੇ ਵੀ ਜਿੱਤ ਹੈ ਜੀ। ਬਟ ਸਾਹਿਬ, ਇੱਕ ਵਿਰੋਧੀ ਧਿਰ ਵੀ ਜਿਹੜਾ ਆ ਉਹ ਖੜਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ। ਵੇਖੋ, ਮੈਂ ਸੋਚਦਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਹੋਰ ਨਵਾਂ ਖੜਾ ਹੋਏਗਾ, ਉਹ ਸ਼੍ਰੋਮਣੀ ਅਕਾਲੀ ਦਲ ਖੜਾ ਹੋਏਗਾ ਤਾਂ ਉਹਦੇ ਨਾਲ ਫਿਰ ਕੇਂਦਰ ਦਾ ਸਮਝੌਤਾ ਵੀ ਹੋਏਗਾ ਤੇ ਆਉਣ ਵਾਲੀ ਇਲੈਕਸ਼ਨ ਵੀ ਲੜੀ ਜਾਏਗੀ। ਲੋਕਾਂ 'ਚ ਚਰਚਾ ਵੀ ਇਹ ਬੀਬੀ ਮੁੱਖ ਮੰਤਰੀ ਦੀ ਉਮੀਦਵਾਰ ਹੋਗੀ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਪੱਟੀ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਲੱਗਦਾ ਕਿ ਉਧਰ ਪ੍ਰੈਸ ਕਾਨਫਰੰਸ ਜਿਹੜੀ ਅੱਜ ਦੀ ਆ ਉਹ ਵੀ ਸ਼ੁਰੂ ਹੋਣ ਜਾ ਰਹੀ ਹੈ, ਸੋ ਉਧਰਲੇ ਪਾਸੇ ਚੱਲਦੇ ਹਾਂ ਅਸੀਂ। ਧੱਕਾ ਝੱਲਦਿਆਂ ਹੋਇਆਂ ਵੀ ਆਪਣੀ ਸੋਚ ਵਿੱਚ ਕੋਈ ਬਦਲਾਅ ਨਹੀਂ ਕੀਤਾ। ਮੈਂ ਸਮਝਦਾ ਕਿ ਇਹ ਅੱਜ ਦਾ ਜਿਹੜਾ ਫੈਸਲਾ ਹੈ ਇਹ ਪੰਜਾਬ ਦੇ ਇਤਿਹਾਸ ਵਿੱਚ ਇੱਕ ਮੋੜ ਲਿਆਊਗਾ, ਜਿੱਥੇ RSS BJP ਦੀਆਂ ਕੋਸ਼ਿਸ਼ਾਂ, ਸੂਬਾ ਸਰਕਾਰ ਦੀ ਡਾਇਰੈਕਟ ਮਦਦ, ਹਰਿਆਣੇ ਸੂਬੇ ਦੀਆਂ ਕੋਸ਼ਿਸ਼ਾਂ, ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਨਾਲ ਸਹਿਯੋਗ ਰੱਖਣ ਵਾਲੇ ਮੈਂਬਰਾਂ ਤੇ ਪ੍ਰੈਸ਼ਰ, ਉਹ ਸਾਰਾ ਕੁਝ ਚੱਲਣ ਤੋਂ ਬਾਅਦ ਪੰਥਕ ਸੋਚ ਦੀ ਫਤਿਹ ਰਹੀ। ਗੁਰੂ ਨੇ ਕਿਰਪਾ ਕੀਤੀ, ਉਹੀ ਸਾਬਤ ਕਰਤਾ ਕਿ ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਏਗਾ, ਜੋ ਕਰੇਗਾ ਖਾਲਸਾ ਪੰਥ ਪੀਆਂ। ਹੁਣ ਡਾਕਟਰ ਚੀਮਾ ਤੇ ਮਲੂਕਾ ਸਾਹਿਬ ਕਰਨਗੇ, ਮੈਂ ਤਾਂ ਇੰਨੀ ਬੇਨਤੀ ਕਰਨੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਡੇ ਬਹੁਤ ਹੀ ਸੀਨੀਅਰ ਨੇਤਾ ਸਰਦਾਰ ਗਰੇਵਾਲ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਜਿੱਤ ਹੋਈ ਹੈ। ਵੱਡੀ ਜਿੱਤ ਕਿਵੇਂ ਹੋਈ ਹੈ ਕਿ ਇਸ ਵੇਲੇ ਜਿਹੜੇ ਹਾਲਾਤ ਸੀ, ਬੜਾ ਪ੍ਰਚਾਰ ਸੀ, ਬੜਾ ਢੋਲ ਢਮੱਕਾ ਸੀ ਤੇ ਸਾਡੀ ਪਾਰਟੀ ਦੇ ਵਿੱਚੋਂ ਇੱਕ ਬੰਦੇ ਨੂੰ ਖਰੀਦ ਕੇ ਤੋੜ ਕੇ ਉਹਨਾਂ ਨੇ ਖੜਾ ਕੀਤਾ, ਦੂਜਿਆਂ ਨੇ ਰਲ ਮਿਲ ਕੇ, ਕਿ 3 ਸਰਕਾਰਾਂ, ਇੱਕ ਪਾਸੇ ਇਕੱਲਾ ਸ਼੍ਰੋਮਣੀ ਅਕਾਲੀ ਦਲ, ਇੱਕ ਪਾਸੇ 3 ਸਰਕਾਰਾਂ ਤੇ ਸਾਰੇ ਜਿੰਨੇ ਵਿਰੋਧੀ ਨੇ ਪੰਜਾਬ 'ਚ ਉਹ ਸਾਰੇ ਲੱਗੇ ਹੋਏ ਸਨ, ਜਿਨ੍ਹਾਂ ਨੇ ਸਾਰਾ ਜ਼ੋਰ ਲਾਤਾ, ਕੋਈ ਕਸਰ ਨਹੀਂ ਛੱਡੀ, ਨਾ ਪੈਸੇ ਟੱਕੇ ਵੱਲੋਂ ਨਾ ਸਰਕਾਰੀ ਦਬਾਅ ਵੱਲੋਂ। ਸੋ ਐਡਾ ਵੱਡਾ ਦਬਾਅ ਸੀ, ਸਾਰੇ ਮੈਂਬਰ ਸਾਹਿਬਾਨ ਦੇ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇੰਨਾ ਦਬਾਅ ਚੱਲ ਕੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਸਿਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ। ਸੋ ਸਾਰੇ ਮੈਂਬਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵੱਡਾ ਦਬਾਅ, 3 ਸਰਕਾਰਾਂ ਦੇ ਲਾਲਚ, ਦਬਾਅ, ਹੋਰ ਜੋ ਕੁਝ ਉਹਨਾਂ ਨੂੰ ਕਿਹਾ, ਸਾਰਿਆਂ ਨੂੰ ਠੋਕਰ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਈ ਹੈ। ਉਹਨਾਂ ਮੈਂਬਰਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਥੋੜਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਗੱਲ ਇਹ ਹੈ ਕਿ ਵੈਸੇ ਤੇ ਇਹ ਪਹਿਲੀ ਵਾਰੀ ਨਹੀਂ ਹੈ ਕਿ ਜਿਹੜੀ ਸਰਕਾਰੀ ਦਖਲਅੰਦਾਜ਼ੀ ਇਸ ਇਲੈਕਸ਼ਨ ਦੇ ਵਿੱਚ ਖੁੱਲ੍ਹ ਕੇ ਹੋਈ ਹੈ, ਪਰ ਪਹਿਲਾਂ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਹਮੇਸ਼ਾ ਚਾਅ ਰਹਿੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੀ ਸਭ ਤੋਂ ਵੱਡੀ ਸਿਰਮੌਰ ਸੰਸਥਾ ਉਹਦੇ ਉੱਤੇ ਕਬਜ਼ਾ ਕੀਤਾ ਜਾਵੇ। ਪਰ ਐਤਕੀ ਕਾਂਗਰਸ ਤੋਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਔਰ ਕੇਂਦਰ ਦੀ ਸਰਕਾਰ ਹੈ,
ਹਰਿਆਣੇ ਦੀ ਸਰਕਾਰ ਹੈ, ਪੰਜਾਬ ਦੀ ਸਰਕਾਰ ਹੈ। ਐਤਕੀ ਸਾਰਿਆਂ ਨੂੰ ਇਕੱਠਾ ਚਾਅ ਚੜਿਆ ਸੀ ਔਰ ਸਾਰੀਆਂ ਧਿਰਾਂ ਔਰ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਰੋਧੀ, ਜੇ ਸਾਰਿਆਂ ਦੀ ਗਿਣਤੀ ਕਰੋ ਤੇ 30 ਤੋਂ ਵੀ ਵੱਧ ਬਣਦੇ ਆ, ਸਾਰਿਆਂ ਨੇ ਆਪਣਾ ਪੂਰਾ ਢਿੱਲ ਲਾਲਿਆ। ਲੇਕਿਨ ਫਿਰ ਵੀ ਜਿੰਨੀਆਂ ਵੋਟਾਂ ਉਹਨਾਂ ਨੂੰ ਮਿਲੀਆਂ ਉਸ ਤੋਂ 2.5 ਗੁਣਾ ਵੋਟਾਂ ਪੂਰੀਆਂ ਨਾਲੋਂ 42 ਤੋਂ 84 ਤੇ 21 105 ਪੂਰਾ 2.5 ਗੁਣਾ ਵੋਟਾਂ ਲੈ ਕੇ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਿਰ ਪ੍ਰਧਾਨ ਚੁਣੇ ਗਏ। ਇਸ ਕਰਕੇ ਜਿਹੜੇ ਸਾਡੇ ਸਤਿਕਾਰਯੋਗ ਮੈਂਬਰ ਨੇ ਉਹਨਾਂ ਨੇ ਇਕੱਲਾ ਪ੍ਰਧਾਨ ਨਹੀਂ ਚੁਣਿਆ, ਇਹ ਫੈਸਲਾ ਵੀ ਕਰ ਦਿੱਤਾ ਕਿ ਜਿਹੜੀ ਵੀ ਤਾਕਤ ਸਾਡੇ ਧਾਰਮਿਕ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗੀ ਉਹਨੂੰ ਇਸੇ ਤਰ੍ਹਾਂ ਹੀ ਜਿਹੜੀ ਆ ਖੂਹ ਦੀ ਖਾਣੀ ਪਏਗੀ। ਇਸ ਕਰਕੇ ਮੈਂ ਜਿੱਥੇ ਧਾਮੀ ਸਾਹਿਬ ਨੂੰ ਵਧਾਈ ਦੇਣਾ, ਉੱਥੇ ਸਾਰੇ ਜਿੰਨੇ ਮੈਂਬਰ ਸਾਹਿਬਾਨ ਹਾਊਸ ਦੇ ਉਹਨਾਂ ਨੂੰ ਵੀ ਵਧਾਈ ਦੇਣਾ। ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਵੀ ਕਈ ਦਿਨਾਂ ਤੋਂ ਬੜੀ ਮਿਹਨਤ ਕੀਤੀ ਹੈ। ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ, ਪਰ ਤੁਹਾਡੇ ਸਾਹਮਣੇ ਹੈ ਕਿ ਜਿਹੜੀ 100 ਸਾਲ ਤੋਂ ਵੱਧ ਸਮਾਂ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਨੇ ਦਿੱਤੀ ਹੈ, ਅੱਜ ਫਿਰ ਉਹ ਸੇਵਾ ਇੱਕ ਵਾਰੀ ਪੰਥ ਦੀ ਝੋਲੀ 'ਚ ਪਾਈ ਹੈ। ਮੈਂ ਸਾਰਿਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ। ਫਿਰ ਜਿਹੜਾ ਸਤਿ ਸ਼੍ਰੀ ਅਕਾਲ ਬੁਲਾਏਗਾ ਦੇਖਿਓ, ਫਿਰ ਜਿਹੜਾ ਕੋਲ ਖਲੋਏਗਾ ਉਹ ਜਿੰਨਾ ਇੰਨਾ ਡਰਾਵਾ ਦਿੱਤਾ ਹੋਵੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਉਹਨੇ ਕਿਹਾ ਸੀ ਜੇ ਬੀਬੀ ਨੂੰ 25 ਵੋਟਾਂ ਪੈਣਗੀਆਂ ਅਸਤੀਫਾ ਦੇਵਾਂਗਾ। ਮੈਂ ਉਹ ਤਾਂ 45 ਪਈਆਂ, ਅਜੇ 45 ਪੈ ਗਏ, ਅਸਤੀਫਾ ਦੇਵੇ। ਸਿਆਸਤ ਦੇ ਵਿੱਚ ਰਹੋਗੇ ਛੱਡੀ ਨਹੀਂ, ਪਰ ਇਹ ਕਹਿੰਦੇ ਬੀਜੇਪੀ ਦਾ ਹੱਥ ਹੈਗਾ ਛੱਡੋ ਜੀ। ਬ੍ਰਿਸ਼ਟੀਆਂ ਮੰਨਣ ਵਾਲੇ ਤੇ ਭਗਤ ਨੂੰ ਮੱਥਾ ਟੇਕਣ ਵਾਲੇ ਇਹ ਕਰਨਗੇ। 40 ਸਾਲ ਦਾ ਸਿਆਸੀ ਕਰੀਅਰ ਸੀਗਾ, ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ, ਉਹਦੇ ਬਾਰੇ ਮੈਂ ਕਈ ਵਾਰੀ ਹਾਰ ਨਾਲ ਕੀਤਾ। ਇਹ ਜਿੱਤ ਹੈ, ਮੇਰੀ ਜਿੱਤ ਹੈ। ਮੈਂ ਇਹਨਾਂ ਨੂੰ ਦੱਸ ਦਿੱਤਾ ਚੋਣ ਕਿੱਦਾਂ ਲੜੀ ਦੀ ਹੈ। ਬੀਬੀਆਂ ਨੂੰ ਕੋਈ ਵੀ ਨੁਮਾਇੰਦਗੀ ਨਹੀਂ ਦਿੱਤੀ ਗਈ, ਉਹਦੇ ਬਾਰੇ ਇਹੀ ਤੇ ਦੁੱਖ ਹੈ। ਇਹ ਸਿੱਖ ਕੌਮ ਦੇ ਵਾਰਸ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਵਾਰਸ ਨਹੀਂ, ਇਹ ਉਹਦੇ ਫਲਸਫੇ ਨੂੰ ਮੰਨਦੇ ਨਹੀਂ, ਤਾਂ ਹੀ ਤੇ ਔਰਤ ਨੂੰ ਪਸੰਦ ਨਹੀਂ ਕਰਦੇ। ਤੁਸੀਂ ਦਾਵਾ ਕੀਤਾ ਸੀ ਜਾਣ ਤੋਂ ਪਹਿਲਾਂ ਕਿ ਮੇਰੇ ਸਾਰੇ ਮੈਂਬਰ ਮੇਰੇ ਨਾਲ ਨੇ, ਪਰ ਅਚਾਨਕ ਅੰਦਰ ਕੀ ਹੋਇਆ ਏਦਾਂ? ਨਹੀਂ, ਸਾਰੇ ਮੇਰੇ ਨਾਲ ਹੀ ਹੁਣ ਵੀ ਸ਼੍ਰੋਮਣੀ ਕਮੇਟੀ ਦੇ ਹੀ ਹੈ। ਮੈਂ ਕਿਉਂ ਕਹਾਂ, ਪਰ ਸਿਰਫ ਇੱਕੋ ਹੀ ਹੈ, ਪਰਖ ਹੋ ਗਈ ਕਿ ਔਰਤ ਜਾਤੀ ਨੂੰ ਕੌਣ ਮਾਣ ਦਿੰਦਾ ਹੈ, ਗੁਰੂ ਨਾਨਕ ਦੇ ਫਲਸਫੇ ਤੇ ਕੌਣ ਚੱਲਦਾ, ਖਾਲਸਾ ਪੰਥ ਦੀ ਸੋਚ ਨੂੰ ਕੌਣ ਅਪਣਾਉਂਦਾ। ਇਹ ਖਾਲਸਾ ਪੰਥ ਦੇ ਗਦਾਰ ਨੇ ਔਰ ਉਹਨਾਂ ਲੋਕਾਂ ਦੇ ਹੈ ਜਿਨ੍ਹਾਂ ਨੇ ਰਾਮ ਰਹੀਮ ਨੂੰ ਮਾਫ ਕਰਾਇਆ ਔਰ ਜਿਨ੍ਹਾਂ ਨੇ ਬਰਗਾੜੀ ਕਾਂਡ ਕਰਾਇਆ। ਪਰ ਬੀਬੀ ਜੀ, ਰਾਮ ਰਹੀਮ ਦੀ ਜਦੋਂ ਮਾਫੀ ਸੀ ਤੁਸੀਂ ਉਦੋਂ ਨਾਲ ਹੀ ਸੀਗੇ। ਮੈਂ ਬਿਲਕੁਲ ਨਹੀਂ ਸੀ। ਆ ਜਿਹੜਾ ਤੁਹਾਡੇ ਬਰਦਰ ਮਲੂਕਾ ਛਲਾਕੇ ਇਹ ਪੁੰਦੜੇ ਹੀ ਸੀ। ਨਹੀਂ, ਪਰ ਇੱਕ ਬੀਬੀ ਜੀ, ਇੱਕ ਗੱਲ, ਇੱਕ ਥੋੜਾ ਜਿਹਾ ਸਵਾਲ ਹੈ ਕਿ ਹੁਣ ਤੁਹਾਡਾ ਸਿਆਸੀ ਭਵਿੱਖ ਕੀ ਹੈ? ਤੁਸੀਂ ਨਹੀਂ ਕਰਦੇ। ਮੇਰਾ ਸਿਆਸੀ ਭਵਿੱਖ ਉਜਲਾ ਹੋਏਗਾ ਤੇ ਇਹਨਾਂ ਨੂੰ ਬਾਹਰ ਕੱਢਾਂਗੇ। ਨਹੀਂ, ਪਰ ਉਹ ਕਿਸ ਤਰ੍ਹਾਂ ਹੁਣ ਇਲੈਕਸ਼ਨ ਤੇ ਦੇਖੋ ਕਿਦਾਂ ਹੁੰਦੀ। ਤੁਸੀਂ ਕਹਿ ਕੇ ਜਿਨ੍ਹਾਂ ਨੇ ਪੰਥ ਦਾ ਸਾਥ ਨਹੀਂ ਦਿੱਤਾ, ਤੁਹਾਡੀ ਸਤਿ ਸ੍ਰੀ ਅਕਾਲ ਵੀ ਖਤਮ ਹੋ ਜਾਂਦੇ ਨਾਲ। ਮੈਂ ਨਹੀਂ ਕਿਹਾ, ਮੈਂ ਕਿਹਾ ਖਾਲਸਾ ਪੰਥ ਦਾ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ, ਉਹਨਾਂ ਲੋਕਾਂ ਨੂੰ ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਜਿਹੜੇ ਪੰਥ ਦੇ ਗਦਾਰ ਹੋਣਗੇ ਉਹ ਮੇਰੇ ਨਾਲ ਸਤਿ ਸ਼੍ਰੀ ਅਕਾਲ ਵੀ ਮੇਰਾ ਉਹਦਾ ਮਤਲਬ। ਤੁਸੀਂ ਐਕਸਪੋਜ਼ ਕਰੋਗੇ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਜਿਸ ਤਰੀਕੇ ਦੇ। ਮੈਂ ਤਾਂ ਹੁਣ ਵੀ ਕਰ ਰਹੀ ਹਾਂ। ਹੁਣ ਅਗਲਾ ਉਹ ਕਹਿੰਦੇ ਸੀ 25 ਵੋਟਾਂ ਪੈਣਗੀਆਂ, ਬੀਬੀ ਨੂੰ ਤਾਂ ਵਿੱਚ ਕਰਾ ਦੇ ਦਾਂਗਾ, ਅਸਤੀਫਾ ਦੇਵੇ ਹੁਣ ਪਹਿਲਾਂ। ਪਰ ਬੀਬੀ ਜੀ, ਤੁਹਾਡੇ ਕੋਲ ਵੋਟਾਂ ਵੱਧ ਪਈਆਂ ਪਿਛਲੀ ਵਾਰੀ, ਬਹੁਤ ਵੋਟਾਂ ਨਹੀਂ, ਬਹੁਤ ਮਿਲਿਆ, ਪਰ ਹੌਸਲੇ ਬੁਲੰਦ ਨੇ ਤੁਹਾਡੇ। ਤੂੰ ਮੇਰਾ ਹੌਸਲਾ ਤੋੜ ਸਕਦਾ, ਤੂੰ ਮੇਰਾ ਹੌਸਲਾ ਤੋੜ। ਗੱਲ ਸੁਣੋ, ਇਹ ਜਗੀਰ ਕੌਰ ਦੀ ਹਿੰਮਤ ਹੈ, ਵਧਾਈ ਦੇ ਕੇ ਨਿਕਲੀ ਹੈ ਔਰ ਉਹਨਾਂ ਨੂੰ ਲਾਹਨਤ ਪਾ ਕੇ ਨਿਕਲੀ ਹੈ ਕਿ ਤੁਸੀਂ ਖਾਲਸਾ ਪੰਥ ਦੇ ਗਦਾਰ ਹੋ। ਸੁਖਬੀਰ ਬਾਦਲ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਕਿਉਂਕਿ ਬਹੁਤ ਵੱਡਾ ਦਿਨ ਹੈ। 25 ਵੋਟਾਂ ਕਹਿੰਦਾ ਸੀਗਾ ਜੇ ਪਈਆਂ ਤੇ ਅਸਤੀਫਾ ਦੇਵਾਂਗਾ। ਚਲੋ ਉਹੀ ਗੱਲ ਕਰਦੇ, ਸਾਰੇ ਮੈਂਬਰ ਆ ਗਏ ਆ, ਪਰ ਤੁਹਾਡੇ ਕੋਲ ਫੇਰ ਵੀ ਆਏ ਨੇ। ਬੀਬੀ ਜੀ, ਇੱਕ ਹੋਰ ਸਵਾਲ ਹੈ ਕਿ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਹੋ ਤੁਸੀਂ? ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਹੋਏਗਾ ਔਰ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਸਾਰੇ ਬਾਹਰ ਤੁਹਾਨੂੰ ਤੇ ਬਾਹਰ ਕੱਢਿਆ ਉਹਨਾਂ ਨੇ, ਫਿਰ ਤੁਸੀਂ ਕਿੱਦਾਂ? ਇਹ ਕੌਣ ਹੁੰਦੇ ਮੈਨੂੰ ਕੱਢਣ ਵਾਲੇ? ਹਾਂਜੀ, ਇਹ ਕੌਣ ਹੈ ਕੱਢਣ ਵਾਲੇ? ਸ਼੍ਰੋਮਣੀ ਅਕਾਲੀ ਦਲ ਸਾਡਾ ਹੈ, ਆ ਖਾਲਸਾ ਪੰਥ ਹੈ। ਤੇ ਹੁਣ ਇਹ ਜਿਹੜੀ ਚੋਣਾਂ ਦੇ ਨਤੀਜੇ ਜਿਹੜੇ ਪ੍ਰਧਾਨ ਬਣੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਪ੍ਰਧਾਨ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਹੁਦੇਦਾਰਾਂ ਦੀਆਂ ਹਰ ਸਾਲ ਹੁੰਦੀਆਂ।
ਪਰ ਅੱਜ ਜਿਹੜੀ ਚੋਣ ਸੀ ਇਹ ਇੱਕ ਅਹਿਮ ਚੋਣ ਸੀ। ਅਹਿਮ ਚੋਣ ਇਸ ਕਰਕੇ ਸੀ ਕਿਉਂਕਿ ਇਸ ਚੋਣ ਦੇ ਵਿੱਚ ਕੇਂਦਰ ਦੀ ਸਰਕਾਰ RSS ਅਚੇਚੇ ਤੌਰ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਸਰਦਾਰ ਇਕਬਾਲ ਸਿੰਘ ਲਾਲਪੁਰਾ, ਪੰਜਾਬ ਦੀ ਸਾਰੀ ਸਰਕਾਰ, ਸਾਰੇ ਕਾਂਗਰਸੀ ਇੱਕ ਸੁਰਤਾ ਦੇ ਨਾਲ ਸਾਰੇ ਮੈਂਬਰ ਸਹਿਬਾਨਾਂ ਨੂੰ ਟੈਲੀਫੋਨ ਕਰਦੇ ਸੀ। ਕੱਲ ਇਹ ਵੀ ਆਇਆ ਵੀ ਕਿਹਨੂੰ ਕੀਤਾ। ਆ ਮੇਜਰ ਸਿੰਘ ਢਿੱਲੋਂ ਖੜੇ ਜਿਨ੍ਹਾਂ ਨੂੰ 2 ਵਾਰੀ ਲਾਲਪੁਰਾ ਸਾਹਿਬ ਨੇ ਟੈਲੀਫੋਨ ਕੀਤਾ ਵੀ ਦੱਸੋ ਕੀ ਚਾਹੀਦਾ। ਇਹ ਸਾਡੇ ਮਾਨਸੇ ਤੋਂ ਮੈਂਬਰ ਆ। ਅੱਜ ਉਹ ਇਹਨਾਂ ਫੋਰਸਸ ਦੀ ਸਾਰੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਚਾਹੁੰਦੀਆਂ ਸੀ, ਉਹਨਾਂ ਦੀ ਅੱਜ ਹਾਰ ਹੋਈ ਆ। ਸਿੱਖ ਪੰਥ ਦੀ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼, ਸਮੁੱਚੇ ਹਾਊਸ ਦੇ ਮੈਂਬਰ ਸਹਿਬਾਨ, ਉਹਨਾਂ ਸਾਰਿਆਂ ਦੀ ਜਿੱਤ ਹੋਈ ਆ ਔਰ 104 ਵੋਟਾਂ 10 ਨੂੰ ਪਈਆਂ, 42 ਵੋਟਾਂ ਬੀਬੀ ਜਗੀਰ ਕੌਰ ਨੂੰ ਪਈਆਂ। ਸੋ ਮੁਕਾਬਲੇ ਤਾਂ ਭਾਵੇਂ ਹਰ ਸਾਲ ਇਹ ਹੁੰਦੇ ਸੀ, ਪਰ ਅੱਜ ਦਾ ਜਿਹੜਾ ਇਹ ਮੁਕਾਬਲਾ ਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਧੀ ਚੁਣੌਤੀ ਸੀ। ਸਮੁੱਚੇ ਮੈਂਬਰ ਸਹਿਬਾਨ ਦਾ ਦਿਲ ਦੀਆਂ ਡਗਿਆਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਨੂੰ ਇਹ ਨਵਾਜਿਆ ਵੋਟਾਂ ਪਾ ਕੇ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਯਕੀਨ ਕਰਕੇ 6-7 ਦਿਨ ਪਹਿਲਾਂ ਮੈਨੂੰ ਕੈਂਡੀਡੇਟ ਐਲਾਨਿਆ ਸੀਗਾ, ਉਹਨਾਂ ਦਾ ਵੀ ਧੰਨਵਾਦ ਕਰਦਾ। ਅੱਜ ਦੇ ਹਾਊਸ ਦੇ ਵਿੱਚ ਸਾਡੇ ਚਾਰੇ ਅਹੁਦੇਦਾਰ ਸਹਿਬਾਨ ਮੇਰੇ ਸਮੇਤ, ਉਹਨਾਂ ਦੇ ਵਿੱਚ ਸਰਦਾਰ ਬਲਦੇਵ ਸਿੰਘ ਕੈਂਪੁਰੀ ਸੀਨੀਅਰ ਮੀਤ ਪ੍ਰਧਾਨ ਜਿਹੜੇ ਸਾਡੇ ਹਰਿਆਣੇ ਤੋਂ ਆ, ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਜੀ ਰੀਆ ਜਿਹੜੇ ਫਤਿਹਗੜ੍ਹ ਤੋਂ ਮੈਂਬਰ ਆ, ਉਹਨਾਂ ਦੇ ਨਾਲ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਜਿਹੜੇ ਲੁਧਿਆਣੇ ਤੋਂ ਮੈਂਬਰ ਆ, ਉਹ ਜਨਰਲ ਸਕੱਤਰ ਚੁਣੇ ਗਏ। ਔਰ ਉਹ ਤੋਂ ਇਲਾਵਾ ਜਿਹੜੀ ਸਮੁੱਚੇ ਤੌਰ ਤੇ ਐਗਜ਼ੈਕਟਿਵ ਦੀ ਚੋਣ ਹੋਈ, ਉਹਨਾਂ ਚੋਣਾਂ ਦੇ ਵਿੱਚ ਸਰਦਾਰ ਮੋਹਨ ਸਿੰਘ ਜੀ ਬੰਗੀ ਸਾਹਿਬ, ਸਰਦਾਰ ਜਰਨੈਲ ਸਿੰਘ ਜੀ ਕਰਤਾਰਪੁਰ ਸਾਹਿਬ, ਸਰਦਾਰ ਸਰਜੀਤ ਸਿੰਘ ਜੀ ਤੁਗਲਵਾਦ, ਸਰਦਾਰ ਬਾਬਾ ਸਿੰਘ ਜੀ ਗਮਾਨਪੁਰ, ਬੀਬੀ ਗੁਰਿੰਦਰ ਕੌਰ ਭੋਲੂਵਾਲ, ਸਰਦਾਰ ਗੁਰਨਾਮ ਸਿੰਘ ਜੀ ਬਟਾਲਾ, ਸਰਦਾਰ ਪਰਮਜੀਤ ਸਿੰਘ ਜੀ ਖਾਲਸਾ, ਸਰਦਾਰ ਸੇਜ ਸਿੰਘ ਜੀ ਮੰਡਵਾਲਾ, ਸਰਦਾਰ ਗੁਰਪ੍ਰੀਤ ਸਿੰਘ ਜੀ ਰੰਧਾਵਾ, ਸਰਦਾਰ ਭੁਪਿੰਦਰ ਸਿੰਘ ਜੀ ਅਸੰਧ, ਸਰਦਾਰ ਮਲਕੀਤ ਸਿੰਘ ਜੀ ਝੁੰਗਾਲ, ਇਹ ਸਾਰੇ ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ ਆ। ਮੈਂ ਅੱਜ ਦੀ ਚੋਣ ਦੇ ਵਿੱਚ ਸਮੁੱਚੇ ਜਿੰਨੇ ਵੀ ਅਹੁਦੇਦਾਰ ਚੁਣੇ ਗਏ, ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ, ਸਾਰਿਆਂ ਦਾ ਧੰਨਵਾਦ ਕਰਦਾ। ਪੰਥ ਕੀ ਜੀਤ, ਪੰਥ ਕੀ ਜੀਤ, ਔਰ ਸਾਰਿਆਂ ਨੂੰ ਵਧਾਈ ਦਿੰਦਾ। ਔਰ ਜਿਹੜੇ ਅੱਜ ਸਾਡੇ ਸੋਗ ਮਤੇ ਸੀ ਉਹਦੇ ਵਿੱਚ ਜਥੇਦਾਰ ਤੋਤਾ ਸਿੰਘ, ਸਰਦਾਰ ਸੁਰਿੰਦਰ ਸਿੰਘ ਜੀ, ਡਾਕਟਰ ਸਰੂਪ ਸਿੰਘ ਅਲੱਗ, ਗੁਰਵਿੰਦਰ ਪਾਲ ਸਿੰਘ ਜੀ ਰਈਆ, ਜਥੇਦਾਰ ਗੁਰਦੀਪ ਸਿੰਘ ਜੀ ਜੀਰਾ, ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਦਦਾਰ ਸਿੰਘ ਜੀ ਬੈਂਸ, ਰਣਜੀਤ ਕੌਰ ਜੀ ਮਾਲਪੁਰੀ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਸਰਦਾਰ ਰਿਪਦੁਮਨ ਸਿੰਘ ਜੀ ਮਾਲਕ, ਉਹ ਸਾਰੇ ਜਿਹੜੇ ਆ ਉਹ ਸਾਤੋਂ ਵਿਛੜ ਗਏ ਸੀ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹ ਤੋਂ ਇਲਾਵਾ ਜਿਹੜਾ ਸਾਕਾ ਆਪਾਂ ਮਨਾ ਕੇ ਆਏ ਆ ਪੰਜਾ ਸਾਹਿਬ ਜਾਂ ਇੱਥੇ ਮਨਾਇਆ, ਉਹਦਾ ਵੀ ਸੰਗਤਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹਦੇ ਨਾਲ ਇਹ ਵੀ ਅੱਜ ਦੇ ਹਾਊਸ ਦੇ ਵਿੱਚ ਇੱਕ ਮਤਾ ਆਇਆ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਗੋਰਿਆਂ ਤੋਂ ਬਾਅਦ ਜੇ ਅੱਜ ਕਿਸੇ ਨੇ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤੀ ਆ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਚਾਹੇ ਹਰਿਆਣੇ ਵਿੱਚ ਹੋਵੇ ਤੇ ਚਾਹੇ ਪੰਜਾਬ ਵਿੱਚ ਹੋਵੇ, ਉਹਦੀ ਵੀ ਪੁਰਜੋੜ ਅੱਜ ਦਾ ਹਾਊਸ ਜਿਹੜਾ ਨਿਖੇਧੀ ਕਰਦਾ। ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਸਾਡੇ ਲੰਬਿਆਂ ਅਰਸਿਆਂ ਦੇ ਜੇਲ੍ਹਾਂ ਵਿੱਚ ਪਏ ਆ, ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅੱਜ ਇੱਕ ਮਤਾ ਕੀਤਾ। 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਾਵਾਂਗੇ, ਉਹ ਘਰ ਘਰ ਤੱਕ ਪਹੁੰਚਾਵਾਂਗੇ। ਫਿਰ ਉਹਨਾਂ ਦਾ ਸਾਰਿਆਂ ਦਾ ਗਵਰਨਰ ਪੰਜਾਬ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ, ਸੈਂਟਰ ਦੇ ਪ੍ਰੈਜ਼ੀਡੈਂਟ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਊਗਾ। ਇਹ ਵੀ ਅੱਜ ਫੈਸਲਾ ਹੋਇਆ। ਉਹਦੇ ਨਾਲ ਇਹ ਵੀ ਇੱਕ ਫੈਸਲਾ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ ਜਿਹਦੀ ਬਹੁਤ ਤੇਜ਼ੀ ਦੇ ਨਾਲ ਹਿਮਾਚਲ ਦੇ ਵਿੱਚ
ਔਰ ਗੁਜਰਾਤ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਲਾਗੂ ਹੋਊਗਾ, ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ। ਇਹ ਯੂਨੀਫਾਰਮ ਸਿਵਲ ਕੋਡ ਇਹ ਹਿੰਦੂ ਤੱਤਵ ਦੇ ਰਾਸ਼ਟਰ ਵੱਲ ਨੂੰ ਇੱਕ ਪਹਿਲਾ ਉਹਨਾਂ ਦਾ ਕਦਮ ਆ। ਇਸ ਕਰਕੇ ਅਸੀਂ ਇਹਦੀ ਵੀ ਨਿਖੇਧੀ ਕੀਤੀ ਆ, ਕਿਉਂਕਿ ਭਾਰਤ ਵਰਸ਼ ਬਹੁਤ ਗਿਣਤੀ ਦੇ ਵਿੱਚ ਇਹਦੇ ਵਿੱਚ ਬਹੁਤ ਜਾਤਾਂ ਰਹਿੰਦੀਆਂ, ਬਹੁਤ ਇਹਦੇ ਵਿੱਚ ਧਰਮ ਆ। ਉਹ ਸਾਰੇ ਧਰਮਾਂ ਨੂੰ, ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਇਹਨਾਂ ਤੋਂ ਜਿਹੜਾ ਆ ਉਹ ਖਤਰਾ ਆ। ਇਸੇ ਤਰ੍ਹਾਂ ਜਿਹੜੇ ਅੱਜ ਕੇਸ ਚੱਲ ਰਹੇ ਸੱਜਣ ਕੁਮਾਰ ਜਿਹੜਾ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀਗਾ, ਉਹਨੂੰ ਵੀ ਅੱਜ ਕੰਡੈਮ ਕੀਤਾ ਗਿਆ। ਉਹਦੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਤੁਸੀਂ ਆਹ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਡਾ ਜਥਾ ਉੱਥੇ 2-4 ਘੰਟੇ ਬੈਠਣਾ ਪਿਆ ਕਿ ਜੇ ਇਧਰੋਂ ਵੀ ਸੈਂਟਰ ਸਰਕਾਰ ਨੂੰ ਮੰਗ ਕੀਤੀ ਆ ਕਿ ਜਿੱਦਣ ਜਥੇ ਜਾਣੇ ਹੋਣ ਉਦਣ ਇੱਥੋਂ ਵੀ ਬਾਘਾ ਬਾਰਡਰ ਤੱਕ ਤੇ ਬਾਘਾ ਬਾਰਡਰ ਤੋਂ ਨਨਕਾਣਾ ਪੰਜਾ ਤੱਕ ਉਹ ਜਿਹੜੇ ਆ ਉਹ ਚਲਾਏ ਜਾਣ। ਬੀਜੇ ਦੀ ਵੀ ਮੰਗ ਕੀਤੀ ਆ ਵੀ ਉਹ ਆਧਾਰ ਕਾਰਡ ਦੇ ਬਣਾ ਦੇ ਉੱਤੇ ਦਿੱਤਾ ਜਾਵੇ, ਇਹ ਵੀ ਅੱਜ ਦੇ ਹਾਊਸ ਨੇ ਮੰਗਤ ਕੀਤੀ ਆ। ਇਹ ਤੋਂ ਇਲਾਵਾ ਕਰਤਾਰਪੁਰ ਵਿਖੇ ਜਿਹੜਾ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਤੇ $20 ਜਿਹੜੇ ਉਹ ਵੀ ਖਤਮ ਕਰਨ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਮਤਾ ਪਾਸ ਕੀਤਾ। ਸਭ ਤੋਂ ਉਚੇਚਾ ਦੇ ਬੜਾ ਖਤਰਨਾਕ ਜਿਹਦੇ ਬੜੇ ਗੰਭੀਰ ਨਤੀਜੇ ਨਿਕਲਣੇ ਆ ਉਹ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ। ਅੱਜ ਪੰਜਾਬ ਦੇ ਵਿੱਚ ਆ ਜਿਹੜੇ ਅੰਕੜੇ ਸਾਰੇ ਤੁਹਾਨੂੰ ਦਿੱਤੇ ਆ ਕਿ ਸ਼ਰਾਬ ਤੋਂ ਇਕੱਲੇ ਤੋਂ 5578 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਤੇ ਇਹ ਆਪਾਂ ਨਸ਼ਾ ਛਡਾ ਰਹੇ ਜਾਂ ਨਸ਼ਾ ਲੋਕਾਂ ਨੂੰ ਲਾ ਰਹੇ ਆ। ਇਹ ਤੋਂ ਇਲਾਵਾ ਰੋਜ਼ ਧੜਾ-ਧੜ ਬੱਚੇ ਜਿਹੜੇ ਆ ਇਹਦੀ ਭੇਟ ਚੜ ਰਹੇ ਆ। ਇਹ ਵੀ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇਹਦੇ ਲਈ ਚੰਗੇ ਠੋਸ ਕਦਮ ਚੱਕੇ ਜਾਣ। ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਲੋੜੀਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਤੋਂ ਇਲਾਵਾ ਆ ਜਿਹੜਾ ਸਾਡਾ ਇੱਕ ਬੜੇ ਲੰਬੇ ਅਰਸੇ ਦੀ ਮੰਗ ਆ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਆਉਂਦਾ ਇਸ ਰਸਤੇ ਦੇ ਉੱਤੇ ਇੱਕੋ ਗੱਡੀ ਮਸੀਂ ਲੰਘਦੀ ਆ, ਕਈ ਵਾਰੀ ਲੰਮਾ ਜਾਮ ਲੱਗ ਜਾਂਦਾ। ਇਹ ਜਿਹੜੀ ਸਰਕਾਰ ਪੰਜਾਬ ਦੀ ਇਹ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਡਾ ਜਿਹੜਾ ਇਹ ਆਉਂਦਾ ਸਾਰਾ ਰਸਤਾ ਇਹਨੂੰ ਪੱਧਰ ਕਰੋ, ਨੋ ਜਿਹੜਾ ਦੂਜੇ ਪਾਸੇ ਮੇਨ ਗਲਿਆਰਾ ਬਣਿਆ ਆ ਉਹਦੇ ਉੱਤੇ ਵੀ ਬਹੁਤ ਗੰਦ ਪਾਇਆ ਆ। ਅਸੀਂ ਅਗਲੇ ਮਹੀਨੇ ਤੋਂ ਫਿਰ ਆਪਣੇ ਹੱਥਾਂ 'ਚ ਪ੍ਰਬੰਧ ਲੈ ਕੇ ਉਹਦੀ ਵੀ ਸੇਵਾ ਸੰਭਾਲ ਸਾਰੀ ਕਰਾਂਗੇ। ਅੱਜ ਇੱਕ ਅਸੀਂ ਉਚੇਚਾ ਫੈਸਲਾ ਕੀਤਾ ਜਿਹੜਾ ਬਹੁਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਊਗਾ। ਉਹ ਪ੍ਰਬੰਧ ਦੇ ਵਿੱਚ ਅਸੀਂ ਅੱਜ ਲਗਭਗ ਕਿਉਂਕਿ ਸਾਡੇ 4-5-6 ਵਿੰਗ ਆ ਜਿਨ੍ਹਾਂ ਦੇ ਵਿੱਚ ਇੱਕ ਵਿੰਗ ਸਾਡਾ ਜਿਹੜਾ ਉਹ ਹੈਗਾ ਧਰਮ ਪ੍ਰਚਾਰ ਦਾ, ਤੇ ਧਰਮ ਪ੍ਰਚਾਰ ਦੇ ਵਿੰਗ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਇੰਚਾਰਜ ਮੈਂਬਰ ਲਾਇਆ ਗਿਆ। ਇਹਨਾਂ ਦੀ ਕਮਾਂਡ ਦੇ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਝੱਬਰ, ਭਾਈ ਰਾਮ ਸਿੰਘ ਜੀ ਮਾਝਾ, ਮਾਲਵੇ ਦੇ ਵਿੱਚ ਗੁਰਬੀਰ ਝੱਬਰ ਤੇ ਦੁਆਬੇ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ। ਇਹ ਧਰਮ ਪ੍ਰਚਾਰ ਦੇ ਜਿਹੜੇ ਸਾਡੇ ਸਕੱਤਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਪਾਉਣਗੇ। ਇਹਦੇ ਨਾਲ ਦੀ ਨਾਲ ਹੀ ਫਿਰ ਅਸੀਂ ਇੱਕ ਹੋਰ ਜਾਇਦਾਦ ਸਬ ਕਮੇਟੀ ਜਿਹੜੀ ਆ, ਕਿਉਂਕਿ ਬਹੁਤ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ, ਸਰਦਾਰ ਸਰਜੀਤ ਸਿੰਘ ਭੇਟੇਵੰਡ ਉਹ ਮੈਂਬਰ ਇੰਚਾਰਜ ਹੋਣਗੇ ਜਿਹੜੇ ਸਮੁੱਚੇ ਤੌਰ ਤੇ ਜਾਇਦਾਦਾਂ ਦੀ ਇਹਨਾਂ ਸਕੱਤਰਾਂ ਦੇ ਨਾਲ ਸਾਰੀ ਸੇਵਾ ਸੰਭਾਲ ਕਰਨਗੇ। ਇਸੇ ਤਰ੍ਹਾਂ ਇਮਾਰਤਾਂ ਦਾ ਕਾਰਜ ਕਈ ਵਾਰੀ ਅਧੂਰਾ ਰਹਿ ਜਾਂਦਾ, ਕਈ ਵਾਰੀ ਸਾਡਾ ਕਾਰ ਸੇਵਾ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਜਲੰਧਰ ਵਾਲੇ ਜਿਹੜੇ ਆ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਆ ਤਾਂ ਕਿ ਸਕੱਤਰਾਂ ਦੇ ਨਾਲ ਇਮਾਰਤੀ ਵਿਭਾਗ ਦੇ ਨਾਲ ਚੱਲ ਕੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਤਰ੍ਹਾਂ ਸਿੱਖਿਆ ਜਿਹੜੀ ਸਾਡੀ ਸਿੱਖਿਆ ਨੂੰ ਇੱਕ ਸਕੂਲਾਂ 'ਚ ਅਸੀਂ ਵੰਡਿਆ, ਇੱਕ ਅਸੀਂ ਕਾਲਜਾਂ 'ਚ ਵੰਡਿਆ ਤੇ ਅਸੀਂ ਸਕੂਲਾਂ ਦੇ ਵਿੱਚ ਸਰਦਾਰ ਸਰਵਣ ਸਿੰਘ ਜੀ ਕੁਲਾਰ ਉਹ ਸਕੂਲਾਂ ਦੇ ਐਜ ਮੈਂਬਰ ਇੰਚਾਰਜ ਉਹ ਉਹਦੀ ਆਪਣੇ ਸਾਰੀ ਦੇਖਭਾਲ ਕਰਨਗੇ। ਬੀਬੀ ਪਰਮਜੀਤ ਕੌਰ ਜੀ ਲਾਂਡਰਾਂ ਜਿਹੜੇ ਕਾਲਜਾਂ ਦੇ ਉਹ ਐਜ ਮੈਂਬਰ ਜਿਹੜੇ ਇੰਚਾਰਜ ਇਹਦੀ ਸਾਰੀ ਸੇਵਾ ਦੇਖਣਗੇ। ਉਹਨਾਂ ਦੇ ਨਾਲ ਕਿਉਂਕਿ ਲੰਗਰ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਆ ਉੱਥੇ ਲੰਗਰ ਵੀ ਸਾਡੇ ਚੱਲਦੇ ਆ, ਉਹ ਲੰਗਰ ਦੇ ਸਮੁੱਚੀ ਵਿਵਸਥਾ ਨੂੰ ਦੇਖਣ ਨੂੰ ਸਰਦਾਰ ਗੁਰਮੀਤ ਸਿੰਘ ਜੀ ਬੂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਐਜ ਮੈਂਬਰ ਇੰਚਾਰਜ। ਇਹ ਐਗਜੈਕਟਿਵ ਤੋਂ ਇਲਾਵਾ ਹੋਣਗੇ। ਇਹਨਾਂ ਤੋਂ ਇਲਾਵਾ ਕਾਨੂੰਨੀ ਮਸਲੇ ਜਿਹੜੇ ਸਾਡੇ ਸਾਰੇ ਉਹਨਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਉਹ ਸਾਡਾ ਭਾਵੇਂ ਆਪਣਾ ਵਿਭਾਗ ਵੀ ਲਾ ਵਿਭਾਗ ਇੱਥੇ ਆ ਪਰ ਐਜ ਮੈਂਬਰ ਇੰਚਾਰਜ ਇਹ ਸਾਰੇ ਮੈਂਬਰ
ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰੀ ਇਹਨਾਂ ਦੀ ਮੀਟਿੰਗ ਕਰਿਆ ਕਰਾਂਗੇ। ਕੱਲੇ ਤੋਂ ਕਾਰਗੁਜ਼ਾਰੀ ਵੀ ਲਵਾਂਗੇ ਵੀ ਇਹ ਕੀ ਕਾਰਗੁਜ਼ਾਰੀ ਆ। ਇਸੇ ਤਰ੍ਹਾਂ ਇੱਕ ਜਿਹੜੀ ਸਾਡੀ ਪੜਤਾਲਾਂ ਦੀ ਕਮੇਟੀ ਆ ਉਹਦੇ ਵਿੱਚ ਅਸੀਂ ਅਹੁਦੇਦਾਰ ਵੀ ਪਾਵਾਂਗੇ। ਉਹਦੇ ਸਰਦਾਰ ਰਘਵੀਰ ਸਿੰਘ ਜੀ ਸ਼ਹਾਰਨ ਮਾਜਰਾ, ਸਰਦਾਰ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ ਔਰ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਜੀ ਖੇੜਾ, ਉਹ ਜਿਹੜੇ ਆ ਉਹ ਸਮੁੱਚੇ ਤੌਰ ਤੇ 2 ਮੈਂਬਰ ਅਸੀਂ ਹੋਰ ਪਾਵਾਂਗੇ। ਉਹ ਸਾਰਾ ਪ੍ਰਬੰਧ ਦੇਖਣਗੇ। ਔਰ ਸਰਾਵਾਂ ਦੀ ਕਿਉਂਕਿ ਬਹੁਤ ਸ਼ਿਕਾਇਤ ਰਹਿੰਦੀ ਆ, ਭਾਵੇਂ ਸਾਡੇ ਮੈਨੇਜਰ ਵੀ ਆ, ਸਕੱਤਰ ਵੀ ਦੇਖਦੇ ਆ। ਉਹਦੇ ਵਿੱਚ ਅਸੀਂ ਸਰਦਾਰ ਜੋਤ ਸਿੰਘ ਸਮਰਾ, ਸਰਦਾਰ ਨਵਤੇਜ ਸਿੰਘ ਜੀ ਕੌਣੀ, ਮੇਜਰ ਸਿੰਘ ਜੀ ਸਾਡੇ ਰਾਮਪੁਰਾ ਫੂਲ ਤੋਂ ਉਹ ਮੈਂਬਰ, ਤੇ ਸਰਦਾਰ ਭੁਪਿੰਦਰ ਸਿੰਘ ਭਲਵਾਨ ਜਿਹੜੇ ਆ ਉਹ ਦੇਖਣਗੇ। ਇੱਕ ਸਾਡਾ ਸਿੱਖ ਰਿਸਰਚ ਬੋਰਡ ਤੇ ਪਬਲੀਕੇਸ਼ਨ ਵਿਭਾਗ ਆ, ਉਹ ਸਮੁੱਚੇ ਦੀ ਦੇਖਭਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਉਹ ਦੇਖਣਗੇ। ਤੇ ਜਿਹੜਾ ਸਾਡਾ ਫਾਈਨਾਂਸ ਆ ਉਹ ਅਸੀਂ ਕਮੇਟੀ 1-2 ਦਿਨਾਂ ਦੇ ਵਿੱਚ ਸਾਰੀ ਤਾੜ ਕੇ ਬਣਾ ਦੇਵਾਂਗੇ। ਸੋ ਮੈਂ ਅੱਜ ਦਿਲ ਦੀਆਂ ਡਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ। ਤੇ ਕਈ ਵਾਰੀ ਮਨ 'ਚ ਇਹ ਗੱਲ ਵੀ ਹੁੰਦੀ ਆ, ਕਿਉਂਕਿ ਅੱਜ ਦਾ ਹਾਊਸ ਚੱਲਿਆ, ਅੱਜ ਦੇ ਹਾਊਸ ਦੇ ਵਿੱਚ ਤੁਹਾਨੂੰ ਅੱਜ ਸਮਾਂ ਇੱਥੇ ਬੈਠ ਕੇ ਦਿੱਤਾ। ਕਈ ਵਾਰੀ ਹੁੰਦਾ ਕੀ ਆ, ਦੇਖਣ ਵਿੱਚ ਆਉਂਦਾ ਕਿ ਉੱਥੇ ਜਿਹੜੇ ਕੈਮਰੇ ਫਿੱਟ ਹੁੰਦੇ, ਪ੍ਰੈਸ ਹੁੰਦੀ ਆ, ਤੇ ਕਈ ਵਾਰੀ ਗੁਰੂ ਸਾਹਿਬ ਦਾ ਨਰਾਦਰ ਹੁੰਦਾ। ਸਿੰਘ ਸਾਹਿਬਾਨ ਪਿਛਲੀ ਵਾਰ ਵੀ ਕੁਝ ਨਾਰਾਜ਼ ਸੀਗੇ, ਇਸ ਕਰਕੇ ਤੁਹਾਤੋਂ ਸਾਰਿਆਂ ਤੋਂ ਹੱਥ ਜੋੜ ਕੇ ਖਿਮਾ ਮੰਗਦਾ। ਤੁਹਾਨੂੰ ਹਾਊਸ 'ਚ ਮਤਾ ਨਹੀਂ, ਹਾਊਸ 'ਚ ਨਹੀਂ ਤੁਹਾਨੂੰ ਅਸੀਂ ਸਪੇਸ ਦੇ ਸਕੇ। ਇੱਥੇ ਤੁਹਾਡਾ ਸਾਰਿਆਂ ਦਾ ਜਿਉਂ ਆਇਆ ਆਖਦਾ ਤੇ ਧੰਨਵਾਦ ਕਰਦਾ। ਅੰਤ ਦੇ ਵਿੱਚ ਫਿਰ ਮੈਂ ਪੰਥ ਕੀ ਜੀਤ, ਇਹ ਪੰਥ ਕੀ ਜੀਤ ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਸਿਰ ਭਾਵੇਂ ਚੁਣੌਤੀਆਂ ਪਹਿਲਾਂ ਵੀ ਆਉਂਦੀਆਂ ਸੀ, ਪਰ ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ, ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਉਹ ਫੋਰਸਿਸ ਜਿਹੜੇ ਸਾਡੇ ਭੈਣਾਂ ਭਰਾ ਹੀ ਆ, ਦੂਸਰਿਆਂ ਧੜਿਆਂ ਦੇ ਵਿੱਚ ਵੀ ਆ, ਉਹਨਾਂ ਨੂੰ ਵੀ ਬੇਨਤੀ ਕਰਦਾ, ਆਪਣੇ ਬਾਲ ਕੇਸਾਂ ਦੇ ਆਪਣੀ ਦਾੜੀ ਦੂਸਰਿਆਂ ਦੇ ਹੱਥ ਨਾ ਫੜਾਈਏ। ਇਹ ਘਰ ਤੁਹਾਡਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ, ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਮਾਂ ਜਮਾਤ ਆ। ਇਸ ਜਮਾਤ ਦੇ ਵਿੱਚ ਮੈਂ ਜਿੰਨਾ ਸਮਾਂ ਦੇਖਦਾ, ਜਿੰਨੇ ਵੀ ਅੱਜ ਗਏ, ਕੱਲ ਗਏ ਜਾਂ ਪਿੱਛੇ ਗਏ, ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ। ਸਨਿਮਰ ਬੇਨਤੀ ਆ, ਕੌਮ ਦੀ એનર્ਜੀ ਨੂੰ, ਕੌਮ ਦੀ ਸ਼ਕਤੀ ਨੂੰ ਵੇਸਟ ਨਾ ਕਰੀਏ, ਆਪਾਂ ਚੰਗੇ ਪਾਸੇ ਨੂੰ ਲਾਈਏ। ਉਹ ਚੰਗਾ ਪਾਸਾ ਕਿਹੜਾ, ਧਰਮ ਦਾ ਪ੍ਰਚਾਰ ਕਰੀਏ। ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ, ਜਿਹੜੇ ਇੱਥੇ ਰਹਿ ਗਏ ਉਹ ਸਾਰੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਆ। ਸੋ ਇਹਨਾਂ ਪਾਸਿਆਂ ਨੂੰ ਜ਼ੋਰ ਲਾਈਏ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਮੁੱਚੇ ਮੈਂਬਰ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਇਹ ਵੀ ਕਾਮਨਾ ਕਰਦਾ ਕਿ ਇਹ ਜ਼ਿੰਮੇਵਾਰੀ ਆ, ਇਹ ਚੌਧਰ ਨਹੀਂ, ਇਹ ਗੁਰੂ ਘਰ ਦੀ ਸੇਵਾ ਆ। ਇਹ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਈਏ। ਇਹੋ ਹੀ ਗੁਰੂ ਦਾ ਸੰਦੇਸ਼ ਆ, ਇਹੋ ਹੀ ਸਾਡੇ ਪੁਰਖਾਂ ਦਾ ਸੰਦੇਸ਼ ਆ, ਜਿਨ੍ਹਾਂ ਨੇ ਆਪਣੇ ਲਹੂ ਤੇ ਮਿੰਝ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕਿ ਬੇਅਦਬੀਆਂ ਦੇ ਮਾਮਲੇ ਵਿੱਚ ਅਸੀਂ ਕੁਝ ਨਹੀਂ ਕਰ ਸਕੇ, ਅਕਾਲੀ ਦਲ ਕੁਝ ਨਹੀਂ ਕਰ ਸਕਿਆ। ਕੀ ਕਹਿਣਾ ਚਾਹੁੰਦੇ ਹੋ? ਗੁਰਿੰਦਰ ਕੌਰ ਭੋਲੂਵਾਲ ਪਾ ਲਈ ਆ। ਚਲੋ ਮਾੜਾ ਨਿਸ਼ਾਨ ਚੱਕ ਲਓ ਜੀ, ਕੋਲ ਚੱਕ ਲਓ। ਇਹਨੂੰ ਮਾਫੀ ਦਿੱਤੇ ਜਾਣ ਨੂੰ ਲੈ ਕੇ ਉਹਨਾਂ ਨੇ ਇਤਰਾਜ਼ ਕੀਤਾ। ਔਰ ਬਾਹਰ ਜਾਣ ਤੋਂ ਬਾਅਦ ਕੋਈ ਇਤਰਾਜ਼ ਨਹੀਂ ਕੀਤਾ। ਪ੍ਰਧਾਨ ਜੀ, ਜਿਹੜੇ ਮੈਂਬਰ ਹੁਣ ਬਾਹਰ ਜਾ ਕੋਈ ਇਤਰਾਜ਼ ਨਹੀਂ ਕੀਤਾ ਕਿਸੇ ਨੇ। ਜਿਹੜੇ ਮੈਂਬਰ ਉੱਧਰ ਵੱਧ ਗਏ ਨੇ, ਵਿਰੋਧੀਆਂ ਦੇ ਵਿੱਚ ਵੱਧ ਗਏ ਨੇ, ਉਹਨਾਂ ਨੂੰ ਵਾਪਸ ਲਿਆਂਦੇ ਕੋਈ ਯਤਨ ਕੀਤੇ ਜਾਣਗੇ। ਚਲੋ ਥੱਲੇ ਉੱਤੇ ਹੁੰਦੇ ਰਹਿੰਦੇ, ਕੋਈ ਨਹੀਂ ਹੋ ਜਾਂਦੇ। ਚਲੋ ਚੱਕੋ ਸਾਰੇ, ਚੱਕੋ। ਨਹੀਂ ਆਪਾਂ ਸੇਵਾ ਧਰਮ ਦੀ ਆ, ਧਰਮ ਦੀ ਸੇਵਾ ਆ, ਧਰਮ ਦੀ ਸੇਵਾ ਆ। ਨਹੀਂ ਥੱਲੇ ਰੱਖੋ, ਹੱਥ ਥੱਲੇ ਰੱਖੋ। ਬੋਲੇ ਸੋ ਨਿਹਾਲ। ਪੰਥ ਕੀ ਪੰਥ ਕੀ ਬੋਲੇ ਸੋ ਨਿਹਾਲ। ਕਰੇਵਾਲ ਸਾਹਿਬ ਅੱਗੇ ਆਓ ਯਾਰ, ਕੁਰਸੀ ਪਰਾਂ ਕਰ ਦਿਓ। ਉਹ ਕੈਂਪੂਰੀ ਸਾਹਿਬ ਕਿੱਧਰ ਇੱਕ ਮਿੰਟ ਯਾਰ, ਕਰ ਦਿੰਦੇ ਹੋ ਸਾਡਾ ਫੋਟੋ ਦਾ ਕਰ ਦਿੰਦੇ ਹੋ, ਸਾਨੂੰ ਪਾ ਦਿਓ। ਕੁਰਸੀ ਪਰਾਂ ਕਰ ਦਿਓ। ਉਧਰੋਂ ਸਰੋਪਾ ਬੋਲੋ ਜੀ। ਚੱਲ ਇੱਕ ਮਿੰਟ ਉਹ ਥੋੜੀ ਰੋਜ਼ ਹੀ ਆਇਆ ਕਰਨੀ ਇਲੈਕਸ਼ਨ ਵਾਲੇ ਜੀ, ਰੋਜ਼ ਆਇਆ ਕਰੂ।
ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਾਰ ਦੁਬਾਰਾ ਪ੍ਰਧਾਨ ਬਣਨ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਹੋਰੀ ਜਿਹੜੇ ਆ ਉਹ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਜਾ ਰਹੇ ਨੇ। ਸੋ ਅੱਜ ਦੀ ਸਮੁੱਚੀ ਇਲੈਕਸ਼ਨ ਜਿਹੜੀ ਆ ਬੜਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਟੈਨਸ਼ਨ ਵਾਲਾ ਮਾਹੌਲ ਰਿਹਾ ਸੀਗਾ ਬੀਬੀ ਜਗੀਰ ਕੌਰ ਦੇ ਮੈਦਾਨ ਦੇ ਵਿੱਚ ਉਤਰਨ ਦੇ ਨਾਲ, ਤੇ ਪਰ ਜਦੋਂ ਵੋਟਿੰਗ ਜਿਹੜੀ ਆ ਉਹ ਹੋਈ ਤਾਂ ਫਿਰ ਵੀ ਇੱਕ ਕਹਿ ਲਿਆ ਜਾਵੇ ਕਿ 42 ਵੋਟਾਂ ਜਿਹੜੀਆਂ ਆ ਉਹ ਬੀਬੀ ਜਗੀਰ ਕੌਰ ਹੋਰਾਂ ਦੇ ਹੱਕ ਦੇ ਵਿੱਚ ਗਈਆਂ ਤੇ 104 ਵੋਟਾਂ ਜਿਹੜੀਆਂ ਆ ਉਹ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਹੱਕ ਦੇ ਵਿੱਚ ਗਈਆਂ ਤੇ ਉਹਨਾਂ ਨੂੰ ਇੱਕ ਵਾਰ ਫਿਰ ਸੇਵਾ ਦਾ ਜਿਹੜਾ ਮੌਕਾ ਆ ਉਹ ਮਿਲਿਆ। ਸੋ ਇਹ ਇੱਕ ਖਤਰੇ ਦੀ ਘੰਟੀ ਵੀ ਕਹੀ ਜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਕਿ ਕਿਹੜੇ ਤਰੀਕੇ ਦੇ ਨਾਲ ਜਿਹੜਾ ਆ ਉਹ ਇਸ ਵਾਰ ਇਲੈਕਸ਼ਨ ਹੋਈ। ਪਹਿਲਾਂ ਗੱਲ ਤਾਂ ਇਹੀ ਚੱਲਦੀ ਰਹੀ, ਚਾਹੇ ਕੋਈ ਮੰਨੇ ਜਾਂ ਨਾ ਮੰਨੇ, ਕਿ ਲਿਫਾਫੇ 'ਚੋਂ ਹੀ ਪ੍ਰਧਾਨ ਨਿਕਲਦਾ ਆ, ਦੱਸਿਆ ਨਹੀਂ ਸੀ ਜਾਂਦਾ। ਇਸ ਵਾਰ ਕੁਝ ਦਿਨ ਪਹਿਲਾਂ ਤੋਂ ਹੀ ਐਲਾਨ ਕਰ ਦਿੱਤਾ ਗਿਆ ਸੀਗਾ। ਸੋ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਜਿਹੜੀ ਆ ਉਹ ਇੱਕ ਵਾਰ ਦੁਬਾਰਾ ਜਿਹੜੀ ਆ ਉਹ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਮਿਲੀ। ਅੱਜ ਦੀ ਸਮੁੱਚੀ ਜਿਹੜੀ ਕਵਰੇਜ ਆ ਉਹ ਤੁਹਾਡੇ ਤੱਕ ਸਿੱਖ ਚੈਨਲ ਦੇ ਰਾਹੀਂ ਅਸੀਂ ਪਹੁੰਚਾਈ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।